गुरु तेग बहादुर जी के 400वें प्रकाश पुरब नूं समर्पित एक दिन विशेष इजलास अज विधान सभा का सद्दिया गया ते तुहानूं दस दईए कुछ ही पलों दे विच इजलास का आगाज होण जा रहा है। रुख करदे हां सिद्धा नपिंदर बराड़ दा। नपिंदर, ओवर टू यू। जी 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 गौरव, देखो गौरव, असी विधान सभा के बाहर मौजूद और लगातार एक तो बाद एक विधायक जिहड़े ने वो पहुँच रहे ने, अंदर जा रहे हैं, क्योंकि 10 बजे सदन की कार्रवाई जिहड़ी वो शुरू होनी है और अंदर विछड़ियां रूहां नूं सब तो पहला जिहड़ियां शरधा दे फुੱਲ भेंट किए जाने ने। इस करके लगातार विधायक जिहड़े वो पहुंचण दी कोशिश कर रहे हैं और आम आदमी पार्टी के विधायक अमन अरोड़ा आगे ने, उन्होंने गल करने की कोशिश करते हैं क्योंकि अज सदन के अंदर दस्सिया जा रहा है कि क्योंकि समर्पित गुरु साहिब नूं ये अज का एक दिन सैशन जिहड़ा बुलाया गया। अरोड़ा साहब, अज एक दिन स्पैशल सैशन बुलाया गया, किस तरह लगता है कि अज की कार्रवाई अज शरधा के फुੱਲ भेंट किए जाएंगे? तुसीं कुछ होर मुद्दों की भी गल कर रहे सी। देखो, इस तरह है कि अज नो डाउट गुरु साहब नूं बड़ा पवित्र मौका है जिहड़ा वो गुरु साहब नूं समर्पित एक दिन का स्पैशल सैशन है जिहड़ा बुलाया गया। वैसे नॉर्मली तां रीत ये हुंदी है कि स्पैशल सैशन दे विच होर कोई काम है जिहड़ा वो नहीं कंडक्ट करते हैं, पर असीं ये मंग कीती सीगी कि सैशन घट्टो घट्ट 15 दिन का होना चाहिए ताकि अज पहले दिन गुरु साहब नूं याद करन तो मगरों 15 दिन जिहड़े लोकां ने, पंजाब की 3 करोड़ जनता ने आपां नूं जो किरत दित्ती है, जो कर्म दिता है, जो अपना फर्ज है कि लोगों के मुद्दे मसले ने, जिहड़े मुश्किलां ने, उन्होंने हल डिस्कस करिए तो हल करिए। असीं तां डिमांड यही की सी कि अगले 14-15 दिन ने जिहड़े ਉਹਦੇ ਉੱਪਰ डिस्कशन की जाती, पर मैं समझदा मैनू जिहड़ा इस च शक लगता है, हो सकता है और मैं चाहुंदा कि मैं गलत साबित होवां। मैनू ये लगता है कि किते ये ना होवे कि अज, क्योंकि एक संविधान दी दा कानून है कि 6 महीनों के विच तुहानूं सैशन है जिहड़ा वो एक बार बुलाउणा चाहीदा। वो 6 महीने ने जिहड़े हुण 9 सैप्टेंबर नूं खत्म हो रहे ने, किते इस तरह ना होवे कि अज वो फॉर्मैलिटी पूरी करन तो मगरों इहनूं खत्म कर देण ते मुड़ के लोकां दे मसले ने जिहड़े ਉਹ ਚੱਕਣ ਦੇ ਲਈ ਉਹ ਸੈਸ਼ਨ ਦੁਬਾਰਾ ਬੁਲਾਉਣ ਹੀ ਨਾ। ਸੋ ਇਹ ਚੀਜ਼ ਦਾ ਖਦਸ਼ਾ ਜ਼ਰੂਰ ਬਣਿਆ ਹੋਇਆ, ਪਰ ਔਰ ਮੈਂ ਚਾਹੁੰਦਾ ਕਿ ਇਹ ਮੇਰਾ ਖਦਸ਼ਾ ਜਿਹੜਾ ਉਹ ਗਲਤ ਸਾਬਤ ਹੋਵੇ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕ ਮੁੱਦਿਆਂ ਨੂੰ, ਮਸਲਿਆਂ ਨੂੰ ਡਿਸਕਸ ਕਰਨ ਤੋਂ ਭੱਜ ਰਹੀ ਹੈ। ਲੰਬੇ ਸੰਕੇਤ ਇਸ ਤਰ੍ਹਾਂ ਦਿੱਤੇ ਜਾ ਰਹੇ ਨੇ ਜੀ ਕਿ 15 ਤਰੀਕ ਤੋਂ ਬਾਅਦ ਦੁਬਾਰਾ ਸੈਸ਼ਨ ਜਿਹੜਾ ਹੈਗਾ ਬੁਲਾਇਆ ਜਾ ਸਕਦਾ ਹੈ। ਸਿਮਰਜੀਤ ਸਿੰਘ ਬੈਂਸ ਸਪੀਕਰ ਸਾਹਿਬ ਨੂੰ ਮਿਲ ਕੇ ਆਏ ਸੀ, ਉਹਨਾਂ ਨੇ ਸੰਕੇਤ ਦਿੱਤੇ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਸੇ ਸੰਕੇਤ ਦਿੱਤੇ। ਭਾਈ ਸਾਹਿਬ, ਇਹ ਕੋਈ ਸੰਕੇਤ ਦੇਣਾ ਕੋਈ ਚੋਰੀ ਵਾਲਾ ਕੰਮ ਥੋੜ੍ਹਾ ਹੀ ਹੈ। ਜੇ ਕਰਨਾ ਹੀ ਸੀਗਾ ਤਾਂ ਅੱਜ ਇਕੱਠੇ ਹੋ ਰਹੇ ਹਾਂ, ਬੁਲਾ ਰਹੇ ਹਾਂ। ਸਿਰਫ ਔਰ ਸਿਰਫ ਫਰਾਈਡੇ ਦਾ ਇੱਕ ਦਿਨ ਤੁਸੀਂ ਏਸੀ ਨੂੰ ਐਕਸਟੈਂਡ ਕਿਉਂ ਨਹੀਂ ਕੀਤਾ ਜਾ ਸਕਦਾ ਸੀਗਾ? ਅੱਜ ਇੱਕ ਦਿਨ ਦਾ ਫਿਰ ਮਗਰੋਂ ਸੰਕੇਤ ਨੇ ਕਿ ਹਾਂ ਜੀ 10 ਦਿਨਾਂ ਨੂੰ ਬੁਲਾਵਾਂਗੇ, ਹਫ਼ਤੇ ਨੂੰ ਬੁਲਾਵਾਂਗੇ। ਇਹ ਤਾਂ ਐਵੇਂ ਰਿਡੀਕੂਲਸ ਜੀ ਗੱਲ ਲੱਗਦੀ ਹੈ ਮੈਨੂੰ। ਮੇਰੇ ਖਿਆਲ ਦੇ ਵਿੱਚ ਤਾਂ ਜੇ ਨੀਅਤ ਇਹਨਾਂ ਦੀ ਸਾਫ਼ ਹੁੰਦੀ, ਸੱਚੀ ਹੁੰਦੀ, ਤੇ ਇਸੇ ਸੈਸ਼ਨ ਤੋਂ, ਇਸੇ ਪਹਿਲੇ ਦਿਨ ਤੋਂ ਇਹ 15 ਦਿਨ ਦੇ ਲਈ ਕੰਟੀਨਿਊ ਕੀਤਾ ਜਾ ਸਕਦਾ ਸੀਗਾ। ਤਾਂ ਅੱਜ ਦਾ ਸੈਸ਼ਨ ਕਹਿੰਦੇ ਕਿ ਵਧਾਇਆ ਜਾਣਾ ਜ਼ਰੂਰੀ ਸੀ ਔਰ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਔਰ ਬਾਕੀ ਅਕਾਲੀ ਵਿਧਾਇਕ ਵੀ ਜਿਹੜੇ ਪਹੁੰਚ ਗਏ ਨੇ। ਗੌਰਵ, ਤੁਸੀਂ ਇੱਕ ਵਾਰ ਸਾਡੇ ਦੂਜੇ ਸਹਿਯੋਗੀ ਕੋਲ ਚੱਲੋ, ਉਨੀ ਦੇਰ ਤੱਕ ਅਸੀਂ ਹੋਰ ਕਿਸੇ ਵਿਧਾਇਕ ਦੇ ਨਾਲ ਬਿਲਕੁਲ ਮੈਂ ਨਵਿੰਦਰ ਤੁਹਾਡੇ ਕੋਲ ਵਾਪਸ ਆਉਣਾ ਹੈ। ਤਾਂ ਜਿਸ ਤਰੀਕੇ ਦੇ ਨਾਲ ਸੈਸ਼ਨ ਦਾ ਆਗਾਜ਼ ਕੁਝ ਹੀ ਪਲਾਂ ਦੇ ਵਿੱਚ ਹੋਣ ਜਾ ਰਿਹਾ ਹੈ, 10 ਵਜੇ ਕਾਰਵਾਈ ਦਾ ਆਗਾਜ਼ ਹੋਣਾ ਹੈ ਤੇ ਇਸ ਵਿਚਾਲੇ ਜਿਹੜੇ ਵਿਧਾਇਕ ਨੇ, ਵੱਡੇ ਆਗੂ ਨੇ ਉੱਥੇ ਆਲਰੇਡੀ ਪਹੁੰਚ ਚੁੱਕੇ ਨੇ। ਵਿਰੋਧੀ ਧਿਰ ਦੇ ਆਗੂ ਜਿਵੇਂ ਪੰਕਜ ਜਾਣਕਾਰੀ ਦੇ ਰਹੇ ਨੇ, ਨਪਿੰਦਰ ਬਰਾੜ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ, ਹਰਪਾਲ ਚੀਮਾ ਉੱਥੇ ਆਲਰੇਡੀ ਪਹੁੰਚ ਚੁੱਕੇ ਨੇ, ਨਵਜੋਤ ਸਿੰਘ ਸਿੱਧੂ ਉੱਥੇ ਆਲਰੇਡੀ ਪਹੁੰਚ ਚੁੱਕੇ ਨੇ, ਕਈ ਮੰਤਰੀ ਅੰਦਰ ਜਾ ਚੁੱਕੇ ਨੇ, ਕਈ ਵੱਡੇ ਆਗੂ ਜਾ ਚੁੱਕੇ ਨੇ। ਰੁਕ ਕਰਦੇ ਹਾਂ ਪੰਕਜ ਕਬਾਈ ਦਾ। ਪੰਕਜ, 10 ਵਜੇ ਦਾ ਸਮਾਂ, ਕੁਝ ਹੀ ਪਲ ਬਾਕੀ ਨੇ, 1-2 ਮਿੰਟ ਦਾ ਸਮਾਂ। ਕੀ ਕੁਝ ਇਸ ਸਮੇਂ ਤੁਹਾਡੇ ਕੋਲ ਅਪਡੇਟ ਹੈ? ਮੁੱਖ ਮਹਿਮਾਨ ਪਹੁੰਚੇ? ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ 400 ਸਾਲਾਂ ਨੂੰ ਸਮਰਪਿਤ ਅੱਜ ਦਾ ਦਿਨ ਹੈ। ਅੱਜ ਅਸੀਂ ਸਾਰੇ ਧਾਰਮਿਕ ਭਾਵਨਾਵਾਂ ਦੇ ਨਾਲ ਅਸੀਂ ਅੰਦਰ ਐਂਟਰ ਕਰ ਰਹੇ ਹਾਂ ਔਰ ਮੈਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ। ਡਾਕਟਰ ਸਾਹਿਬ, ਗੱਡੀ 'ਚ ਉਤਰੋ। ਦੇਖੋ ਬਿਕਰਮ ਮਜੀਠੀਆ ਦਾ ਤਖਤੀਆਂ ਲੈ ਕੇ ਤੁਹਾਡੇ ਖਿਲਾਫ ਆ ਗਏ। ਲੋ ਕਰੀ ਜਾਏ ਜੀ। ਉਹ ਭਾਈ ਇਹਨੇ ਕੀ ਕਰਨੀਆਂ ਤਖਤੀਆਂ ਲੈ ਕੇ? ਇਹ ਗੁਰੂਆਂ ਨੂੰ ਮੰਨਦੇ ਨਹੀਂ, ਇਹ ਗੁਰੂਆਂ ਨੂੰ ਬੇਦਬੀ ਕਰਨ ਵਾਲੇ ਲੋਕ। ਇਹ ਕਿਹੜੀਆਂ ਤਖਤੀਆਂ ਔਰ ਕਿਹੜਾ ਸਵਾਲ ਹੈ ਇਹਨਾਂ ਦਾ ਜਿਹੜੀ ਪਬਲਿਕ ਡੋਮੇਨ 'ਚ ਨਹੀਂ ਹੈਗਾ? ਕਿਹੜਾ ਸਵਾਲ ਇਹਦਾ ਅੰਦਰ ਕਰਨਾ ਚਾਹੁੰਦੇ ਆ? ਔਰ ਮੈਂ ਤੁਹਾਨੂੰ ਸਾਫ਼ ਇਹ ਗੱਲ ਕਹਿ ਰਿਹਾ ਕਿ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ। ਇਹ ਨਾਟਕ ਹੈ, ਇਹ ਨਾਟਕਬਾਜ਼ੀ ਕਰਦੇ ਰਹਿਣ। ਫਲੋਰ ਟੈਸਟ ਤਾਂ ਨਹੀਂ ਹੋਏਗਾ ਅੱਜ? ਭਾਈ ਇਹ ਕਾਹਦਾ ਫਲੋਰ ਟੈਸਟ? ਇਹਨਾਂ ਦਾ ਆਪਣਾ ਟੈਸਟ ਹੋਣ ਵਾਲਾ ਸਾਰਿਆਂ ਦਾ। ਇਹ ਆਪਣੀ ਹਵਾ ਨਿਕਲੀ ਪਈ ਇਹਨਾਂ ਦੀ। ਸੈਸ਼ਨ ਲੰਬਾ ਕਰਨ ਦੀ ਮੰਗ ਕਰ ਰਹੇ ਸੀ। ਇਹ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕੋਈ ਸਵਾਲ ਹੈ ਹੀ ਨਹੀਂ ਅੰਦਰ ਜਿਹੜਾ ਇਹਨਾਂ ਨੇ ਕਰਨਾ, ਜਿਹੜਾ ਬਾਹਰ ਨਹੀਂ ਕੀਤਾ ਹੋਏ।
ਤਾਂ ਪਵਨ ਕੁਮਾਰ ਟੀਨੂ ਹੋਰਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿਸ ਤਰੀਕੇ ਦੇ ਨਾਲ, ਕਿਉਂਕਿ ਅਕਾਲੀ ਦਲ ਤਾਂ ਤਖਤੀਆਂ ਲੈ ਕੇ ਆ ਗਿਆ ਹੈ। ਟੀਨੂ ਸਾਹਿਬ ਇਹ ਕਾਹਦੀਆਂ ਤਖਤੀਆਂ ਤੁਸੀਂ ਫੜੀਆਂ ਹੋਈਆਂ ਹੱਥ ਵਿੱਚ? ਇਹ ਕਾਹਦੀਆਂ ਤਖਤੀਆਂ ਫੜੀਆਂ ਹੋਈਆਂ? ਕਾਹਦਾ ਵਿਰੋਧ ਕੀਤਾ ਜਾ ਰਿਹਾ ਹੈ? ਘਰ ਘਰ ਨੌਕਰੀ ਦੇਣ ਦੇ ਵਾਅਦੇ ਪੂਰੇ ਕਰੋ, ਕਾਹਦਾ ਰੋਜ਼? ਅਸੀਂ ਦਾ ਵੀ ਜਿਹੜਾ ਦੱਸਿਆ ਹੋਇਆ ਰਸਤਾ ਉਹ ਇਹ ਹੈ ਕਿ ਲੋੜਵੰਦਾਂ ਦੀ, ਦਬਲਿਆਂ ਕੁਚਲਿਆਂ ਦੀ, ਕਿਸਾਨ ਭਰਾਵਾਂ ਦੀ, ਜਿਨ੍ਹਾਂ ਨੂੰ ਹੁਕਮਰਾਨ ਜਿਨ੍ਹਾਂ ਨਾਲ ਧੱਕਾ ਕਰ ਰਹੇ ਆ, ਬੇਇਨਸਾਫੀ ਕਰ ਰਹੇ ਆ, ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਸਮਝਾਇਆ, ਦਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਐਡੀ ਵੱਡੀ ਸ਼ਹਾਦਤ ਦਿੱਤੀ ਸੀ ਹੱਕ ਸੱਚ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਹੁਕਮਰਾਨਾਂ ਔਰੰਗਜ਼ੇਬ ਵਰਗਿਆਂ ਦੇ ਦੰਦ ਖੱਟੇ ਕੀਤੇ ਸੀ। ਅੱਜ ਦੇ ਹੁਕਮਰਾਨ ਕਾਂਗਰਸ ਪਾਰਟੀ ਵੀ ਉਸੇ ਲੀਆਂ ਤੇ ਚੱਲੀ ਆ, ਔਰੰਗਜ਼ੇਬ ਵਾਲੀ ਤੇ। ਕਿਸਾਨਾਂ ਦੇ ਨਾਲ ਧੱਕੇਸ਼ਾਹੀ, ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ ਦੇ ਕੋਈ ਚਰਚਾ ਨਹੀਂ, ਕਿਸਾਨ ਖੁਦਕੁਸ਼ੀ ਨੂੰ, ਪਰਿਵਾਰਾਂ ਨੂੰ ਨੌਕਰੀ ਦੇਣਾ, 10 ਲੱਖ ਮਦਦ ਦੇਣੇ ਉੱਤੇ ਬਾਰੇ ਕੋਈ ਚਰਚਾ ਨਹੀਂ। ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਮਾਨ ਯੋਧਿਆਂ ਦੇ ਪਰਿਵਾਰਾਂ ਦੇ ਬਾਰੇ 602 ਜਾਂ 3 ਪਰਿਵਾਰ ਹੋ ਗਏ, ਕੱਲੇ ਨੂੰ ਨੌਕਰੀ ਦੇਣ ਦਾ ਕੋਈ ਪ੍ਰਬੰਧਨ ਨਹੀਂ। ਇਸੇ ਤਰ੍ਹਾਂ ਮੁਲਾਜ਼ਮ ਵੀਰ, ਨੌਜਵਾਨ ਪੀੜ੍ਹੀ ਘਰ ਘਰ ਨੌਕਰੀ ਲਈ ਜਿਹੜੀ ਜਿਨ੍ਹਾਂ ਨਾਲ ਵਾਅਦਾ ਹੋਇਆ ਸੀ, ਗੁਰੂ ਸਾਹਿਬ ਦੀ ਸਾਬੂ ਕੀ ਤਲਵੰਡੀ ਪਵਿੱਤਰ ਧਰਤੀ ਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਜੋ ਵਾਅਦਾ ਕੀਤਾ ਸੀ, ਉਹਨਾਂ ਨੂੰ ਨੌਕਰੀ ਮੰਗਣ ਜਾਂਦੇ ਆ, ਉਹਨਾਂ ਨੂੰ ਕੁੱਟ ਪੈਂਦੀ ਆ। ਸਾਡੀ ਧੀਆਂ ਭੈਣਾਂ ਦੇ ਨਾਲ ਬਦਸਲੂਕੀ, ਲਾਅ ਐਂਡ ਆਰਡਰ ਦੇ ਬੁਰੇ ਹਾਲ, ਔਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਕੇ, ਟੋਰਪੀਡੋ ਕਰਕੇ, ਭਾਜਪਾ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਰਲ ਕੇ ਉਹੋ ਜਿਹਾ ਮਾਹੌਲ ਪੰਜਾਬ 'ਚ ਬਣਾਉਣਾ ਜੋ 84 ਵੇਲੇ ਸੀ, ਤਰੀਕੇ ਨਾਲ ਰਾਸ਼ਟਰਪਤੀ ਰਾਜ ਇੱਥੇ ਲੈ ਕੇ ਆਉਣਾ, ਇਹ ਸਾਰੀਆਂ ਸਾਜ਼ਿਸ਼ਾਂ ਦੇ ਅਸੀਂ ਚਰਚਾਵਾਂ ਚਾਹੁੰਦੇ ਆ। ਚਾਹੇ ਉਹ ਐਸਸੀ ਮੁੱਦੇ ਆ, ਚਾਹੇ ਉਹ ਬਿਜਲੀ ਜਿਹੜਾ ਇਹ ਕਹਿੰਦੇ 3 ਰੁਪਏ ਦੇਣੀ ਹੈ ਤੇ ਦਿਓ, ਝੂਠ ਨਾ ਬੋਲੋ। ਇਸ ਲਈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਡ-ਅੱਡ ਮੁੱਦੇ ਜਿਹੜੇ ਅਸੀਂ ਲੈ ਕੇ ਆਏ ਆ ਕਿ ਅੱਜ ਦਾ ਦਿਨ ਠੀਕ ਹੈ, ਮਗਰ ਕੱਲ ਤੋਂ ਚਰਚਾਵਾਂ ਵੱਖ-ਵੱਖ ਮੁੱਦਿਆਂ ਤੇ ਕੀਤੀ ਜਾਵੇ, ਔਰ 84 ਵਾਲੇ ਹਾਲਾਤ ਨਾ ਬਣਨ ਕਿ ਸੈਂਟਰ ਨਾਲ ਰਲ ਕੇ ਜੋ ਕਾਂਗਰਸ ਖੇਡ ਰਹੀ ਹੈ ਔਰ ਇੱਕ ਦਿਖਾ ਰਹੀ ਹੈ, ਕਦੇ ਟਿਫਨ ਬੰਬ, ਕਦੇ ਗ੍ਰਨੇਡ, ਕਦੇ ਡਰੋਨ, ਕਦੇ ਕੁਛ, ਇਹ ਸਾਰਾ ਮਾਹੌਲ ਬਣਾ ਕੇ ਕਹਿਣ ਕਿ ਨਹੀਂ ਜੀ ਹੁਣ ਤਾਂ ਇੱਥੇ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ। ਫਿਰ ਉਹ ਤਾਂ ਜੋ ਦਿੱਲੀ ਚਾਹੁੰਦੀ ਹੈ ਉਸ ਗੱਲ ਤੇ ਤਾਂ ਫਿਰ ਕਾਂਗਰਸ ਖੇਡਣ ਲੱਗ ਗਈ ਹੈ। ਔਰ ਲੜਾਈ ਦਿੱਲੀ ਨਾਲ ਹੈ ਕਾਲੇ ਕਾਨੂੰਨਾਂ ਦੇ ਖਿਲਾਫ। ਇੱਥੇ ਭਰਾ ਮਾਰੂ ਜੰਗ ਜਿਹੜੀ ਬੜੀ ਸਾਜ਼ਿਸ਼ ਤਹਿਤ ਸ਼ੁਰੂ ਹੋਈ ਆ, ਉਸ ਤੋਂ ਵੀ ਬਚਣ ਦੀ ਲੋੜ ਹੈ। ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਹਿਬਾਨਾਂ ਦਾ ਇਹ ਵਿਚਾਰ ਹੈ ਜੋ ਅਸੀਂ ਅੱਜ ਦਾ ਦਿਨ ਨੂੰ ਅਸੀਂ ਸਵਾਗਤ ਕਰਦੇ ਹਾਂ, ਅਸੀਂ ਸਮਰਪਿਤ ਹਾਂ, ਮਗਰ ਨਾਲ ਹੀ ਗੁਰੂ ਸਾਹਿਬ ਦਾ ਜੋ ਦੱਸਿਆ ਹੋਇਆ ਰਸਤਾ ਉਹ ਵੀ ਅਸੀਂ ਚਾਹੁੰਦੇ ਹਾਂ, ਉਸ ਤੇ ਵੀ ਪੈਰਾ ਦੇਣਾ ਸਭ ਦਾ ਫਰਜ਼ ਬਣਦਾ। ਸੈਸ਼ਨ ਜਦ ਅੱਜ ਸੱਦ ਲਿਆ ਤੇ ਅੱਜ ਕਿਉਂ ਨਹੀਂ ਵਧਾਉਣਾ ਚਾਹੀਦਾ? ਅਗਲਾ ਦਿਨ ਅਕਲ ਦਾ ਦਿਨ, ਬਾਕੀ ਚਰਚਾਵਾਂ ਲਈ 15 ਦਿਨ ਬੁਲਾਓ ਸੈਸ਼ਨ, ਚਰਚਾਵਾਂ ਕਰੋ ਹਰ ਇਕੱਲੇ ਮੁੱਦੇ ਤੇ। ਦੇਖੋ ਇੱਕ ਗੱਲ ਸਪਸ਼ਟ ਹੈ, ਕਾਂਗਰਸ ਵੱਲੋਂ ਵੀ ਵਿਪ ਤੇ ਆਪ ਵੱਲੋਂ ਵੀ ਵਿਪ। ਇਹ ਤੋਂ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਪੁਰਬ ਦਾ ਕਿੰਨਾ ਸਤਿਕਾਰ ਹੈ। ਗੁਰੂ ਤੋਂ ਇਹ ਕਿੱਡੇ ਬੇਮੁਖ ਨੇ, ਗੁਰੂ ਤੋਂ ਇੰਨੇ ਦੂਰ ਹੈ। ਜੇ ਇਸ ਪੁਰਬ ਵਾਸਤੇ ਵੀ ਵਿਪ ਦੀ ਲੋੜ ਪੈ ਗਈ, ਇਹ ਤੋਂ ਹੀ ਪਤਾ ਲੱਗਦਾ ਕਿ ਜਿਹੜੀ ਹਰਮੰਦਰ ਸਾਹਿਬ ਤੇ ਅਟੈਕ ਕਰਾਉਣ ਵਾਲੀ ਜਿਹੜੀ ਗਾਂਧੀ ਪਰਿਵਾਰ ਦੀ ਰੂਹ ਆ, ਕਿਤੇ ਨਾ ਸਾਰਿਆਂ 'ਚ ਜਾਗ ਨਾ ਪਵੇ, ਤਦੇ ਰੌਲਾ ਪਾਉਂਦੇ ਫਿਰਦੇ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਵੀ ਅੰਦਰ ਹੋਣਗੇ ਤਾਂ ਕੀ ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ? ਨਹੀਂ, ਉਹ ਮੈਂ ਤਾਂ ਅਪੀਲ ਕਰਦਾ ਉਹਨਾਂ ਨੂੰ ਕਿ ਇਹ ਕਹਿੰਦੇ ਸੀ ਸੈਸ਼ਨ ਵਧਾਉਣਾ ਚਾਹੀਦਾ, ਔਰ ਜੇ ਬਹੁਮਤ ਤੁਹਾਡੇ ਨਾਲ ਹੈ ਤੁਸੀਂ ਲਿਆਓ ਮਤਾ, ਨੋ ਕੌਨਫੀਡੈਂਸ ਮੋਸ਼ਨ ਲਿਆਓ ਸਰਕਾਰ ਦੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ, ਅਸੀਂ ਨਾਲ ਸਾਥ ਦੇਵਾਂਗੇ। ਔਰ ਇਸ ਲਈ ਦੇਵਾਂਗੇ ਕਿਉਂਕਿ ਤੁਸੀਂ ਕਿਹਾ 3 ਰੁਪਏ ਬੱਤੀ ਹੋਊ, ਤੁਸੀਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਹੋਣਗੇ, ਘਰ ਘਰ ਨੌਕਰੀ ਦਿੱਤੀ ਜਾਊਗੀ, ਤੇ ਜੇ ਤੁਸੀਂ ਇਹ ਕੰਮ ਪੂਰਾ ਕਰ ਸਕਦੇ ਹੋ, ਅਸੀਂ ਭਾਵੇਂ ਵਿਰੋਧੀ ਹਾਂ ਮਗਰ ਅਸੀਂ ਇਸ ਕੰਮ ਤੇ ਠੋਕੋ ਤਾਲੀ ਦਾ ਸਾਥ ਦੇਣ ਨੂੰ ਤਿਆਰ। ਠੋਕੋ ਤਾਲੀ ਦਾ ਠੋਕ ਕੇ ਸਾਥ ਦੇਵਾਂਗੇ, ਭਾਵੇਂ ਇਹਦੇ ਆਪ ਦੇ ਦੇਣ ਨਾ ਦੇ। ਉਹਨਾਂ ਨੂੰ ਇਹ ਵੀ ਬੇਨਤੀ ਹੈ, ਸਾਰੇ ਆ ਟੀਨੂ ਜੀ ਦੱਸ ਰਹੇ ਸੀ ਆ ਗਲ 'ਚ ਪਤਾ ਨਹੀਂ ਕੀ ਕੁਝ ਪਾਇਆ ਉਹ ਸਟਾਫ ਥੱਲੇ, ਉਹ ਵੀ ਜਰਾ ਦਰਸ਼ਨ ਕਰਾ ਦੇਣ, ਕਪਤਾਨ ਨੂੰ
ਠੋਕਣ ਦੀ ਕੀ ਕੁਝ ਇੱਥੇ ਬੰਨੀ ਫਿਰਦੇ ਆ ਉਹਦਾ ਵੀ ਪਤਾ ਲੱਗ ਜੇ। ਫਲੋ ਟੈਸਟ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ? ਹਾਂਜੀ ਹੈ ਫਲੋਰ ਟੈਸਟ ਦੀ ਮੰਗ ਤਾਂ ਠੋਕੋ ਤਾਲੀ ਕਰੇ, ਨਹੀਂ ਤਾਂ ਬੇਨਕਾਬ ਨੇ ਸਾਰੇ। ਔਰ ਚਾਰੇ ਵਜ਼ੀਰ ਜਿਹੜੇ ਕਹਿੰਦੇ ਸਾਨੂੰ ਭਰੋਸਾ ਨਹੀਂ ਕਪਤਾਨ ਤੇ ਫਿਰ ਅੰਦਰ ਕੀ ਕਰਨਗੇ? ਅੱਜ ਤੁਹਾਡੇ ਚਿਹਰੇ ਨੰਗੇ ਹੋਣਗੇ ਜੇ ਰਲ ਕੇ ਖੇਡੋਗੇ। ਇਸ ਲਈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਅੱਜ, ਤੇ ਮੈਂ ਸਹਿਮਤ ਰਹੂੰਗਾ। ਅੱਜ ਵੀ ਕੁਝ ਕਿਸਾਨ ਆਏ ਹਨ ਬਾਹਰ, ਵਿਧਾਨ ਸਭਾ ਚ ਵੀ ਗੱਲ ਹੋਣੀ ਚਾਹੀਦੀ ਕਿਸਾਨਾਂ ਮੁੱਦਿਆਂ ਦੀ। ਕਿਸਾਨ ਕੁਝ ਬਾਹਰ ਆਏ ਹਨ ਵਿਧਾਨ ਸਭਾ। ਅਸੀਂ ਤਾਂ ਆਪ ਕਹਿੰਦੇ ਆ ਜੀ, ਸਾਰੇ ਮੁੱਦੇ ਡਿਸਕਸ਼ਨ ਅੱਜ ਕਿਵੇਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਉਹ ਵੀ ਡਿਸਕਸ ਹੋਣਾ ਚਾਹੀਦਾ। ਥੈਂਕ ਯੂ। ਵਿਕਰਮ ਮਜੀਠੀਆ ਸਿੱਧੇ ਤੌਰ ਤੇ ਮੰਗ ਕਰ ਰਹੇ ਨੇ ਕਿ ਸੈਸ਼ਨ ਆ ਜਿਹੜਾ ਉਹ ਘੱਟੋ ਘੱਟ 15 ਦਿਨ ਦਾ ਬੁਲਾਇਆ ਜਾਵੇ। ਕਿਉਂ ਲੋਕ ਮੁੱਦਿਆਂ ਤੇ ਸਰਕਾਰ ਚੁੱਪ ਹੈ? ਕਿਉਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਭੱਜ ਰਹੀ ਆ? ਸਾਰੇ ਮੁੱਦਿਆਂ ਤੇ ਸਰਕਾਰ ਜਵਾਬ ਦੇਵੇ। ਕਰ ਨੌਕਰੀ ਦਾ ਵਾਅਦਾ ਸੀ, ਹੋਰ ਵੱਡੇ ਕਿਤੇ ਇਹ ਨਾ ਹੋਵੇ ਕਿ ਇੱਕ ਦਿਨ ਦਾ ਅੱਜ ਸੈਸ਼ਨ ਬੁਲਾ ਕੇ ਗੁਰੂ ਸਾਹਿਬ ਨੂੰ ਸਮਰਪਿਤ ਕਰਕੇ ਤੇ ਬਾਕੀ ਜਿਹੜੇ ਲੋਕਾਂ ਨੇ ਸਾਨੂੰ ਕਿਰਤ ਕਰਮ ਜੋ ਕਰਨ ਲਈ ਲਾਇਆ ਕਿ ਲੋਕਾਂ ਦੇ ਮੁੱਦੇ ਮਸਲੇ ਚੱਕੋ ਤੇ ਹੱਲ ਕਰੋ, ਉਹ ਮੁੜ ਕੇ ਦੁਬਾਰਾ ਡਿਸਕਸ਼ਨ ਹੀ ਨਾ ਹੋਣ। ਅਸੀਂ ਚਾਹੁੰਦੇ ਸੀ ਕਿ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਹੈ। ਪਹਿਲੇ ਦਿਨ ਸਮਰਪਿਤ ਹੋ ਜੋ ਗੁਰੂ ਸਾਹਿਬ ਨੂੰ, ਉਸ ਤੋਂ ਮਗਰੋਂ ਸਮਰਪਿਤ ਹੋ ਜੋ ਲੋਕਾਂ ਨੂੰ। ਅਕਾਲੀ ਦਲ ਪ੍ਰਦਰਸ਼ਨ ਕਰ ਰਿਹਾ, ਤੁਹਾਡੇ ਵੱਲੋਂ ਕੋਈ ਪ੍ਰਦਰਸ਼ਨ ਕੀਤਾ ਜਾਏਗਾ? ਨਹੀਂ, ਅੱਜ ਅਸੀਂ ਇਸ ਤਰੀਕੇ ਦਾ ਪਾਰਟੀ ਵੱਲੋਂ ਕੋਈ ਪ੍ਰਦਰਸ਼ਨ ਪਲਾਨ ਨਹੀਂ ਕੀਤਾ ਗਿਆ ਜੀ। ਵਿਪ ਕਿਉਂ ਜਾਰੀ ਕਰਨਾ ਪਿਆ? ਵਿਪ ਪਾਰਟੀ ਨੂੰ ਕਿਉਂ ਜਾਰੀ ਕਰਨਾ ਪਿਆ? ਚੀਫ ਵਿਪ ਖੜੇ ਨੇ ਜੀ, ਇਹਨਾਂ ਤੋਂ ਪੁੱਛੋ। ਅਸੀਂ ਤਾਂ ਵਿਪ ਜਾਰੀ ਹੋਵੇ ਨਾ ਜਾਰੀ ਹੋਵੇ, ਇਸ ਤਾਂ ਪਹੁੰਚ ਹੀ ਜਾਣਾ ਹੁੰਦਾ। ਕੀ ਰੁਖ ਰਹੇਗਾ ਹੁਣ ਆਮ ਆਦਮੀ ਪਾਰਟੀ ਦਾ? ਅੰਦਰ ਤੁਸੀਂ ਸਪੀਚ ਦਿਓਗੇ? ਅੰਦਰ ਤੁਹਾਡਾ ਕੀ? ਨਹੀਂ, ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਜੀ, ਹਜੇ ਬਿਜ਼ਨਸ ਹੀ ਸਾਨੂੰ ਦੱਸਿਆ ਨਹੀਂ ਗਿਆ ਹੈਗਾ। ਜਿੱਥੇ ਤੱਕ ਟੈਂਟੇਟਿਵ ਜਿਹਾ ਪਤਾ ਲੱਗਿਆ ਸੀਗਾ ਕਿ ਸਾਰਾ ਬਿਜ਼ਨਸ, ਚਾਹੇ ਉਹ ਕੁਐਸਚਨ ਆ ਰਿਹਾ, ਚਾਹੇ ਲੋਕਾਂ ਦੇ ਮੁੱਦੇ ਮਸਲੇ ਡਿਸਕਸ ਕਰਨ ਦੇ ਲਈ ਸਵਾਲ ਜਵਾਬ ਨੇ, ਚਾਹੇ ਕਾਲ ਅਟੈਂਸ਼ਨ ਮੋਸ਼ਨਾਂ ਨੇ, ਚਾਹੇ ਜਿਹੜੇ 3 ਪ੍ਰਾਈਵੇਟ ਮੈਂਬਰ ਬਿੱਲ ਜਿਹੜੇ ਮੈਂ ਲਾਏ ਸੀਗੇ ਉਹ ਸਾਰੇ ਇਹਨਾਂ ਨੇ ਰੱਦ ਕਰ ਦਿੱਤਾ। ਤੇ ਸਿਰਫ ਔਰ ਸਿਰਫ ਕਹਿੰਦੇ ਅੱਜ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ, ਉਹ ਚੰਗੀ ਗੱਲ ਹੈ, ਕਰਨਾ ਚਾਹੀਦਾ, ਸਾਰਿਆਂ ਨੂੰ ਕਰਨਾ ਚਾਹੀਦਾ, ਪਰ ਐਟਲੀਸਟ 15 ਦਿਨ ਹੋਰ ਹੋਣੇ ਚਾਹੀਦੇ ਸੀਗੇ ਤਾਂ ਕਿ ਲੋਕਾਂ ਦੇ ਮੁੱਦੇ। ਮੰਤਰੀ ਕਹਿ ਰਹੇ ਕਿ ਅੱਗੋਂ ਵੱਖਰੇ ਤੌਰ ਤੇ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਏਗਾ। ਅੱਜ ਕੀ ਬਿੱਲੀ ਛਿੱਕ ਗਈ ਸੀਗੀ ਜਿਹਨਾਂ ਨੂੰ ਅੱਜ ਤੋਂ ਕੰਟੀਨਿਊ ਕਰ ਲੈਂਦੇ 15 ਦਿਨ ਵਾਸਤੇ? ਇਹ ਸਿਰਫ ਔਰ ਸਿਰਫ ਡਰਾਮੇ ਨੇ, ਝੂਠ ਬੋਲ ਰਹੇ ਨੇ, ਹੋਰ ਕੁਝ ਨਹੀਂ ਕਰ ਰਹੇ। ਕਿਸਾਨ ਬਾਹਰ ਪ੍ਰਦਰਸ਼ਨ ਕਰ ਰਹੇ, ਮਾਲਿਕਾਨਾ ਹੱਕ ਦਿੱਤਾ ਜਾਵੇ। ਨਹੀਂ, ਉਹ ਤਾਂ ਕਰ ਹੀ ਰਹੇ ਨੇ ਜੀ ਲੰਬੇ ਸਮੇਂ ਤੋਂ, ਪਰ ਸਵਾਲ ਇਹ ਹੈ ਕਿ ਹਜੇ ਤੱਕ ਉਹਨਾਂ ਦੀ ਸੁਣਵਾਈ ਨਾ ਉੱਥੇ ਦਿੱਲੀ ਦੇ ਵਿੱਚ ਹੋ ਰਹੀ ਹੈ, ਨਾ ਪੰਜਾਬ ਦੇ ਵਿੱਚ ਹੋ ਰਹੀ ਹੈ। ਸੋ ਇਸ ਕਰਕੇ ਅੱਜ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਬੱਤਰ ਬਣਦੇ ਜਾ ਰਹੇ ਨੇ। ਔਰ ਜਿਸ ਤਰੀਕੇ ਦੇ ਨਾਲ ਵਾਇਲੈਂਸ ਸ਼ੁਰੂ ਹੁੰਦੀ ਜਾ ਰਹੀ ਹੈ, ਮਾਹੌਲ ਸਟੇਟ ਦਾ ਵਿਗੜਦਾ ਜਾ ਰਿਹਾ, ਸਾਨੂੰ ਤਾਂ ਖਦਸ਼ਾ ਹੀ ਲੱਗਦਾ ਹੈ ਕਿ ਕਿਤੇ ਇਹ ਬੀਜੇਪੀ ਔਰ ਅਕਾਲੀ ਦਲ ਦੀ ਸਾਂਝੀ ਪਲਾਨਡ ਸਟ੍ਰੈਟਜੀ ਤਾਂ ਨਹੀਂ ਨਾ ਹੈਗੀ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਦਿਓ ਔਰ ਕਿ ਮਾੜਾ ਜਿਹਾ ਨਿਊਜ਼ 18 ਤੇ ਚੰਗੀ ਤਰ੍ਹਾਂ ਚਲਾ ਦਿਓ। ਕੈਪਟਨ ਸਾਹਿਬ ਦੇ ਘਰੇ ਵੀ ਸ਼ਾਇਦ ਪੂਰੇ ਹੋ ਜਾਣਾ। ਤਾਂ ਕਹਿੰਦੇ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਿਸ ਨੇ ਕਰਨੇ ਆ, ਇਸੇ ਲਈ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਵਿਕਰਮ ਮਜੀਠੀਆ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਔਰ ਵੱਖ-ਵੱਖ ਆਗੂ ਅਕਾਲੀ ਦਲ ਦੇ NK ਸ਼ਰਮਾ ਇੱਥੇ ਮੌਜੂਦ ਨੇ। ਸ਼ਰਮਾ ਜੀ, ਕੀ ਲੱਗਦਾ ਹੈ ਕਿ ਸੈਸ਼ਨ ਇਸ ਤਰ੍ਹਾਂ ਵਧੇਗਾ? ਤੁਸੀਂ ਪਹਿਲਾਂ ਮੰਗ ਕੀਤੀ, ਸਪੀਕਰ ਸਾਹਿਬ ਨੂੰ ਅਪਰੋਚ ਕੀਤਾ ਸੀ ਕਿ ਵਧਾਇਆ ਜਾਵੇ ਸੈਸ਼ਨ। ਸਪੀਕਰ ਸਾਹਿਬ ਤਾਂ CM ਸਾਹਿਬ ਦੇ ਤਰਲੇ ਕਰ ਰਹੇ ਆ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਏ। ਤੁਸੀਂ ਦੇਖੋ ਵੀ ਉਦੋਂ ਆਪਣੇ ਮੰਤਰੀ ਪਦ ਲੈਣ ਵਾਸਤੇ ਦੂਸਰੇ ਪਾਸੇ ਆ। ਅੱਜ ਦੇ ਸੈਸ਼ਨ ਦਾ ਅਸੀਂ ਵੈਲਕਮ ਕਰਦੇ ਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਨਿਵਾਉਂਦੇ ਆ, ਉਹਨਾਂ ਵਾਸਤੇ ਅਸੀਂ ਅਟੈਂਡ ਕਰਨ ਆਏ ਆ। ਪਰ ਤੁਸੀਂ ਅੱਜ ਦੇਖੋ ਵੀ ਕਾਂਗਰਸ ਤੇ ਆਪ ਨੂੰ ਆਪਣੇ MLA ਤੇ ਕੌਨਫੀਡੈਂਸ ਨਹੀਂ, ਉਹਨਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਉਹਨਾਂ ਨੂੰ ਆਪਣੇ MLA ਨੂੰ ਵਿਧਾਨ ਸਭਾ 'ਚ ਲਿਆਉਣ ਵਾਸਤੇ ਵਿਪ ਜਾਰੀ ਕਰਨਾ ਪਿਆ। ਮਤਲਬ ਜ਼ਬਰਦਸਤੀ MLA ਨੂੰ ਬੁਲਾ ਰਹੇ ਆ। ਅਸੀਂ ਤਾਂ ਸਿਰਫ ਬੇਨਤੀ ਕਰਦੇ ਆ ਵੀ ਅੱਜ ਦੇ ਸੈਸ਼ਨ ਦਾ ਸਵਾਗਤ ਆ। ਕੱਲ ਤੋਂ ਉਹ ਸੈਸ਼ਨ ਐਕਸਟੈਂਡ ਕਰਕੇ ਘਰ ਨੌਕਰੀ ਦੀ ਗੱਲ ਕਰਨ, 90,000 ਕਰੋੜ ਰੁਪਏ ਕਰਜ਼ਾ ਮਾਫੀ ਦੀ ਗੱਲ ਕਰਨ, ਆਟਾ ਦਾਲ ਨਾਲ ਘਿਓ ਚਾਹ ਚੀਨੀ ਦੀ ਗੱਲ ਜਿਹੜੀ ਉਹ ਕਰਨ, ਲਾ ਐਂਡ ਆਰਡਰ, ਗੈਂਗਸਟਰ ਜਿਹੜੇ ਜੱਗੂ ਭਗਵਾਨਪੁਰੀਏ ਵਰਗੇ ਜੇਲ੍ਹਾਂ 'ਚ ਬੈਠ ਕੇ ਗੈਂਗਸਟਰ ਚਲਾ ਰਹੇ ਆ, ਫਰੋਤੀਆਂ ਮੰਗ ਰਹੇ ਆ, ਲਾ ਐਂਡ ਆਰਡਰ ਦੀ ਪ੍ਰੋਬਲਮ ਆ। ਉਹ ਪ੍ਰੋਬਲਮਾਂ ਜਿਹੜੀਆਂ ਸਰਕਾਰ ਡਿਸਕਸ ਕਰੇ, ਕੱਲ ਤੋਂ ਬਾਅਦ ਸੈਸ਼ਨ ਐਕਸਟੈਂਡ ਕਰੇ 5-6 ਦਿਨ ਦਾ। ਤਾਂ ਅੱਜ ਲੱਗਦਾ ਤੁਹਾਨੂੰ ਕਿ ਤੁਹਾਡੀ ਸੁਣਵਾਈ ਹੋਏਗੀ? ਲੱਗਦਾ ਹੈ ਕਿ ਕਿਉਂਕਿ ਹਾਲਾਂਕਿ ਇੱਕ ਤਰ੍ਹਾਂ ਸੰਕੇਤ ਦਿੱਤੇ ਗਏ ਕਿ 15 ਦਿਨ ਦਾ ਸੈਸ਼ਨ ਬਾਅਦ ਚ ਬੁਲਾਇਆ ਜਾ ਸਕਦਾ, 15 ਤਰੀਕ ਤੋਂ ਬਾਅਦ। ਇੱਕ ਬੇਨਤੀ ਸੁਣੋ ਨਾ ਜੀ, MLA ਕਿਸ ਪਲੇਟਫਾਰਮ ਤੇ ਆਪਣੀ ਗੱਲ ਰੱਖੋ? ਸਰਿਆਮ ਘਪਲੇ ਹੋ ਰਹੇ ਆ, ਗੈਂਗਸਟਰ ਵੱਧ ਰਹੇ ਆ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਅਸੀਂ ਤਾਂ ਸੈਸ਼ਨ 'ਚ ਹੀ ਗੱਲ ਕਰਨੀ ਹੁੰਦੀ ਆ। ਸੈਸ਼ਨ ਕੱਲ ਤੋਂ ਬਾਅਦ ਐਕਸਟੈਂਡ ਕਰ ਦੇਣ, ਕਰੋੜਾਂ ਰੁਪਏ ਦਾ ਖਰਚਾ ਹੋ ਰਿਹਾ, ਤੁਸੀਂ ਸੈਸ਼ਨ ਐਕਸਟੈਂਡ ਕਰ ਦਿਓ। ਉਸ ਵਾਸਤੇ ਬੇਨਤੀ ਕਰਦੇ ਆ ਵੀ ਅੱਜ ਤੋਂ ਬਾਅਦ, ਕੱਲ ਤੋਂ ਬਾਅਦ ਸੈਸ਼ਨ ਨੂੰ ਐਕਸਟੈਂਡ ਕਰ ਲਓ। ਤਾਂ ਸੈਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਜਿਹੜੇ ਵਿਧਾਇਕ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਮੀਤ ਹੇਰ ਇੱਥੇ ਮੌਜੂਦ ਨੇ, ਪਿੱਛੇ ਕੁਲਤਾਰ ਸੰਧਵਾ ਮੌਜੂਦ ਨੇ। ਮੀਤ ਹੇਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਕਿ ਅੱਜ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਗੁਰੂ ਸਾਹਿਬ ਨੂੰ ਸਮਰਪਿਤ ਇਹ ਸੈਸ਼ਨ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਨੂੰ ਸਮਰਪਿਤ ਸਪੈਸ਼ਲ ਸੈਸ਼ਨ ਹੈ ਜਿਹੜਾ
ਉਹ ਰੱਖਿਆ ਗਿਆ ਔਰ ਇਸ ਸੈਸ਼ਨ ਤੋਂ ਬਾਅਦ ਕਿਹਾ ਗਿਆ ਸੀ ਕਿ ਵੱਖਰਾ ਸੈਸ਼ਨ ਇੱਕ ਬੁਲਾ ਲਿਆ ਜਾਵੇਗਾ ਤਾਂ ਕਿ ਬਾਕੀ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ। ਇਸ ਤਰ੍ਹਾਂ ਦੇ ਸੰਕੇਤ ਦਿੱਤੇ ਗਏ ਸੀ। ਜੀ ਗੌਰਵ, ਆਮ ਆਦਮੀ ਪਾਰਟੀ ਦੇ ਵਿਧਾਇਕ ਇੱਥੇ ਮੌਜੂਦ ਨੇ, ਮੀਤ ਹੇਅਰ ਮੌਜੂਦ ਨੇ, ਕੁਲਤਾਰ ਸੰਧਵਾ ਮੌਜੂਦ ਨੇ, ਅਮਰਜੀਤ ਸੰਧਵਾ ਮੌਜੂਦ ਨੇ। ਹਾਲਾਂਕਿ ਸਾਡੇ ਦੂਜੇ ਸਾਥੀਆਂ ਦੇ ਨਾਲ ਉਹ ਗੱਲ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। ਕਾਂਗਰਸ ਦਾ ਜਿਹੜਾ ਕੋਈ ਅੰਦਰੂਨੀ ਮਸਲਾ ਹੋ ਸਕਦਾ ਜੀ ਬਿਲਕੁਲ ਨਵਿੰਦਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਸਭ ਦੇ ਵਿਚਾਲੇ ਸਾਡੇ ਕੋਲ ਜੋ ਜਾਣਕਾਰੀ ਹੈ ਕਿ ਕਾਰਵਾਈ ਜੋ ਰਸਮੀ ਤੌਰ ਤੇ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ। ਮੀਤ ਹੇਅਰ ਕੀ ਕਹਿ ਰਹੇ ਨੇ ਉਹ ਵੀ ਸੁਣਦੇ ਅਸੀਂ ਜੀ ਪਹਿਲਾਂ ਵੀ ਕੀਤੀ ਹੈ, ਅੱਜ ਵੀ ਕਰਾਂਗੇ, ਕਿਉਂਕਿ ਸੈਸ਼ਨ ਜਿਹੜਾ ਉਹ ਐਕਸਟੈਂਡ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਲੋਕਾਂ ਦੇ ਬੜੇ ਜ਼ਰੂਰੀ ਮਸਲੇ ਜਿਹੜੇ ਪਿਛਲੇ 4.5 ਸਾਲ ਤੋਂ ਪੈਂਡਿੰਗ ਹੈ। ਅੱਜ ਸਾਰਾ ਪੰਜਾਬ ਤਾਂ ਧਰਨਿਆਂ ਤੇ ਬੈਠਾ। ਜੋ ਪਹਿਲਾਂ ਹਰਿਆਣੇ 'ਚ ਹੋਇਆ ਅੱਜ ਉਹ ਮੋਗੇ 'ਚ ਹੋ ਰਿਹਾ ਹੈਗਾ। ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਤੇ ਘੜੀਸਿਆ ਜਾ ਰਿਹਾ ਹੈਗਾ। ਸਾਰੇ ਪੰਜਾਬ ਦੇ ਮੁਲਾਜ਼ਮ ਬੇਰੁਜ਼ਗਾਰ ਸਾਰੇ ਧਰਨਿਆਂ ਤੇ ਆ। ਪੰਜਾਬ ਦੇ ਨੌਜਵਾਨ ਸਰਵਾਦ ਦੀਆਂ ਗੋਲੀਆਂ ਖਾ ਰਹੇ ਆ ਕਿ ਉਹਨਾਂ ਦੀ ਇੱਥੇ ਗੱਲ ਨਹੀਂ ਹੋਣੀ ਚਾਹੀਦੀ। ਜਿਹੜੇ ਪਟਵਾਰੀਆਂ ਦਾ ਯਾਰ ਪੇਪਰ 'ਚ 2,33,000 ਬੱਚਾ ਬਿਠਾਇਆ ਗਿਆ ਤੇ 1,090 ਪੋਸਟਾਂ ਭਰਤੀ ਕਰੀਆਂ ਗਈਆਂ ਤੇ 1700 ਪੋਸਟ ਹੁਣ ਜਿਹੜੀ ਖਾਲੀ ਰਹਿ ਗਈ ਉਹਦੇ 'ਚ ਜਿਹੜੇ ਰਿਟਾਇਰਡ ਪਟਵਾਰੀਆਂ ਉਹਨੂੰ ਰੱਖਿਆ ਜਾ ਰਿਹਾ। ਐਡਾ ਵੱਡੇ ਮਸਲੇ ਪੱਕੇ ਹੋਇਆ ਕਿ ਉਹਨਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਕਿ ਮੁਲਾਜ਼ਮਾਂ ਦੀ ਇੱਥੇ ਗੱਲ ਨਹੀਂ ਹੋਣੀ ਚਾਹੀਦੀ। ਸੋ ਅਸੀਂ ਇਸੇ ਕਰਕੇ ਕਹਿੰਦੇ ਆ ਵੀ ਲੱਖਾਂ ਰੁਪਈਆ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਇਹ ਸੈਸ਼ਨ ਬੁਲਾਏ ਜਾਂਦੇ ਆ। ਅਸੀਂ ਇਹੀ ਅੱਜ ਵੀ ਡਿਮਾਂਡ ਕਰਨੀ ਹੈ ਕਿ ਜਿਹੜਾ ਸੈਸ਼ਨ ਹੈ ਉਹ ਐਕਸਟੈਂਡ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਤੇ ਕੋਈ ਸਾਰਥਕ ਗੱਲਬਾਤ ਜਿਹੜੀ ਆ ਹੋ ਸਕੇ ਤੇ ਜਿਹੜਾ ਕੋਈ ਹੱਲ ਹੈ ਉਹ ਕੱਢਿਆ ਜਾ ਸਕੇ। ਤਾਂ ਦੋਨੇ ਪਾਸੋਂ ਸੈਸ਼ਨ ਵਧਾਉਣ ਦੀ ਮੰਗ ਹੋ ਰਹੀ ਹੈ ਗੌਰਵ, ਦੋਨੇ ਪਾਸੋਂ ਸੈਸ਼ਨ ਵਧਾਉਣ ਦੀ ਮੰਗ ਹੋ ਰਹੀ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਕਿਹਾ ਜਾ ਰਿਹਾ ਹੈ ਕਿ ਸੈਸ਼ਨ ਵਧਾਇਆ ਜਾਵੇ ਕਿਉਂਕਿ ਲੋਕਾਂ ਦੇ ਮੁੱਦਿਆਂ ਤੇ ਗੱਲ ਜਿਹੜੀ ਉਹ ਕੀਤੀ ਜਾ ਸਕੇ। ਕਾਂਗਰਸ ਵਿਧਾਇਕ ਸੁਸ਼ੀਲ ਰਿੰਕੂ ਸਾਡੇ ਨਾਲ ਨੇ। ਰਿੰਕੂ ਜੀ, ਵਿਰੋਧੀ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਸੈਸ਼ਨ ਵਧਾਉਣ ਦੀ ਮੰਗ ਕਰ ਰਹੇ ਨੇ। ਦੇਖੋ, ਜਿਹੜਾ ਰੈਗੂਲਰ ਮੌਨਸੂਨ ਸੈਸ਼ਨ ਹੈ ਇਹ ਵੀ ਜਿਹੜਾ ਰੈਗੂਲਰ ਮੌਨਸੂਨ ਸੈਸ਼ਨ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਦੀ ਪਲਾਨਿੰਗ ਹੋ ਚੁੱਕੀ ਹੈ। ਅੱਜ ਤਾਂ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400 ਸਾਲਾ ਜਿਹੜਾ ਜਨਮ ਦਿਹਾੜਾ ਆ ਰਿਹਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਪਰ ਵਿਰੋਧੀ ਕਹਿੰਦੇ ਨੇ ਕਿ ਸਰਕਾਰ ਭੱਜਣਾ ਚਾਹੁੰਦੀ ਹੈ ਲੋਕ ਮੁੱਦਿਆਂ ਤੋਂ। ਬਿਲਕੁਲ ਨਹੀਂ ਭੱਜਣਾ ਚਾਹੁੰਦੀ, ਥੋੜੇ ਦਿਨਾਂ ਦੇ ਵਿੱਚ ਉਹ ਵੀ ਸੈਸ਼ਨ ਆ ਰਿਹਾ। ਤਾਂ ਸੁਸ਼ੀਲ ਰਿੰਕੂ ਕਾਂਗਰਸ ਵਿਧਾਇਕ ਨੇ, ਸੱਤਾ ਧਿਰ ਦੇ ਵਿਧਾਇਕ ਨੇ ਦਾਅਵਾ ਕਰਕੇ ਗਏ ਨੇ ਕਿ ਇੱਕ ਹੋਰ ਸੈਸ਼ਨ ਜਲਦੀ ਬੁਲਾਇਆ ਜਾਣ ਦੀ ਤਿਆਰੀ ਹੈ ਔਰ ਉਸ ਦੇ ਵਿੱਚ ਲੋਕ ਮੁੱਦਿਆਂ ਦੀ ਗੱਲ ਹੋਵੇਗੀ। ਲੋਕਾਂ ਦੇ ਮੁੱਦੇ ਕਹਿੰਦੇ ਨੇ ਕਿ ਵਿਚਾਰੇ ਜਾਣਗੇ। ਹਾਂ, ਹਾਲਾਂਕਿ ਵਿਰੋਧੀ ਧਿਰਾਂ ਨੂੰ ਇਸ ਤੇ ਵੀ ਭਰੋਸਾ ਨਹੀਂ ਹੈ। ਅਕਾਲੀ ਦਲ ਕਹਿੰਦਾ, ਆਮ ਆਦਮੀ ਪਾਰਟੀ ਕਹਿੰਦੇ ਕਿ ਨਹੀਂ ਲੱਗਦਾ ਕਿ ਬੁਲਾਇਆ ਜਾਵੇ ਕਿਉਂਕਿ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ ਸਰਕਾਰ, ਬਚਣਾ ਚਾਹੁੰਦੀ ਹੈ ਸਰਕਾਰ। ਗੌਰਵ, ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਇਸ ਵਿਚਾਲੇ ਦੋ ਅਹਿਮ ਜਾਣਕਾਰੀਆਂ ਨੇ। ਪਹਿਲੀ ਕਿ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਵਿਸ਼ੇਸ਼ ਇਜਲਾਸ ਇੱਕ ਦਿਨ ਦਾ ਸੱਦਿਆ ਗਿਆ ਹੈ ਉਹ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਜਿਵੇਂ ਸ਼ੁਰੂਆਤ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਰਵਾਇਤ ਹੁੰਦੀ ਹੈ ਕਿ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਹੀ ਆਗਾਜ਼ ਹੁੰਦਾ ਹੈ, ਤਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ। ਵਿਧਾਨ ਸਭਾ ਦੀ ਕਾਰਵਾਈ ਇੱਕ ਦਿਨ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦਾ ਆਗਾਜ਼ ਹੋ ਚੁੱਕਾ ਹੈ ਤੇ ਸਭ ਦੇ ਵਿਚਾਲੇ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਵਿਧਾਇਕ ਸਦਨ ਦੇ ਬਾਹਰ ਖੜ ਕੇ ਮੰਗ ਕਰਦੇ ਨਜ਼ਰ ਆਏ ਨੇ ਕਿ ਘੱਟੋ ਘੱਟ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ। ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ ਹੈ। ਹੁਣ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਨੂੰ ਖਦਸ਼ਾ ਵੀ ਕੀ ਹੈ? ਦਰਅਸਲ ਸੰਵਿਧਾਨ ਦੇ ਮੁਤਾਬਿਕ 6 ਮਹੀਨੇ 'ਚ ਇੱਕ ਵਾਰ ਸੈਸ਼ਨ ਸੱਦਣਾ ਜ਼ਰੂਰੀ ਹੁੰਦਾ ਹੈ ਤੇ 9 ਤਰੀਕ ਤੋਂ ਪਹਿਲਾਂ ਇੱਕ ਵਾਰੀ ਸੈਸ਼ਨ ਸੱਦਿਆ ਜਾਣਾ ਸੀ। ਸੰਵਿਧਾਨ ਦੇ ਮੁਤਾਬਿਕ ਉਹ 6 ਮਹੀਨੇ ਹੋਣ ਜਾ ਰਹੇ ਸੀ, ਜਿਵੇਂ ਅਮਨ ਅਰੋੜਾ ਵੀ ਜ਼ਿਕਰ ਕਰ ਰਹੇ ਸੀ। ਇਹ ਅਹਿਮ ਜਾਣਕਾਰੀ ਹੈ, ਜੋ ਟੈਕਨੀਕਲ ਪੱਖ ਹੈ ਇਸ ਪੂਰੇ ਮਾਮਲੇ ਦਾ, ਜੋ ਸਾਡੇ ਦਰਸ਼ਕਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਤਾਂ 9 ਸਤੰਬਰ ਤੋਂ ਪਹਿਲਾਂ ਸੈਸ਼ਨ ਸੱਦਣਾ ਜ਼ਰੂਰੀ ਸੀ ਤਾਂ ਸਰਕਾਰ ਨੇ ਸੈਸ਼ਨ ਸੱਦਿਆ ਹੈ। ਹੁਣ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਟੈਕਨੀਕਲ ਤਰੀਕੇ ਦੇ ਨਾਲ ਸੰਵਿਧਾਨ ਦੇ ਮੁਤਾਬਿਕ ਇੱਕ ਦਿਨ ਦਾ ਸੈਸ਼ਨ ਸੱਦ ਲਿਆ। ਉਹ ਬੇਸ਼ੱਕ ਸੈਸ਼ਨ ਨੂੰ ਨਾਮ ਦਿੱਤਾ ਗਿਆ ਵਿਸ਼ੇਸ਼ ਸੈਸ਼ਨ, 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਸ਼ਨ, ਯਾਨੀ ਕਿ ਉਸ ਦਿਨ ਆਮ ਤੌਰ ਤੇ ਸਿਆਸੀ ਪਾਰਟੀਆਂ ਨਹੀਂ ਜਿਹੜੇ ਮੁੱਦੇ ਉਹ ਚੁੱਕਦੀਆਂ ਜਾਂ ਫਿਰ ਉਹ ਸਾਰਾ ਸਮਰਪਿਤ ਹੁੰਦਾ ਕੁਐਸਚਨ ਆਰ ਜਾਂ ਫਿਰ ਜਿਹੜਾ ਜਿੰਨਾ ਵੀ ਬਿਜ਼ਨਸ ਹੁੰਦਾ ਇੱਕ ਦਿਨ ਦਾ ਉਹ ਸਾਰਾ ਸਮਰਪਿਤ ਹੁੰਦਾ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਸਮਰਪਿਤ ਹੋਏਗਾ। ਤਾਂ ਹੁਣ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਰਕਾਰ ਟੈਕਨੀਕਲ ਤਰੀਕੇ ਨਾਲ ਸੰਵਿਧਾਨ ਦੇ ਮੁਤਾਬਿਕ ਇੱਕ ਦਿਨ ਦਾ ਸੈਸ਼ਨ ਸੱਦ ਚੁੱਕੀ ਹੈ ਤੇ ਇੱਕ ਤਰੀਕਾ ਇਸ ਸੈਸ਼ਨ ਤੋਂ ਬਚਣ ਦਾ ਜਾਂ ਲੋਕਾਂ ਦੇ ਸਰਕਾਰ ਦਾ ਕੀ ਪਤਾ, ਇਹ ਬੜੀ ਮਤਲਬ ਅਨਪ੍ਰੈਡਿਕਟੇਬਲ ਸਰਕਾਰ ਹੈ। ਇਹਨਾਂ ਦਾ ਪਤਾ ਹੀ ਨਹੀਂ ਇਹਨਾਂ ਨੇ ਕਰਨਾ ਕੀ ਹੈ। ਜੇ ਇਹਨਾਂ ਨੇ ਕੋਈ ਬਿਜ਼ਨਸ ਲਿਆਂਦਾ ਅੰਦਰ ਲਿਆ ਸਕਦੇ ਆ ਨਾ, ਤੇ ਉਦੋਂ ਫਿਰ ਅਸੀਂ ਪੁੱਛਾਂਗੇ ਨਾ, ਪਹਿਲਾਂ ਦੱਸੋ ਵੀ ਜਿਹੜਾ ਹਾਊਸ ਹੈ ਉਹਨੂੰ ਆਪਦੇ ਲੀਡਰ ਦੀ ਕੌਨਫੀਡੈਂਸ ਹੈ, ਸਰਕਾਰ ਦੀ ਕੌਨਫੀਡੈਂਸ ਹੈ ਕਿ ਨਹੀਂ ਹੈ। ਸੋ ਇਹ ਇਸ ਲਈ ਵਿਪ ਜਾਰੀ ਕੀਤਾ ਗਿਆ। ਤੇ ਤੁਸੀਂ ਕਹਿ ਰਹੇ ਹੋ ਕਿ ਨੰਬਰ ਨਹੀਂ ਹੈ ਔਰ ਸਰਕਾਰ ਨੂੰ ਭਰੋਸਾ ਨਹੀਂ ਹੈ। ਸਰਕਾਰ ਨੂੰ ਜਿਹੜੇ ਸਰਕਾਰ ਦੇ ਵਿੱਚ ਬੈਠੇ ਉਹਨਾਂ ਨੂੰ ਆਪਦੀ ਸਰਕਾਰ ਤੇ ਭਰੋਸਾ ਨਹੀਂ ਹੈ। ਅਸੀਂ ਤਾਂ 4.5 ਸਾਲ ਤੋਂ ਕਹਿ ਰਹੇ ਹਾਂ ਵੀ ਇਹ ਸਰਕਾਰ ਸਿਰਫ ਲੁੱਟ ਕਰ ਰਹੀ ਹੈ, ਮਾਫੀਆ ਨੂੰ ਪਾਲ ਰਹੀ ਹੈ, ਬੇਅਦਬੀ ਕਾਂਡ ਵਾਲਿਆਂ ਨੂੰ, ਗੋਲੀ ਕਾਂਡ ਵਾਲਿਆਂ ਨੂੰ ਪ੍ਰੋਟੈਕਟ ਕਰ ਰਹੀ ਹੈ,
ਬਾਦਲਾਂ ਨਾਲ ਰਲ ਕੇ ਚੱਲ ਰਹੀ ਹੈ। ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ, ਸਿੱਧੂ ਅੱਜ ਕਹਿਣ ਲੱਗਿਆ। ਲੇਕਿਨ ਹੁਣ ਅੱਜ ਅੰਦਰ ਪ੍ਰਦਰਸ਼ਨ ਕਰੋਗੇ ਤੁਸੀਂ ਜਾਂ ਫਿਰ ਤੁਹਾਡਾ ਇਹ ਸਿਰਫ ਸੁਣਵਾਈ ਤੁਸੀਂ ਉੱਥੇ ਦੇਖੋਗੇ ਕੀ ਹੋ ਰਿਹਾ? ਨਹੀਂ ਦੇਖੋ ਜੀ, ਜਿੱਥੋਂ ਤੱਕ ਤਾਂ ਗੁਰੂ ਸਾਹਿਬ ਨੂੰ ਅਕੀਦਤ ਤੇ ਸ਼ਰਧਾਂਜਲੀ ਦੀ ਗੱਲ ਆ, ਉੱਥੇ ਤਾਂ ਅਸੀਂ ਡਿਵੋਟ ਸਿੱਖ ਹੋਣ ਦੇ ਨਾਤੇ ਅਸੀਂ ਸ਼ਰਧਾਂਜਲੀ ਦੇ ਵਿੱਚ ਹਿੱਸਾ ਲਵਾਂਗੇ। ਜੇ ਉੱਥੇ ਕੋਈ ਬਿਜ਼ਨਸ ਹੁੰਦਾ ਜਾਰੀ ਤੇ ਦੈਨ ਵਿਲ ਡੈਫੀਨਿਟਲੀ ਟੇਕ ਸਮ ਐਕਸ਼ਨ। ਤਾਂ ਕੁਲਤਾਰ ਸੰਧਵਾ ਹੋਰੀ ਕਹਿ ਰਹੇ ਨੇ ਕਿ ਨੰਬਰ ਨਹੀਂ ਹੈ ਸਰਕਾਰ ਕੋਲ, ਇਸ ਗੱਲ ਦੇ ਖਦਸ਼ੇ ਜਿਹੜੇ ਨੇ ਉਹ ਜਤਾਏ ਜਾ ਰਹੇ ਨੇ। ਬਿਲਕੁਲ, ਤਾਂ ਪੰਕਜ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ ਜੋ ਇਸ ਸਮੇਂ ਦੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ। ਦਰਅਸਲ ਵਿਰੋਧੀ ਧਿਰਾਂ ਦੇ ਆਗੂਆਂ ਦੇ ਵੱਲੋਂ, ਵਿਧਾਇਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ। ਸਦਨ ਦੀ ਕਾਰਵਾਈ ਅੰਦਰ ਸ਼ੁਰੂ ਹੋ ਚੁੱਕੀ ਹੈ, ਪਰ ਬਾਹਰ ਆਮ ਤੌਰ ਤੇ ਵਿਧਾਨ ਸਭਾ ਦੇ ਇਜਲਾਸ ਦੀ ਸ਼ੁਰੂਆਤ ਜਾਂ ਰੋਜ਼ ਦੀ ਜਦੋਂ 2-4-5 ਦਿਨ ਦਾ ਕੋਈ ਸੈਸ਼ਨ ਹੋਵੇ ਤਾਂ ਇਸ ਤਰੀਕੇ ਨਾਲ ਹੀ ਵਿਰੋਧੀ ਵਿਰੋਧ ਕਰਦੇ ਨੇ। ਤਾਂ ਉਹੀ ਤਰੀਕਾ ਅੱਜ ਵੀ ਨਜ਼ਰ ਆਇਆ ਜਦੋਂ ਅਕਾਲੀ ਦਲ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪਹੁੰਚ ਗਿਆ ਤੇ ਵਾਅਦੇ ਪੂਰੇ ਕਰਨ ਦਾ ਜ਼ਿਕਰ ਹੋ ਰਿਹਾ ਕਿ 2017 ਦੇ ਵਿੱਚ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰੋ। ਵਿਕਰਮ ਮਜੀਠੀਆ ਉੱਥੇ ਬੋਲਦੇ ਵੀ ਨਜ਼ਰ ਆਏ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ 400ਵੇਂ ਪ੍ਰਕਾਸ਼ ਪੁਰਬ ਨੂੰ ਅਸੀਂ ਸਮਰਪਿਤ ਸੈਸ਼ਨ ਤਾਂ ਸੱਦ ਲਿਆ ਸਰਕਾਰ ਨੇ, ਪਰ ਇਸ ਵਿਚਾਲੇ ਉਹਨਾਂ ਦੇ ਫਲਸਫੇ ਤੇ ਚੱਲਣ ਦੀ ਜ਼ਰੂਰਤ ਹੈ। ਗੁਰੂ ਸਾਹਿਬ ਦੇ ਦਿਖਾਏ ਰਾਹ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ। ਉਹ ਸਰਕਾਰ ਨੂੰ ਵੀ ਇੱਕ ਤਰੀਕੇ ਨਾਲ ਨਸੀਹਤ ਦਿੰਦੇ ਨਜ਼ਰ ਆਏ ਕਿ ਸਰਕਾਰ ਨੂੰ ਉਸ ਰਾਹ ਦੇ ਉੱਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਨੇ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਆਗਾਜ਼ ਹੋ ਚੁੱਕਿਆ। ਇੱਕ ਦਿਨ ਦਾ ਇਹ ਇਜਲਾਸ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਇਜਲਾਸ ਦੇ ਵਿੱਚ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਇਹ ਸਮਰਪਿਤ ਹੈ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। 1621 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਸਰਕਾਰ ਨੇ ਕਿਤੇ ਨਾ ਕਿਤੇ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ, ਇਸ ਤਰ੍ਹਾਂ ਸੰਕੇਤ ਦਿੱਤੇ ਕਿ ਸੈਸ਼ਨ ਫਿਰ ਬੁਲਾਇਆ ਜਾਵੇਗਾ ਅੱਗੇ, ਔਰ ਅੱਜ ਗੁਰੂ ਸਾਹਿਬ ਨੂੰ ਸਮਰਪਿਤ ਰੱਖਿਆ ਜਾਵੇ, ਇਸ ਕਰਕੇ ਕਹਿੰਦੇ ਕਿ ਇੱਕ ਦਿਨ ਦਾ ਹੀ ਰੱਖਿਆ। ਦੇਖੋ, ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ। 400 ਸਾਲਾਂ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦਾ। ਤੇ ਦੂਸਰੇ ਪਾਸੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਕੈਪਟਨ ਸਾਹਿਬ ਅੱਜ ਇੰਨਾ ਸ਼ੁਭ ਦਿਹਾੜਾ ਤੇ ਤੁਸੀਂ ਤਲਵੰਡੀ ਸਾਬੋ ਵਿਖੇ ਗੁੜਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਅਸੀਂ ਵਾਅਦੇ ਪੂਰੇ ਕਰਾਂਗੇ, ਚਾਹੇ ਨਸ਼ੇ ਦਾ, ਚਾਹੇ ਬੇਰੁਜ਼ਗਾਰੀ ਦਾ, ਚਾਹੇ ਬਿਜਲੀ ਦਾ, ਪਾਣੀ ਦਾ, ਚਾਹੇ ਘਰ ਘਰ ਨੌਕਰੀ ਦੇਣ ਦਾ। ਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਇਸ ਤੋਂ ਵੀ ਸੋਹਣਾ ਕੋਈ, ਇਸ ਤੋਂ ਪਵਿੱਤਰ ਦਿਹਾੜਾ ਕੋਈ ਹੋ ਸਕਦਾ ਹੈ। ਅੱਜ ਕਿਉਂ ਨਾ ਤੁਸੀਂ ਅੱਜ ਐਲਾਨ ਕਰੋ ਕਿ ਮੈਂ 15 ਦਿਨ ਦਾ ਸੈਸ਼ਨ ਕਰਦਾ, ਕਿਉਂਕਿ ਇੱਕ ਦਿਨ ਦੇ ਵਿੱਚ ਤਾਂ ਸਾਰੇ ਹਲਕਿਆਂ ਦੇ ਸਮੱਸਿਆਵਾਂ ਨੂੰ ਨਜਿੱਠਿਆ ਨਹੀਂ ਜਾ ਸਕਦਾ, ਪੂਰੇ ਨਹੀਂ ਕੀਤੇ ਜਾ ਸਕਦੇ ਹਨਾ ਹਲਕਿਆਂ ਦੀਆਂ ਸਮੱਸਿਆਵਾਂ ਨੂੰ। ਇੱਕ ਤਾਂ ਤੁਸੀਂ 15 ਦਿਨ ਦਾ ਸੈਸ਼ਨ ਕਰੋ। ਦੂਸਰੀ ਗੱਲ, ਅੱਜ ਤੁਸੀਂ ਇੱਥੇ ਡਿਕਲੇਅਰ ਕਰਕੇ ਜਾਓ ਕਿ 6 ਮਹੀਨੇ ਮੇਰੀ ਸਰਕਾਰ ਰਹਿੰਦੀ ਹੈ ਤੇ 6 ਮਹੀਨਿਆਂ ਦੇ ਅੰਦਰ ਅੰਦਰ ਮੈਂ ਸਾਰੇ ਵਾਅਦੇ ਪੂਰੇ ਕਰੂੰਗਾ ਜੋ ਮੈਂ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਹੈ, ਨਹੀਂ ਤਾਂ ਧੋਖਾ ਹੋਊਗਾ ਜਨਤਾ। ਪਰ ਜਿਸ ਤਰ੍ਹਾਂ ਸੰਕੇਤ ਦਿੱਤੇ ਜਾ ਰਹੇ ਵੀ ਹੁਣੇ ਸੁਸ਼ੀਲ ਰਿੰਕੂ ਕਾਂਗਰਸ ਦੇ ਵਿਧਾਇਕ ਨੂੰ ਕਹਿ ਗਏ ਨੇ ਕਿ ਸਪੈਸ਼ਲ ਸੈਸ਼ਨ ਤੋਂ ਬਾਅਦ ਅਸੀਂ ਵੱਖਰਾ ਸੈਸ਼ਨ ਇੱਕ ਬੁਲਾਉਣ ਦੀ ਤਿਆਰੀ ਕਰ ਰਹੇ ਹਾਂ, ਕਹਿੰਦੇ 15 ਤਰੀਕ ਤੋਂ ਬਾਅਦ ਬੁਲਾਇਆ ਜਾ ਸਕਦਾ। ਉਹ ਤਾਂ ਤੁਹਾਨੂੰ ਭਰੋਸਾ ਨਹੀਂ? ਦੇਖੋ, ਅੱਛੀ ਗੱਲ ਹੈ, ਅਸੀਂ ਤਾਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ 15 ਦਿਨ ਦਾ ਸੈਸ਼ਨ ਬੁਲਾਇਆ ਜਾਵੇ। 15 ਤਰੀਕ ਨੂੰ ਕਿ ਸ਼ਾਇਦ ਜਿਵੇਂ ਤੁਸੀਂ ਵੀ ਦੱਸਿਆ ਵੀ ਹਾਂ ਕਹਿੰਦੇ ਆ ਤਾਂ ਚੰਗੀ ਗੱਲ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਲੋਕਾਂ ਦੇ ਵੱਧ ਤੋਂ ਵੱਧ ਮੁੱਦੇ ਆ ਉਹ ਵਿਧਾਨ ਸਭਾ ਦੇ ਵਿੱਚ ਗੂੰਜਣ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਅਧੂਰੀਆਂ ਪਈਆਂ ਉਹ ਪੂਰੀਆਂ ਹੋਣ। ਅਸੀਂ ਡਟ ਕੇ ਦੇਖੋ ਅਸੀਂ 1.5 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ ਤੇ ਅਸੀਂ ਕਿੱਦਾਂ ਅਸੀਂ ਉਹਨਾਂ ਦੀ ਆਵਾਜ਼ ਪਹੁੰਚਾਵਾਂਗੇ ਜੇ ਸਾਨੂੰ ਮੌਕਾ ਹੀ ਨਹੀਂ ਮਿਲੂਗਾ। ਚੰਗੀ ਗੱਲ ਹੈ ਅਗਰ ਸਰਕਾਰ ਦਾ ਤਾਂ ਦਾਵਾ ਹੈ ਕਿ ਅਸੀਂ ਤਾਂ 90% ਦੇ ਨੇੜੇ ਵਾਅਦੇ ਪੂਰੇ ਕਰ ਦਿੱਤੇ, ਤੁਸੀਂ ਕਹਿੰਦੇ ਵਾਅਦੇ ਪੂਰੇ ਨਹੀਂ ਹੋਏ। ਅਗਰ ਚਲੋ ਮੰਨਦੇ ਆ ਕਿ ਅਸੀਂ 90% ਕਰਤੇ, ਇੰਨੇ ਹੀ ਪੂਰੇ ਕੀਤੇ ਆ ਤਾਂ ਹਰ ਹਲਕੇ ਦੇ ਵਿੱਚ, ਹਰ ਪਿੰਡ ਦੇ ਵਿੱਚ, ਜਿਵੇਂ ਆਪਾਂ ਲਾਉਣੇ ਹੁੰਦੇ ਨਾ ਕਿ ਇਹ ਪਿੰਡ ਨਸ਼ਾ ਮੁਕਤ ਹੈ, ਤਾਂ ਹਰ ਪਿੰਡ ਦੇ ਵਿੱਚ ਲਾਉਣ ਕੇ ਇਹ ਪਿੰਡ ਬੇਰੁਜ਼ਗਾਰੀ ਮੁਕਤ ਹੈ। ਚਲੋ ਆਪਾਂ ਬੇਰੁਜ਼ਗਾਰੀ ਵਾਲੀ ਗੱਲ ਹੀ ਫੜ ਲੈਂਦੇ ਆ। ਅਗਰ ਵਾਅਦੇ ਪੂਰੇ ਕਰਤੇ ਨਾ, ਦੱਸਣ ਵੀ ਕਿੰਨੇ ਕੁ ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ। ਜੇ ਮਿਲ ਗਈਆਂ ਤਾਂ ਬੋਰਡ ਲਾਉਣ ਉੱਥੇ, ਫਿਰ ਪਤਾ ਚੱਲੂਗਾ ਵੀ ਅਸੀਂ ਇੰਨੇ ਵਾਅਦੇ ਪੂਰੇ ਕਰਤੇ। ਦਿਖਾਉਣ ਲੋਕਾਂ ਨੂੰ, ਵੱਡੇ ਵੱਡੇ ਬੋਰਡ ਲਾਉਣ ਵੀ ਆਹ ਵਾਅਦੇ ਪੂਰੇ ਹੋਏ ਆ, ਲੋਕਾਂ ਨੂੰ ਵੀ ਪਤਾ ਚੱਲ ਜੂਗਾ। ਅਕਾਲੀ ਦਲ ਵੀ ਹੁਣੇ ਪ੍ਰਦਰਸ਼ਨ ਕਰਕੇ ਗਿਆ ਔਰ ਅਕਾਲੀ ਦਲ ਸਿੱਧੇ ਤੌਰ ਤੇ ਵੀ ਇਲਜ਼ਾਮ ਲਾਉਂਦਾ ਹੈ ਕਿ ਜਿਸ ਤਰ੍ਹਾਂ ਕੱਲ ਦੀ ਗੱਲ ਸੀਗੀ ਕਿ ਉਹਨਾਂ ਦੀਆਂ ਰੈਲੀਆਂ ਵਿੱਚ ਵਿਰੋਧ ਕੀਤਾ ਜਾਂਦਾ, ਸਰਕਾਰ ਦੀਆਂ ਰੈਲੀਆਂ 'ਚ ਵਿਰੋਧ ਨਹੀਂ ਹੁੰਦਾ, ਸਰਕਾਰ ਦੇ ਸਮਾਗਮਾਂ 'ਚ ਵਿਰੋਧ ਨਹੀਂ ਹੁੰਦਾ। ਦੇਖੋ, ਅਸੀਂ ਸਾਰੇ ਆਮ ਆਦਮੀ ਪਾਰਟੀ ਕਿਸਾਨ ਤੁਹਾਡੇ ਵੀ ਕਹਿੰਦੇ ਨਹੀਂ ਹੁੰਦਾ, ਆਮ ਆਦਮੀ ਵਾਲਿਆਂ ਦੇ ਵੀ ਨਹੀਂ, ਅਸੀਂ ਸਾਰੇ ਆਮ ਆਦਮੀ ਪਾਰਟੀ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜੀ ਆ। ਅਕਾਲੀ ਦਲ ਕਹਿੰਦਾ ਅਸੀਂ ਵੀ ਖੜੇ ਆ, ਸਰਕਾਰ ਕਹਿੰਦੀ ਅਸੀਂ ਵੀ ਖੜੇ ਆ। ਇਹ ਗੱਲ ਖੜਨਾ ਵੀ ਚਾਹੀਦਾ। ਅਸੀਂ ਪੰਜਾਬ ਦੇ ਵਾਸੀ ਆ, ਕਿਸਾਨਾਂ ਦਾ ਉਗਾਇਆ ਹੋਇਆ ਅੰਨ ਖਾਂਦੇ ਆ, ਖੜਨਾ ਵੀ ਚਾਹੀਦਾ। ਕਿਉਂ ਨਹੀਂ ਖੜਨਾ ਚਾਹੀਦਾ?
ਅਗਰ ਵਿਰੋਧ ਹੁੰਦਾ ਤਾਂ ਉਹ ਇਸ ਕਰਕੇ ਹੁੰਦਾ ਹੈ ਕਿਉਂਕਿ ਸਰਕਾਰ ਆਪਦੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਉਸ ਤੇ ਖਰੀ ਨਹੀਂ ਉਤਰੀ। ਹੁਣ ਦੇਖੋ ਇਹ ਗਵਰਨਰ ਸਾਹਿਬ ਨੂੰ ਦੇ ਕੇ ਆਏ ਸੀ ਇਹ ਮੰਗ ਪੱਤਰ, ਉਸ ਤੋਂ ਬਾਅਦ ਇਹਨਾਂ ਨੇ ਕੋਈ ਫਾਲੋ ਅਪ ਲਿਆ ਕਿ ਗਵਰਨਰ ਸਾਹਿਬ ਨੇ ਅੱਗੇ ਭੇਜਤਾ। ਹੁਣ ਤਾਂ ਗਵਰਨਰ ਸਾਹਿਬ ਵੀ ਬਦਲ ਗਏ, ਹੁਣ ਤਾਂ ਹੋਰ ਆ ਗਏ ਨਵੇਂ। ਇਹਨਾਂ ਨੇ ਕੋਈ ਵਿਵਾਦ ਚੱਲ ਰਿਹਾ, ਕਹਿੰਦੇ ਅਮੈਂਡਮੈਂਟ ਕੀਤੀ ਗਈ ਸੀ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਰੱਦ ਹੋਣੇ ਚਾਹੀਦੇ ਨੇ। ਉਹ ਕਹਿੰਦੇ ਸੀ ਕਿ ਇਸੇ ਸੈਸ਼ਨ ਦੇ ਵਿੱਚ ਅਸੀਂ ਰੱਦ ਕਰਾਂਗੇ, ਪਾਵਰ ਐਗਰੀਮੈਂਟ ਰੱਦ ਕਰਾਂਗੇ, ਪਰ ਕੈਪਟਨ ਸਾਹਿਬ ਕਹਿੰਦੇ ਪਾਵਰ ਐਗਰੀਮੈਂਟ ਵੀ ਰੱਦ ਨਹੀਂ ਹੋ ਸਕਦੇ ਸਾਰੇ। ਦੇਖੋ ਹੋਣੇ ਚਾਹੀਦੇ ਆ, ਕਿਉਂ ਕਹਿੰਦੇ ਕੈਪਟਨ ਸਾਹਿਬ? ਹੋ ਸਕਦਾ ਉਹਨਾਂ ਦਾ ਆਪਦਾ ਹਿੱਸਾ ਹੋਵੇ, ਪਹਿਲਾਂ ਅਕਾਲੀਆਂ ਦਾ ਹਿੱਸਾ ਰਿਹਾ, ਹੁਣ ਇਹਨਾਂ ਦੀ ਸਰਕਾਰ ਆ ਗਈ, ਸ਼ਾਇਦ ਇਹਨਾਂ ਦਾ ਹਿੱਸਾ ਹੋਵੇ। ਰੱਦ ਦੇਖੋ ਪਾਵਰ ਇਹਨਾਂ ਕੋਲ ਹੈਗੀ ਹੈ। ਕਿੰਨੀਆਂ ਸਟੇਟਾਂ ਨੇ ਨਹੀਂ ਰੱਦ ਕੀਤਾ? ਗੁਜਰਾਤ ਨੇ ਕੀਤਾ, ਰਾਜਸਥਾਨ ਨੇ ਕੀਤਾ। ਕਰ ਸਕਦੇ ਆ, ਸਟੇਟ ਕੋਲੇ ਪਾਵਰ ਹੈ, ਕਿਉਂ ਨਹੀਂ ਕਰ ਸਕਦੇ? ਪਰ ਮੈਨੂੰ ਐ ਲੱਗਦਾ ਵੀ ਕਰਨਾ ਨਹੀਂ ਚਾਹੁੰਦੇ। ਸ਼ਾਇਦ ਪਹਿਲਾਂ ਅਕਾਲੀਆਂ ਕੋਲੇ ਹਿੱਸਾ ਜਾਂਦਾ ਸੀ, ਹੁਣ ਕਾਂਗਰਸ ਕੋਲੇ ਜਾਂਦਾ, ਸ਼ਾਇਦ ਇਹੀ ਹੋ ਸਕਦਾ। ਤਾਂ ਸਿੱਧੇ ਤੌਰ ਤੇ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਸਰਕਾਰ ਤੇ ਸਵਾਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਇਲਜ਼ਾਮ, ਕਹਿੰਦੇ ਕਿ ਪਹਿਲਾਂ ਅਕਾਲੀਆਂ ਨੂੰ ਹਿੱਸਾ ਜਾਂਦਾ ਸੀ ਤੇ ਹੁਣ ਕੈਪਟਨ ਸਰਕਾਰ ਨੂੰ ਹਿੱਸਾ ਜਾਂਦਾ ਹੈ ਜਿਹੜੇ ਪਾਵਰ ਐਗਰੀਮੈਂਟ ਨੇ, ਇਸ ਕਰਕੇ ਉਹ ਵੀ ਰੱਦ ਨਹੀਂ ਕੀਤੇ ਜਾ ਰਹੇ। ਤਾਂ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਨੇ। ਲੋਕ ਵਾਅਦਿਆਂ ਦੀ ਗੱਲ ਗੌਰਵ ਕੀਤੀ ਜਾ ਰਹੀ, ਜਿਸ ਤਰ੍ਹਾਂ ਕਹਿੰਦੇ ਕਿ ਜੇ ਵਾਅਦੇ ਪੂਰੇ ਕਰਤੇ ਨੇ ਤਾਂ ਕਿਸੇ ਇੱਕ ਪਿੰਡ ਦਾ ਸਰਵੇ ਕਰਾ ਲਓ, ਇੱਕ ਪਿੰਡ 'ਚ ਪਤਾ ਕਰ ਲਓ ਵੀ ਸਾਰੇ ਘਰਾਂ 'ਚ ਨੌਕਰੀ ਮਿਲ ਗਈ। ਤੇ ਇਸ ਤਰ੍ਹਾਂ ਵਿਰੋਧੀ ਤਰ੍ਹਾਂ ਸੱਤਾਧਿਰ ਨੂੰ ਘੇਰ ਰਹੀਆਂ ਨੇ, ਔਰ ਸ਼ਾਇਦ ਸੱਤਾਧਿਰ ਨੂੰ ਪਤਾ ਕਿ ਇਸੇ ਤਰ੍ਹਾਂ ਘਰਾਓ ਜਿਹੜਾ ਅੰਦਰ ਦੇਖਣ ਨੂੰ ਮਿਲ ਸਕਦਾ। ਇਸ ਕਰਕੇ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਕਿ ਸਰਕਾਰ ਸੈਸ਼ਨ ਲੰਬਾ ਖਿੱਚਣ ਤੋਂ ਬਚਣਾ ਚਾਹੁੰਦੀ ਹੈ। ਜੀ ਗੌਰਵ। ਬਿਲਕੁਲ ਲਾਜ਼ਮੀ ਤੌਰ ਤੇ ਅਸੀਂ ਲਗਾਤਾਰ ਅਪਡੇਟ ਪਹੁੰਚਾ ਰਹੇ ਆਪਣੇ ਦਰਸ਼ਕਾਂ ਤੱਕ। ਤੇ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਆ ਰਹੀ ਹੈ, ਸ਼ੁਰੂਆਤ ਹੋਈ ਸੈਸ਼ਨ ਦੀ, ਕਾਰਵਾਈ ਦਾ ਆਗਾਜ਼ ਹੋਇਆ, ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਤੇ ਇਸ ਵਿਚਾਲੇ ਵਿਛੜੀਆਂ ਨੂੰਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। 11 ਵਜੇ ਹੁਣ ਸਦਨ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਤਾਂ 11 ਵਜੇ ਤੱਕ ਦੇ ਲਈ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਆਮ ਤੌਰ ਤੇ ਰਵਾਇਤ ਹੁੰਦੀ ਹੈ ਕਿ ਸ਼ੁਰੂਆਤ ਕਰਦੇ, ਹਾਲਾਂਕਿ ਜੇ ਸੈਸ਼ਨ 7-8 ਦਿਨ ਦਾ ਹੋਵੇ, ਇੱਕ ਹਫ਼ਤੇ ਦਾ ਹੋਵੇ ਤਾਂ ਫਿਰ ਕੁਝ ਇਸ ਤਰੀਕੇ ਨਾਲ ਹੁੰਦਾ ਕਿ ਪਹਿਲੇ ਦਿਨ ਵਿਛੜੀਆਂ ਨੂੰਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੂਰੇ ਦਿਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ, ਉਸ ਤੋਂ ਅਗਲੇ ਦਿਨ ਹੀ ਪੂਰੀ ਕਾਰਵਾਈ ਸ਼ੁਰੂ ਹੁੰਦੀ ਹੈ। ਪਰ ਇਹ ਇੱਕ ਦਿਨ ਦਾ ਹੀ ਸੈਸ਼ਨ ਸੱਦਿਆ ਗਿਆ ਹੈ, ਵਿਸ਼ੇਸ਼ ਇਜਲਾਸ ਹੈ, ਵਿਸ਼ੇਸ਼ ਇਜਲਾਸ ਹੈ ਤੇ ਤੁਹਾਨੂੰ ਦੱਸ ਦਈਏ ਕਿ 11 ਵਜੇ ਤੱਕ ਦੇ ਲਈ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ ਹੈ। ਤਾਂ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦੇ ਵਿਸ਼ੇਸ਼ ਇਜਲਾਸ ਦਾ ਆਗਾਜ਼ ਹੋ ਚੁੱਕਿਆ ਹੈ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸੈਸ਼ਨ ਦੇ ਵਿੱਚ ਆਗਾਜ਼ ਦੇ ਬਿਲਕੁਲ ਸ਼ੁਰੂਆਤ ਦੇ ਵਿੱਚ ਬੁਰਚਰੀਜ਼ ਜਿਸ ਨੂੰ ਕਹਿੰਦੇ ਨੇ, ਮ੍ਰਿਤਕ ਕਿਸਾਨਾਂ ਨੂੰ ਅੰਦੋਲਨ ਦੇ ਦੌਰਾਨ ਜੋ ਕਿਸਾਨਾਂ ਦੀ ਜਾਨ ਗਈ ਹੈ, ਜਿਹੜੇ ਕਿਸਾਨਾਂ ਦੀ ਜਾਨ ਗਈ ਹੈ ਉਹਨਾਂ ਨੂੰ ਯਾਦ ਕੀਤਾ ਗਿਆ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸ਼ਰਧਾਂਜਲੀ ਤੋਂ ਬਾਅਦ 11 ਵਜੇ ਤੱਕ ਦੇ ਲਈ ਜਿਹੜੀ ਕਾਰਵਾਈ ਹੈ ਉਸ ਨੂੰ ਮੁਲਤਵੀ ਕੀਤਾ ਗਿਆ ਹੈ। ਤਾਂ ਇਸ ਸਮੇਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਸਦਨ ਦੇ ਬਾਹਰ ਜ਼ਰੂਰ ਜਿਹੜੇ ਵਿਰੋਧੀ ਧਿਰਾਂ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਸਰਕਾਰ ਦੇ ਖਿਲਾਫ ਤੇ ਮੰਗ ਕਰ ਰਹੇ ਨੇ ਕਿ ਤੁਸੀਂ ਸੈਸ਼ਨ ਨੂੰ ਵਧਾਓ, 15 ਦਿਨ ਦਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮਿਲਖਾ ਸਿੰਘ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਦੇ ਨਾਮ ਵੀ ਜੋ ਸਾਹਮਣੇ ਆਏ ਨੇ, ਮਿਲਖਾ ਸਿੰਘ ਤੇ ਉਹਨਾਂ ਦੀ ਪਤਨੀ, ਹਾਲ ਹੀ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਫਲਾਈਂਗ ਸਿੱਖ ਪੰਜਾਬ ਦੀ ਸ਼ਾਨ ਤੇ ਉਹਨਾਂ ਦਾ ਦੇਹਾਂਤ ਹੋਇਆ, ਉਹਨਾਂ ਨੂੰ ਵੀ ਵਿਧਾਨ ਸਭਾ ਦੇ ਵਿੱਚ ਅੱਜ ਜਿਹੜੀ ਸ਼ਰਧਾਂਜਲੀ ਦਿੱਤੀ ਗਈ ਹੈ। ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਆਗਾਜ਼ ਹੁੰਦਾ ਵਿਧਾਨ ਸਭਾ ਦੇ ਸੈਸ਼ਨ ਦਾ ਤਾਂ ਪਹਿਲੇ ਦਿਨ ਸਭ ਤੋਂ ਪਹਿਲਾਂ ਜਿਹੜੀਆਂ ਵਿਛੜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਤਾਂ ਉਹਨਾਂ ਦੇ ਵਿੱਚ ਮਿਲਖਾ ਸਿੰਘ ਦਾ ਵੀ ਜ਼ਿਕਰ ਹੋਇਆ ਹੈ। ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਨੇ, ਮੌਜੂਦਾ ਸਮੇਂ 'ਚ ਜਿਹੜੇ ਵਿਧਾਇਕ ਨੇ ਕੁਲਬੀਰ ਜੀਰਾ ਉਹਨਾਂ ਦੇ ਪਿਤਾ ਨੇ, ਇੰਦਰਜੀਤ ਸਿੰਘ ਜੀਰਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਹਾਲ ਹੀ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ ਅਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਵੀ ਯਾਦ ਕੀਤਾ ਗਿਆ, ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਸਮੇਂ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ 11 ਵਜੇ ਤੱਕ ਦੇ ਲਈ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤਾਂ 11 ਵਜੇ ਦੁਬਾਰਾ ਸੈਸ਼ਨ ਦਾ ਆਗਾਜ਼ ਹੋਏਗਾ, ਦੁਬਾਰਾ ਤੋਂ ਕਾਰਵਾਈ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂ ਹੋਵੇਗੀ। ਤੇ ਇਸ ਵਿਚਾਲੇ ਜੋ ਬਾਹਰ ਸਦਨ ਦਾ ਅਸੀਂ ਜ਼ਿਕਰ ਕਰੀਏ ਤਾਂ ਉੱਥੇ ਵਿਰੋਧੀਆਂ ਦੇ ਵੱਲੋਂ ਮੋਰਚਾ ਜ਼ਰੂਰ ਖੋਲ੍ਹਿਆ ਗਿਆ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ। ਬਾਹਰ ਨਜ਼ਰ ਆ ਰਿਹਾ ਹੈ ਅਕਾਲੀ ਦਲ ਤਾਂ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਪਹੁੰਚਿਆ ਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਗਈ, ਨਾਲ ਹੀ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਸੈਸ਼ਨ ਇੱਕ ਦਿਨ ਦਾ ਕਿਉਂ ਸੱਦਿਆ ਗਿਆ। ਜੋ ਅਸੀਂ ਪਹਿਲਾਂ ਜ਼ਿਕਰ ਕਰ ਰਹੇ, ਸਾਡੇ ਸਹਿਯੋਗੀ ਰੁਪਿੰਦਰ ਬਰਾੜ ਤੇ ਪੰਕਜ ਕਪਾਹੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਆਪਾਂ ਉਹਨਾਂ ਦਾ ਵੀ ਰੁਖ ਕਰਾਂਗੇ। ਪਰ ਇੱਕ ਵਾਰੀ ਤੁਹਾਨੂੰ ਟੈਕਨੀਕਲ ਪੱਧਰ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਮਾਮਲਾ ਦਰਅਸਲ ਹੈ ਕਿ ਆਖਿਰ ਕਿਉਂ ਜਿਹੜੇ ਵਿਰੋਧੀ ਨੇ ਇਸ ਸੈਸ਼ਨ ਦੇ ਇੱਕ ਦਿਨ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ। ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ, ਹਾਲਾਂਕਿ ਮੁੱਖ ਮੰਤਰੀ ਇਹ ਸੰਕੇਤ ਜ਼ਰੂਰ ਦੇ ਗਏ ਤੇ ਉਹਨਾਂ ਨੇ ਕਿਹਾ ਕਿ ਮੌਨਸੂਨ ਇਜਲਾਸ ਵਕਤ ਤੋਂ ਸੱਦਿਆ ਜਾਵੇਗਾ। ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਵਕਤ ਤੋਂ ਕਿਉਂ ਸੱਦ ਰਹੇ ਹੋ, ਤੁਸੀਂ ਇਸ ਨੂੰ ਹੀ ਕੰਟੀਨਿਊ ਕਰਨਾ ਸੀ ਕਿ ਪਹਿਲੇ ਦਿਨ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੰਦੇ ਤੇ ਉਸ ਤੋਂ ਬਾਅਦ ਜਿਹੜਾ ਹੋਰ ਬਿਜ਼ਨਸ ਹੈ ਜਾਂ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਲਈ ਸੈਸ਼ਨ ਦੇ ਦਿਨ ਰੱਖੇ ਜਾਂਦੇ।
ਖੈਰ ਫਿਲਹਾਲ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਹੁਣ ਟੈਕਨੀਕਲ ਪੱਧਰ ਕੀ ਹੈ, ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ 9 ਸਤੰਬਰ ਤੋਂ ਪਹਿਲਾਂ ਸੈਸ਼ਨ ਸੱਦਣਾ ਜ਼ਰੂਰੀ ਸੀ ਸਰਕਾਰ ਦੇ ਲਈ। 6 ਮਹੀਨੇ ਦੇ ਵਿੱਚ ਇੱਕ ਵਾਰ ਸੈਸ਼ਨ ਘੱਟੋ ਘੱਟ ਇੱਕ ਵਾਰ ਸੱਦਣਾ ਹੁੰਦਾ ਹੈ, ਇਹ ਸੰਵਿਧਾਨ ਦੇ ਮੁਤਾਬਿਕ ਹੈ। ਤੇ ਜੋ ਅਮਨ ਅਰੋੜਾ ਵੀ ਜ਼ਿਕਰ ਕਰ ਗਏ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਜ਼ਿਕਰ ਕਰ ਗਏ ਕਿ 9 ਤਰੀਕ ਤੋਂ ਪਹਿਲਾਂ ਸਰਕਾਰ ਦੇ ਲਈ ਜ਼ਰੂਰੀ ਸੀ ਸੱਦਣਾ ਸੈਸ਼ਨ, ਇਸ ਕਰਕੇ ਉਹਨਾਂ ਨੇ ਇੱਕ ਦਿਨ ਦਾ ਸੈਸ਼ਨ ਸੱਦ ਲਿਆ, ਉਹਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਤੇ ਇਸ ਸੈਸ਼ਨ ਦੇ ਜ਼ਰੀਏ ਸੰਵਿਧਾਨ ਦੇ ਮੁਤਾਬਿਕ ਜੋ ਸੱਦਣਾ ਸੀ ਉਹ ਵੀ ਸ਼ਰਤ ਪੂਰੀ ਹੋ ਗਈ। ਤੇ ਦੂਜੇ ਪਾਸੇ ਸਰਕਾਰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਰਹੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ ਦੇ ਵਿੱਚ ਮਿਲਖਾ ਸਿੰਘ ਉਹਨਾਂ ਦੀ ਪਤਨੀ ਤੇ ਜਿਹੜੇ ਮਾਨ ਕੌਰ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਦਾ ਹਾਲ ਹੀ ਦੇ ਵਿੱਚ ਦੇਹਾਂਤ ਹੋਇਆ ਸੀ। ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਸੁਣਵਾਉਂਦੇ ਹਾਂ ਤੁਹਾਨੂੰ, ਕਿਉਂਕਿ ਸਿਆਸਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਦਨ ਦੇ ਬਾਹਰ ਵਿਕਰਮ ਮਜੀਠੀਆ ਪਹੁੰਚੇ, ਵਿਧਾਇਕਾਂ ਦੇ ਨਾਲ ਤਖਤੀਆਂ ਹੱਥ ਦੇ ਵਿੱਚ ਫੜ ਕੇ ਅਕਾਲੀ ਦਲ ਦੇ ਵਿਧਾਇਕਾਂ ਨਾਲ ਕੀ ਕੁਝ ਉਹਨਾਂ ਨੇ ਕਿਹਾ, ਜ਼ਿੰਮੇਵਾਰੀ ਬਣਦੀ ਆ। ਔਰ ਗੁਰੂ ਸਾਹਿਬ ਦਾ ਵੀ ਜਿਹੜਾ ਦੱਸਿਆ ਹੋਇਆ ਰਸਤਾ ਉਹ ਇਹ ਹੈ ਕਿ ਲੋੜਵੰਦਾਂ ਦੀ, ਦਬਲਿਆਂ ਕੁਚਲਿਆਂ ਦੀ, ਕਿਸਾਨ ਭਰਾਵਾਂ ਦੀ, ਜਿਨ੍ਹਾਂ ਨੂੰ ਹੁਕਮਰਾਨ ਜਿਨ੍ਹਾਂ ਨਾਲ ਧੱਕਾ ਕਰ ਰਹੇ ਆ, ਬੇਇਨਸਾਫੀ ਕਰ ਰਹੇ, ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਸਮਝਾਇਆ, ਦਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਐਡੀ ਵੱਡੀ ਸ਼ਹਾਦਤ ਦਿੱਤੀ ਸੀ ਹੱਕ ਸੱਚ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਹੁਕਮਰਾਨਾਂ ਔਰੰਗਜ਼ੇਬ ਵਰਗਿਆਂ ਦੇ ਦੰਦ ਖੱਟੇ ਕੀਤੇ ਸੀ। ਅੱਜ ਦੇ ਹੁਕਮਰਾਨ ਕਾਂਗਰਸ ਪਾਰਟੀ ਵੀ ਉਸੇ ਲੀਆਂ ਤੇ ਚੱਲੀ ਆ, ਔਰੰਗਜ਼ੇਬ ਵਾਲੀ ਤੇ। ਕਿਸਾਨਾਂ ਦੇ ਨਾਲ ਧੱਕੇਸ਼ਾਹੀ, ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ ਦੇ ਕੋਈ ਚਰਚਾ ਨਹੀਂ, ਕਿਸਾਨ ਖੁਦਕੁਸ਼ੀ ਨੂੰ, ਪਰਿਵਾਰਾਂ ਨੂੰ ਨੌਕਰੀ ਦੇਣਾ, 10 ਲੱਖ ਮਦਦ ਦੇਣੇ ਉੱਤੇ ਬਾਰੇ ਕੋਈ ਚਰਚਾ ਨਹੀਂ। ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਮਾਨ ਯੋਧਿਆਂ ਦੇ ਪਰਿਵਾਰਾਂ ਦੇ ਬਾਰੇ 602 ਜਾਂ 3 ਪਰਿਵਾਰ ਹੋ ਗਏ, ਕੱਲੇ ਨੂੰ ਨੌਕਰੀ ਦੇਣ ਦਾ ਕੋਈ ਪ੍ਰਬੰਧਨ ਨਹੀਂ। ਇਸੇ ਤਰ੍ਹਾਂ ਮੁਲਾਜ਼ਮ ਵੀਰ, ਨੌਜਵਾਨ ਪੀੜ੍ਹੀ ਘਰ ਘਰ ਨੌਕਰੀ ਲਈ ਜਿਹੜੀ ਜਿਨ੍ਹਾਂ ਨਾਲ ਵਾਅਦਾ ਹੋਇਆ ਸੀ, ਗੁਰੂ ਸਾਹਿਬ ਦੀ ਸਾਬੋ ਕੀ ਤਲਵੰਡੀ ਪਵਿੱਤਰ ਧਰਤੀ ਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਜੋ ਵਾਅਦਾ ਕੀਤਾ ਸੀ, ਉਹਨਾਂ ਨੂੰ ਨੌਕਰੀ ਮੰਗਣ ਜਾਂਦੇ ਆ, ਉਹਨਾਂ ਨੂੰ ਕੁੱਟ ਪੈਂਦੀ ਆ। ਸਾਡੀ ਧੀਆਂ ਭੈਣਾਂ ਦੇ ਨਾਲ ਬਦਸਲੂਕੀ, ਲਾਅ ਐਂਡ ਆਰਡਰ ਦੇ ਬੁਰੇ ਹਾਲ, ਔਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਕੇ, ਟੋਰਪੀਡੋ ਕਰਕੇ, ਭਾਜਪਾ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਰਲ ਕੇ ਉਹੋ ਜਿਹਾ ਮਾਹੌਲ ਪੰਜਾਬ 'ਚ ਬਣਾਉਣਾ ਜੋ 84 ਵੇਲੇ ਸੀ, ਤਰੀਕੇ ਨਾਲ ਰਾਸ਼ਟਰਪਤੀ ਰਾਜ ਇੱਥੇ ਲੈ ਕੇ ਆਉਣਾ, ਇਹ ਸਾਰੀਆਂ ਸਾਜ਼ਿਸ਼ਾਂ ਦੇ ਅਸੀਂ ਚਰਚਾਵਾਂ ਚਾਹੁੰਦੇ ਆ। ਚਾਹੇ ਉਹ ਐਸਸੀ ਮੁੱਦੇ ਆ, ਚਾਹੇ ਉਹ ਬਿਜਲੀ ਜਿਹੜਾ ਇਹ ਕਹਿੰਦੇ 3 ਰੁਪਏ ਦੇਣੀ ਹੈ ਤਾਂ ਦਿਓ, ਝੂਠ ਨਾ ਬੋਲੋ। ਇਸ ਲਈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਡ-ਅੱਡ ਮੁੱਦੇ ਜਿਹੜੇ ਅਸੀਂ ਲੈ ਕੇ ਆਏ ਆ ਕਿ ਅੱਜ ਦਾ ਦਿਨ ਠੀਕ ਹੈ, ਮਗਰ ਕੱਲ ਤੋਂ ਚਰਚਾਵਾਂ ਵੱਖ-ਵੱਖ ਮੁੱਦਿਆਂ ਤੇ ਕੀਤੀ ਜਾਵੇ ਔਰ 84 ਵਾਲੇ ਹਾਲਾਤ ਨਾ ਬਣਨ ਕਿ ਸੈਂਟਰ ਨਾਲ ਰਲ ਕੇ ਜੋ ਕਾਂਗਰਸ ਖੇਡ ਰਹੀ ਹੈ ਔਰ ਇੱਕ ਦਿਖਾ ਰਹੀ ਹੈ, ਕਦੇ ਟਿਫਨ ਬੰਬ, ਕਦੇ ਗ੍ਰਨੇਡ, ਕਦੇ ਡਰੋਨ, ਕਦੇ ਕੁਛ, ਇਹ ਸਾਰਾ ਮਾਹੌਲ ਬਣਾ ਕੇ ਕਹਿਣ ਕਿ ਨਹੀਂ ਜੀ ਹੁਣ ਤਾਂ ਇੱਥੇ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ। ਫਿਰ ਉਹ ਤਾਂ ਜੋ ਦਿੱਲੀ ਚਾਹੁੰਦੀ ਹੈ ਉਸ ਗੱਲ ਤੇ ਤਾਂ ਫਿਰ ਕਾਂਗਰਸ ਖੇਡਣ ਲੱਗ ਗਈ ਹੈ। ਔਰ ਲੜਾਈ ਦਿੱਲੀ ਨਾਲ ਹੈ ਕਾਲੇ ਕਾਨੂੰਨਾਂ ਦੇ ਖਿਲਾਫ। ਇੱਥੇ ਭਰਾ ਮਾਰੂ ਜੰਗ ਜਿਹੜੀ ਬੜੀ ਸਾਜ਼ਿਸ਼ ਤਹਿਤ ਸ਼ੁਰੂ ਹੋਈ ਆ, ਉਸ ਤੋਂ ਵੀ ਬਚਣ ਦੀ ਲੋੜ ਹੈ। ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਹਿਬਾਨਾਂ ਦਾ ਇਹ ਵਿਚਾਰ ਹੈ ਜੋ ਅਸੀਂ ਅੱਜ ਦਾ ਦਿਨ ਨੂੰ ਅਸੀਂ ਸਵਾਗਤ ਕਰਦੇ ਹਾਂ, ਅਸੀਂ ਸਮਰਪਿਤ ਹਾਂ, ਮਗਰ ਨਾਲ ਹੀ ਗੁਰੂ ਸਾਹਿਬ ਦਾ ਜੋ ਦੱਸਿਆ ਹੋਇਆ ਰਸਤਾ ਉਹ ਵੀ ਅਸੀਂ ਚਾਹੁੰਦੇ ਹਾਂ, ਉਸ ਤੇ ਵੀ ਪੈਰਾ ਦੇਣਾ ਸਭ ਦਾ ਫਰਜ਼ ਬਣਦਾ। ਸੈਸ਼ਨ ਜਦ ਅੱਜ ਸੱਦ ਲਿਆ ਤੇ ਅੱਜ ਕਿਉਂ ਨਹੀਂ ਵਧਾਉਣਾ ਚਾਹੀਦਾ? ਅਗਲਾ ਦਿਨ ਅਕਲ ਦਾ ਦਿਨ, ਬਾਕੀ ਚਰਚਾਵਾਂ ਲਈ 15 ਦਿਨ ਬੁਲਾਓ ਸੈਸ਼ਨ, ਚਰਚਾਵਾਂ ਕਰੋ ਹਰ ਇਕੱਲੇ ਮੁੱਦੇ ਤੇ। ਫਲੋਰ ਟੈਸਟ ਦੀ ਮੰਗ ਕਰ ਰਿਹਾ ਅਕਾਲੀ ਦਲ। ਕੀ ਇਹ ਡਰ ਸੀਗਾ ਕਿ ਬੇਭਰੋਸਗੀ ਮਤਾ ਆ ਸਕਦਾ ਹੈ? ਦੇਖੋ ਇੱਕ ਗੱਲ ਸਪਸ਼ਟ ਹੈ, ਕਾਂਗਰਸ ਵੱਲੋਂ ਵੀ ਵਿਪ ਤੇ ਆਪ ਵੱਲੋਂ ਵੀ ਵਿਪ। ਇਹ ਤੋਂ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਪੁਰਬ ਦਾ ਕਿੰਨਾ ਸਤਿਕਾਰ ਹੈ। ਗੁਰੂ ਤੋਂ ਇਹ ਕਿੱਡੇ ਬੇਮੁਖ ਨੇ, ਗੁਰੂ ਤੋਂ ਇੰਨੇ ਦੂਰ ਹੈ। ਜੇ ਇਸ ਪੁਰਬ ਵਾਸਤੇ ਵੀ ਵਿਪ ਦੀ ਲੋੜ ਪੈ ਗਈ, ਇਹ ਤੋਂ ਹੀ ਪਤਾ ਲੱਗਦਾ ਕਿ ਜਿਹੜੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਉਣ ਵਾਲੀ ਜਿਹੜੀ ਗਾਂਧੀ ਪਰਿਵਾਰ ਦੀ ਰੂਹ ਆ, ਕਿਥੇ ਨਾ ਸਾਰਿਆਂ 'ਚ ਜਾਗ ਨਾ ਪਵੇ, ਤਦੇ ਰੌਲਾ ਪਾਉਂਦੇ ਫਿਰਦੇ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਵੀ ਅੰਦਰ ਹੋਣਗੇ ਤਾਂ ਕੀ ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ? ਨਹੀਂ, ਉਹ ਮੈਂ ਤਾਂ ਅਪੀਲ ਕਰਦਾ ਉਹਨਾਂ ਨੂੰ ਕਿ ਇਹ ਕਹਿੰਦੇ ਸੀ ਸੈਸ਼ਨ ਵਧਾਉਣਾ ਚਾਹੀਦਾ,
ਔਰ ਜੇ ਬਹੁਮਤ ਤੁਹਾਡੇ ਨਾਲ ਹੈ ਤੁਸੀਂ ਲਿਆਓ ਮਤਾ, ਨੋ ਕੌਨਫੀਡੈਂਸ ਮੋਸ਼ਨ ਲਿਆਓ ਸਰਕਾਰ ਦੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ, ਅਸੀਂ ਨਾਲ ਸਾਥ ਦੇਵਾਂਗੇ। ਔਰ ਇਸ ਲਈ ਦੇਵਾਂਗੇ ਕਿਉਂਕਿ ਤੁਸੀਂ ਕਿਹਾ 3 ਰੁਪਏ ਬੱਤੀ ਹੋਊ, ਤੁਸੀਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਹੋਣਗੇ, ਘਰ ਘਰ ਨੌਕਰੀ ਦਿੱਤੀ ਜਾਊਗੀ, ਤੇ ਜੇ ਤੁਸੀਂ ਇਹ ਕੰਮ ਪੂਰਾ ਕਰ ਸਕਦੇ ਹੋ, ਅਸੀਂ ਭਾਵੇਂ ਵਿਰੋਧੀ ਹਾਂ ਮਗਰ ਅਸੀਂ ਇਸ ਕੰਮ ਤੇ ਠੋਕੋ ਤਾਲੀ ਦਾ ਸਾਥ ਦੇਣ ਨੂੰ ਤਿਆਰ, ਠੋਕੋ ਤਾਲੀ ਦਾ ਠੋਕ ਕੇ ਸਾਥ ਦੇਵਾਂਗੇ, ਭਾਵੇਂ ਇਹਦੇ ਆਪਦੇ ਦੇਣ ਨਾ ਦੇ। ਹਾਂਜੀ, ਪਰ ਉਹਨਾਂ ਨੂੰ ਇਹ ਵੀ ਬੇਨਤੀ ਹੈ, ਸਾਰੇ ਆ ਟੀਨੂ ਜੀ ਦੱਸ ਰਹੇ ਸੀ ਆ ਗਲ 'ਚ ਪਤਾ ਨਹੀਂ ਕੀ ਕੁਝ ਪਾਇਆ ਉਹ ਸਟਾਫ ਥੱਲੇ, ਉਹ ਵੀ ਜਰਾ ਦਰਸ਼ਨ ਕਰਾ ਦੇਣ ਕਪਤਾਨ ਨੂੰ, ਠੋਕਣ ਦੀ ਕੀ ਕੁਝ ਇੱਥੇ ਬੰਨੀ ਫਿਰਦੇ ਉਹਦਾ ਵੀ ਪਤਾ ਲੱਗ ਜੇ। ਫਲੋ ਟੈਸਟ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ? ਹਾਂਜੀ, ਫਲੋ ਟੈਸਟ ਦੀ ਮੰਗ ਤਾਂ ਠੋਕੋ ਤਾਲੀ ਕਰੇ, ਨਹੀਂ ਤਾਂ ਬੇਨਕਾਬ ਨੇ ਸਾਰੇ। ਔਰ ਚਾਰੇ ਵਜ਼ੀਰ ਜਿਹੜੇ ਕਹਿੰਦੇ ਸਾਨੂੰ ਭਰੋਸਾ ਨਹੀਂ ਕਪਤਾਨ ਤੇ ਫਿਰ ਅੰਦਰ ਕੀ ਕਰਨਗੇ? ਅੱਜ ਤੁਹਾਡੇ ਚਿਹਰੇ ਨੰਗੇ ਹੋਣਗੇ ਜੇ ਰਲ ਕੇ ਖੇਡੋਗੇ। ਇਸ ਲਈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਅੱਜ, ਤੇ ਮੈਂ ਸਹਿਮਤ ਰਹੂੰਗਾ। ਅੱਜ ਵੀ ਕੁਝ ਕਿਸਾਨ ਆਏ ਹਨ ਬਾਹਰ, ਵਿਧਾਨ ਸਭਾ 'ਚ ਵੀ ਗੱਲ ਹੋਣੀ ਚਾਹੀਦੀ ਕਿਸਾਨਾਂ ਨੂੰ। ਹਾਂਜੀ, ਕਿਸਾਨ ਕੁਝ ਬਾਹਰ ਆਏ ਹਨ ਵਿਧਾਨ ਸਭਾ। ਅਸੀਂ ਤਾਂ ਆਪ ਕਹਿੰਦੇ ਆ ਜੀ, ਸਾਰੇ ਮੁੱਦੇ ਡਿਸਕਸ ਹੋਣਾ, ਕਿਵੇਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਉਹ ਵੀ ਡਿਸਕਸ ਹੋਣਾ ਚਾਹੀਦਾ। ਥੈਂਕ ਯੂ। ਵਿਕਰਮ ਮਜੀਠੀਆ ਸਿੱਧੇ ਤੌਰ ਤੇ ਮੰਗ ਕਰ ਰਹੇ ਨੇ ਕਿ ਸੈਸ਼ਨ ਆ ਜਿਹੜਾ ਉਹ ਘੱਟੋ ਘੱਟ 15 ਦਿਨ ਦਾ ਬੁਲਾਇਆ ਜਾਵੇ। ਕਿਉਂ ਲੋਕ ਮੁੱਦਿਆਂ ਤੇ ਸਰਕਾਰ ਚੁੱਪ ਹੈ? ਕਿਉਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਭੱਜ ਰਹੀ ਆ? ਸਾਰੇ ਮੁੱਦਿਆਂ ਤੇ ਸਰਕਾਰ ਜਵਾਬ ਦੇਵੇ। ਕਰ ਨੌਕਰੀ ਦਾ ਵਾਅਦਾ ਸੀ, ਹੋਰ ਵੱਡੇ ਵਾਅਦੇ ਸੀ, ਤਾਂ ਉਹ ਜਿਹੜੇ ਤਾਂ ਵਿਰੋਧੀਆਂ ਦੇ ਵੱਲੋਂ ਮੋਰਚਾ ਸਰਕਾਰ ਦੇ ਖਿਲਾਫ ਸੈਸ਼ਨ ਦੀ ਮਿਆਦ ਨੂੰ ਲੈ ਕੇ ਖੁੱਲਿਆ ਗਿਆ ਕਿ ਜੋ ਸੈਸ਼ਨ ਦੀ ਮਿਆਦ ਹੈ ਸਿਰਫ 1 ਦਿਨ ਰੱਖੀ ਗਈ ਹੈ। ਹਾਲਾਂਕਿ ਸਰਕਾਰ ਮੁੱਖ ਮੰਤਰੀ ਖੁਦ ਇਸ ਦਾ ਜ਼ਿਕਰ ਕਰ ਚੁੱਕੇ ਨੇ ਤੇ ਉਹ ਕਹਿ ਚੁੱਕੇ ਨੇ ਕਿ ਜੋ ਮੌਨਸੂਨ ਇਜਲਾਸ ਹੈ ਉਹ ਵਕਤ ਤੋਂ ਸੱਦਿਆ ਜਾਵੇਗਾ। ਇਹ ਇਜਲਾਸ 1 ਦਿਨ ਦਾ ਇਜਲਾਸ ਹੈ ਔਰ 400ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਪਰ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਆਖਿਰ ਵੱਖ-ਵੱਖ ਕਰਨ ਦੀ ਜ਼ਰੂਰਤ ਕੀ ਸੀ? ਤੁਸੀਂ ਪਹਿਲੇ ਦਿਨ ਨੂੰ ਸਮਰਪਿਤ ਕਰਦੇ ਤੇ ਉਸ ਤੋਂ ਬਾਅਦ ਜਿਹੜਾ ਸੈਸ਼ਨ ਦੇ ਬਾਕੀ ਦਿਨ ਨੇ ਉਸਦੇ ਉਹ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ। ਹਾਲਾਂਕਿ ਹੁਣ 15 ਤਰੀਕ ਦੇ ਆਸ-ਪਾਸ ਜਾ ਕੇ ਅਗਲਾ ਇਜਲਾਸ ਸੱਦਿਆ ਜਾਂਦਾ ਨਹੀਂ ਸੱਦਿਆ ਜਾਂਦਾ, ਉਸ ਦੇ ਉੱਤੇ ਸਭ ਦੀ ਨਜ਼ਰ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਸਮੇਂ ਟਿਕੀ ਹੋਈ ਹੈ। ਪਰ ਇੱਕ ਦਿਨ ਵਿਸ਼ੇਸ਼ ਇਜਲਾਸ ਦਾ ਆਗਾਜ਼ ਹੋ ਚੁੱਕਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ। ਅਕਾਲੀ ਦਲ ਤਾਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਵਾਅਦੇ ਪੂਰੇ ਕਰਨ ਦੀ ਮੰਗ ਲੈ ਕੇ ਪਹੁੰਚਿਆ ਸਦਨ ਦੇ ਬਾਹਰ, ਤੇ ਅਕਾਲੀ ਦਲ ਦੇ ਵਿਧਾਇਕ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਆਲੀ ਉੱਥੇ ਨਜ਼ਰ ਆ ਰਹੇ ਨੇ ਤੇ ਪਵਨ ਟੀਨੂ ਨਜ਼ਰ ਆ ਰਹੇ ਨੇ, NK ਸ਼ਰਮਾ ਉੱਥੇ ਨਜ਼ਰ ਆਏ, ਜਿਹੜੇ ਵੱਖ-ਵੱਖ ਵਿਧਾਇਕ ਨੇ ਉਹ ਉੱਥੇ ਨਜ਼ਰ ਆਏ, ਰੋਜ਼ੀ ਬਰਕੰਦੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਕੁਝ ਇਸ ਤਰੀਕੇ ਨਾਲ ਹੀ ਹਰਿੰਦਰਪਾਲ ਚੰਦੂ ਮਾਜਰਾ ਵੀ ਉੱਥੇ ਨਜ਼ਰ ਆ ਰਹੇ ਨੇ। ਤੇ ਇਹ ਜਿਹੜੇ ਵਿਧਾਇਕ ਨੇ ਇਹਨਾਂ ਦੇ ਵੱਲੋਂ ਮੰਗ ਰੱਖੀ ਗਈ ਕਿ ਸੈਸ਼ਨ ਸੱਦਿਆ ਤਾਂ ਗਿਆ ਪਰ ਮਿਆਦ ਬਹੁਤ ਘੱਟ ਹੈ, 1 ਦਿਨ ਦਾ ਨਹੀਂ ਬਲਕਿ 15 ਦਿਨ ਦਾ ਸੈਸ਼ਨ ਸੱਦਣ ਦੀ ਸਰਕਾਰ ਨੂੰ ਜ਼ਰੂਰਤ ਸੀ। ਸੈਸ਼ਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 1 ਦਿਨ ਦਾ ਸੈਸ਼ਨ ਹੈ, 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਤੇ ਇਸ ਵਿਚਾਲੇ ਆਗਾਜ਼ ਹੋ ਚੁੱਕਾ ਹੈ। 10 ਵਜੇ ਦਾ ਸਮਾਂ ਸੀ, 10 ਵਜੇ ਆਗਾਜ਼ ਹੋਇਆ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਦੇ ਨਾਲ 11 ਵਜੇ ਤੱਕ ਦੇ ਲਈ ਕਾਰਵਾਈ ਨੂੰ ਮੁਲਤਵੀ ਵੀ ਕਰ ਦਿੱਤਾ ਗਿਆ। ਆਮ ਤੌਰ ਤੇ ਇਸ ਤਰੀਕੇ ਨਾਲ ਹੀ ਹੁੰਦਾ ਕਿ ਜਦੋਂ ਆਗਾਜ਼ ਹੁੰਦਾ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਥੋੜੇ ਸਮੇਂ ਦੇ ਲਈ। ਜੇ ਲੰਬਾ ਹੋਵੇ ਇਜਲਾਸ, ਕਈ ਦਿਨਾਂ ਦਾ ਹੋਵੇ ਤਾਂ ਅਗਲੇ ਦਿਨ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਦੂਜੀ ਸਿਟਿੰਗ ਤੱਕ, ਦਿਨ 'ਚ 2 ਸਿਟਿੰਗਸ ਹੁੰਦੀਆਂ ਨੇ, ਦੂਜੀ ਸਿਟਿੰਗ ਤੱਕ ਮੁਲਤਵੀ ਕਰ ਦਿੱਤੀ ਜਾਂਦੀ ਹੈ। ਪਰ ਅੱਜ 1 ਹੀ ਦਿਨ ਦਾ ਇਜਲਾਸ ਹੈ, ਇਸ ਕਰਕੇ ਸਿਰਫ 1 ਘੰਟੇ ਦੇ ਲਈ ਹੀ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ, ਕਰੀਬ 1 ਘੰਟੇ ਦੇ ਲਈ ਜੋ ਆਗਾਜ਼ ਹੋਇਆ ਸੀ। ਤੇ ਹੁਣ 11 ਵਜੇ ਆਗਾਜ਼ ਹੋਏਗਾ ਤੇ ਜਿਵੇਂ ਵਿਧਾਇਕ ਵੀ ਜਾਣਕਾਰੀ ਸਾਡੇ ਸਹਿਯੋਗੀਆਂ ਨੂੰ ਦੇ ਕੇ ਗਏ ਨੇ ਕਿ ਇਹ ਜਿਹੜਾ ਪੂਰਾ ਇਜਲਾਸ ਹੈ ਇਹ ਸਮਰਪਿਤ ਹੈ, ਇਸ ਕਰਕੇ ਵੱਖ-ਵੱਖ ਜਿਹੜੇ ਸੈਸ਼ਨ ਹੁੰਦੇ ਨੇ, ਚਾਹੇ ਕੁਐਸਚਨ ਆਰ ਹੋਵੇ ਜਾਂ ਫਿਰ ਜਿਹੜੇ ਹੋਰ ਬਿਜ਼ਨਸ ਦੇ ਆਰਜ਼ ਹੁੰਦੇ ਨੇ, ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਹੋਣਗੇ, ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ 400ਵਾਂ ਪ੍ਰਕਾਸ਼ ਪੁਰਬ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ 1621 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅੰਮ੍ਰਿਤਸਰ ਵਿਖੇ ਤੇ ਹੁਣ 2021 ਦੇ ਵਿੱਚ ਉਹਨਾਂ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੇ ਫਲਸਫੇ ਨੂੰ, ਉਹਨਾਂ ਦੇ ਵੱਲੋਂ ਦਿਖਾਏ ਗਏ ਰਾਹ ਨੂੰ ਯਾਦ ਕੀਤਾ ਜਾ ਰਿਹਾ। ਤਾਂ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਕਿ ਆਖਿਰ ਵਿਰੋਧੀ ਧਿਰ ਦੇ ਵਿਧਾਇਕ ਕੀ ਚਾਹੁੰਦੇ ਨੇ, ਕੀ ਉਹਨਾਂ ਦਾ ਤਰਕ ਹੈ, ਕੀ ਉਹ ਸੈਸ਼ਨ ਨੂੰ ਲੈ ਕੇ ਮੰਗ ਰੱਖ ਰਹੇ ਨੇ ਤਾਂ ਕੀ ਕੁਝ ਸੈਸ਼ਨ ਦੇ ਅੰਦਰ ਕਰਨਗੇ। ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਦੇ ਨਾਲ।
ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇੱਕ ਵਾਰ ਸੈਸ਼ਨ ਜਿਹੜਾ ਵਾ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਸਮਰਪਿਤ ਸੈਸ਼ਨ ਹੈ, ਔਰ ਸਾਡੀ ਜਿਹੜੀ ਹੈ ਪਹਿਲਾਂ ਤੋਂ ਹੀ ਮੰਗ ਰਹੀ ਹੈ ਕਿ ਸੈਸ਼ਨ ਜਿਹੜੇ ਆ ਉਹ ਲੰਬੇ ਹੋਣੇ ਚਾਹੀਦੇ ਆ, ਕਿਉਂਕਿ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਇਸ ਵਿਧਾਨ ਸਭਾ ਦੇ ਵਿੱਚ ਬੈਠ ਕੇ ਡਿਸਕਸ ਹੋਣੇ ਆ। ਔਰ ਬਦਕਿਸਮਤੀ ਇਹ ਹੈ ਕਿ ਇਹ ਸੈਸ਼ਨ ਜਿਹੜੇ ਆ ਬਹੁਤ ਛੋਟੇ ਕਰ ਦਿੱਤੇ ਗਏ ਆ। ਅੱਜ ਅਸੀਂ ਬਾਰ-ਬਾਰ ਮੰਗ ਵੀ ਕਰਦੇ ਰਹੇ ਮੀਡੀਆ ਦੇ ਜ਼ਰੀਏ, ਸਪੀਕਰ ਸਾਹਿਬ ਨੂੰ ਮਿਲਾਂਗੇ ਵੀ ਕਿ ਜਿਹੜਾ ਅੱਜ ਇਹ ਸੈਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕਰਕੇ ਇੱਥੇ ਖਤਮ ਨਾ ਕੀਤਾ ਜਾਵੇ, ਲੰਬਾ ਕੀਤਾ ਜਾਵੇ। ਇਹਦੇ ਨਾਲ ਜਿੰਨੇ ਵੀ ਪੰਜਾਬ ਦੇ ਅੱਜ ਭਖਦੇ ਮਸਲੇ ਨੇ, ਉਹ ਭਾਵੇਂ ਵਿਦਿਆਰਥੀਆਂ ਦੇ ਨੇ, ਨੌਜਵਾਨਾਂ ਦੇ ਨੇ, ਔਰਤਾਂ ਦੇ ਨੇ, ਮਹਿਲਾਵਾਂ ਦੇ ਨਾਲ ਜਿਹੜੇ ਸਾਡੇ ਵਪਾਰੀ ਵਰਗ ਹੈ, ਸਾਡਾ ਜਿਹੜਾ ਮੱਧਮ ਵਰਗ ਹੈ, ਨਾਲ ਮੁਲਾਜ਼ਮ ਨੇ, ਉਹਨਾਂ ਦੀਆਂ ਕਿੰਨੀਆਂ ਮੰਗਾਂ ਨੇ, ਕਿਸਾਨੀ ਤੇ ਮਜ਼ਦੂਰੀ ਦਾ ਕੀ ਹਾਲ ਹੈ, ਇਹ ਸਾਰੇ ਮਸਲੇ ਇੱਥੇ ਬੈਠ ਕੇ ਸਿਰ ਜੋੜ ਕੇ ਜਿਹੜੇ ਆ ਆਪਣੀਆਂ ਸਮੱਸਿਆਵਾਂ ਦਾ ਗੱਲਬਾਤ ਕਰਕੇ ਉਹਨਾਂ ਦਾ ਹੱਲ ਕਰਕੇ ਜਿਹੜੇ ਨਿਕਲਣੇ ਚਾਹੀਦੇ ਆ। ਮੁੱਖ ਮੰਤਰੀ ਤਾਂ ਕਹਿ ਰਹੇ ਕਿ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਵਕਤ ਤੋਂ ਬੁਲਾਇਆ ਜਾਏਗਾ। ਕਦੋਂ ਬੁਲਾਇਆ ਜਾਵੇਗਾ? ਉਹ ਮੁੱਖ ਮੰਤਰੀ ਸਾਹਿਬ ਦੀ ਗੱਲ ਤੇ ਕਿਹੜਾ ਯਕੀਨ ਰਹਿ ਗਿਆ? ਉਹ ਤਾਂ ਕਦੀ ਕਹਿ ਦਿੰਦੇ ਕਿ ਬਿਜਲੀ ਸਮਝੌਤੇ ਰੱਦ ਕਰ ਰਹੇ ਆ ਤੇ ਕਦੇ ਕਹਿ ਰਹੇ ਆ ਕਿ ਇਹ ਤੋਂ ਬਿਨਾਂ ਸਾਡਾ ਸਰਨਾ ਨਹੀਂ ਹੈ। ਮੁੱਖ ਮੰਤਰੀ ਸਾਹਿਬ ਨੂੰ ਗੱਲ ਜਿੱਦਾਂ ਲੋਕੀ ਹੁਣ ਬਹੁਤਾ ਸੀਰੀਅਸ ਨਹੀਂ ਲੈਂਦੇ। ਤੁਹਾਡਾ ਅਕਾਲੀ ਦਲ ਤਾਂ ਪ੍ਰਦਰਸ਼ਨ ਕਰ ਰਿਹਾ, ਤਖਤੀਆਂ ਲੈ ਕੇ ਗਿਆ, ਆਮ ਆਦਮੀ ਪਾਰਟੀ ਵੀ ਪ੍ਰਦਰਸ਼ਨ ਕਰੇਗੀ। ਅਕਾਲੀ ਦਲ ਦੇ ਖਿਲਾਫ ਲੋਕ ਪ੍ਰਦਰਸ਼ਨ ਕਰ ਰਹੇ ਨੇ, ਅਕਾਲੀ ਦਲ ਨੇ ਕੀ ਪ੍ਰਦਰਸ਼ਨ ਕਰਨਾ? ਉਹ ਤਾਂ ਤੁਹਾਡੇ ਸਾਹਮਣੇ ਆ ਕਿ ਜਿੱਥੋਂ ਵੀ ਸੁਖਬੀਰ ਬਾਦਲ ਲੱਗਦਾ, ਜਿਵੇਂ ਉਹ ਮਗਰ ਡਾਂਗਾਂ ਲਈ ਲੋਕੀ ਫਿਰਦੇ ਨੇ, ਕਹਿੰਦੇ ਤੁਸੀਂ ਕੱਲ ਕਾਨੂੰਨਾਂ ਦੇ ਹੱਕ 'ਚ ਸੀਗੇ, ਪਰਸੋਂ ਵੀ ਹੱਕ 'ਚ ਸੀਗੇ, ਆਉਣ ਵਾਲੇ ਸਮੇਂ 'ਚ ਵੀ ਹੱਕ 'ਚ ਆ, ਅੱਜ ਵੀ ਹੱਕ 'ਚ ਆ, ਪਰ ਲੋਕਾਂ ਨੂੰ ਡਰਾਮਾ ਕਰਕੇ ਦੱਸਦੇ। ਲੇਕਿਨ ਅੱਜ ਗੁਰੂ ਸਾਹਿਬ ਨੂੰ ਸਮਰਪਿਤ ਵਿਧਾਨ ਸਭਾ ਦਾ ਇਜਲਾਸ ਹੈ, ਤੁਹਾਨੂੰ ਲੱਗਦਾ ਨਹੀਂ ਸਿਆਸਤ ਨਹੀਂ ਹੋਣੀ ਚਾਹੀਦੀ? ਅੱਜ ਹਰ ਕਿਸੇ ਨੂੰ ਸਿੱਖਿਆਵਾਂ ਦੇ ਉੱਤੇ ਕੰਮ ਕਰਨਾ ਚਾਹੀਦਾ? ਨਹੀਂ, ਸੈਸ਼ਨ ਦੇ ਅੰਦਰ ਤੁਸੀਂ ਗਏ ਨਹੀਂ, ਬਾਹਰੇ ਰੌਲਾ ਪਾਈ ਜਾਂਦੇ ਹੋ, ਤਖਤੀਆਂ ਲਈ ਫਿਰਦੇ ਹੋ, ਉਹ ਕੀ ਆ? ਸਿਰਫ ਖਬਰ ਬਣਾਉਣ ਦੇ ਲਈ ਅੰਦਰ ਜਾ ਕੇ ਗੱਲ ਕਰੋ ਨਾ ਜਿੱਥੇ ਕਰਨਾ। ਸਿਆਸਤ ਤਾਂ ਆਮ ਆਦਮੀ ਪਾਰਟੀ ਵੀ ਕਰਦੀ ਹੋਈ ਨਜ਼ਰ ਆ ਰਹੀ, ਉਹ ਵੀ ਸਵਾਲ ਚੱਕ ਰਹੀ ਹੈ। ਸਿਆਸਤ ਕਰਨੀ ਚਾਹੀਦੀ, ਪਰ ਪੋਜ਼ਿਟਿਵ ਕਰਨੀ ਚਾਹੀਦੀ ਹੈ। ਸਿਆਸਤ ਮਾੜਾ ਸ਼ਬਦ ਨਹੀਂ ਹੈ। ਸਿਆਸਤ ਸਾਡੀ ਕਾਹਦੀ ਹੈ? ਸਾਡੀ ਸਿਆਸਤ ਇਹ ਹੈ ਕਿ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰੋ, ਤੇ ਉਹ ਕਹਿੰਦੇ ਨੇ ਕਿ ਸਮੱਸਿਆਵਾਂ ਅਸੀਂ ਖੜੀ ਕਰਨੀ ਹੈ। ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਹੱਲ ਕਰੇ। 10 ਸਾਲ ਰਹੇ ਨੇ, ਕੀ ਕੀਤਾ ਉਹਨਾਂ ਨੇ? ਕਿਹੜੀ ਸਮੱਸਿਆ ਹੱਲ ਕੀਤੀ ਹੈ? ਕੱਲ ਕਹਿ ਰਹੇ ਸੀ, ਇੱਕ ਮੈਂ ਬੁਲਾਰਾ ਉਹਨਾਂ ਦਾ ਸੁਣਿਆ ਕਿ ਸੁਖਬੀਰ ਬਾਦਲ ਸਾਹਿਬ ਜਿਹੜੇ ਆ ਉਹ ਅਕਾਲੀ ਦਲ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹ ਜਨ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਮੈਂ ਉਹਨੂੰ ਪੁੱਛਿਆ ਕੀ ਪਾਲਿਸੀ ਆ? ਕਿ ਟਰਾਂਸਪੋਰਟ ਤੇ ਕਿੱਦਾਂ ਕਬਜ਼ਾ ਕਰਨਾ। ਹੁਣ ਇਹ ਤਾਂ ਘੁੰਮ ਰਹੇ ਨੇ ਕਿ ਕਿਹੜੀ ਖੱਡ ਬਚ ਗਈ ਸੀ ਸਾਡੇ ਕੋਲ, ਕਿਹੜੀ ਖੱਡ ਤੇ ਕਬਜ਼ਾ ਕਰਨਾ, ਕਿ ਜਾਂ ਉਹ ਦੇਖ ਰਹੇ ਨੇ ਵੀ ਕਿਹੜਾ ਹਲਕਾ ਜਿਹੜਾ ਉਹ ਨਸ਼ੇ ਤੋਂ ਬਚ ਗਿਆ। ਅੱਜ ਤੱਕ ਦਿੱਤਾ ਕੀ ਹੈ? ਟਰਾਂਸਪੋਰਟ ਖੋਈ ਹੈ। ਸਾਡਾ ਜਿੰਨਾ ਵੀ ਮਾਫੀਆ ਵਧੇ ਨੇ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਕੌਣ ਪਿੱਛੇ ਜ਼ਿੰਮੇਵਾਰ ਰਿਹਾ? 10 ਸਾਲ ਜਿਹਨਾਂ ਦੀ ਸਰਕਾਰ ਰਹੀ ਹੈ ਉਹੀ ਜ਼ਿੰਮੇਵਾਰ ਨੇ। ਹੁਣ ਤੁਹਾਡਾ ਅੰਦਰ ਕੀ ਸਟੈਂਡ ਰਹੇਗਾ? ਅਸੀਂ ਚੱਲੇ ਹਾਂ ਤੇ ਸਾਡੇ ਬਾਕੀ ਵਿਧਾਇਕ ਸਾਹਿਬਾਨ ਗਏ ਹੋਏ ਨੇ ਤੇ ਆਪਾਂ ਜਾ ਰਹੇ ਹਾਂ, ਅਸੀਂ ਆਪਣੇ ਪੰਜਾਬ ਦੀ ਗੱਲ ਕਰਾਂਗੇ। ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿ ਰਹੇ ਕਿ ਸਿਆਸਤ ਅਕਾਲੀ ਦਲ ਕਰ ਰਿਹਾ, ਅਕਾਲੀ ਦਲ ਦੇ ਉੱਤੇ ਇਲਜ਼ਾਮ ਜਿਹੜੇ ਨੇ ਉਹ ਮੜੇ ਜਾ ਰਹੇ, ਲੇਕਿਨ ਸਿਆਸਤ ਕਿਸ ਤਰੀਕੇ ਦੇ ਨਾਲ ਹੋ ਰਹੀ, ਕੌਣ ਕਰ ਰਿਹਾ, ਕਿਸ ਤਰੀਕੇ ਨਾਲ ਕੀ ਸਿਨੈਰੀਓ ਬਣ ਰਿਹਾ, ਹਰ ਕੋਈ ਦੇਖ ਰਿਹਾ, ਪੰਜਾਬ ਦੇ ਲੋਕ ਦੇਖ ਰਹੇ ਹਨ। ਤਾਂ ਵਿਰੋਧੀ ਧਿਰ ਦੇ ਆਗੂ ਵਿਧਾਇਕ ਲਗਾਤਾਰ ਮੰਗ ਕਰ ਰਹੇ ਨੇ ਕਿ ਜੋ ਸੈਸ਼ਨ ਹੈ ਉਸ ਦੀ ਮਿਆਦ ਵਧਾਈ ਜਾਵੇ। ਵਿਧਾਨ ਸਭਾ ਦੇ ਇੱਕ ਦਿਨ ਵਿਸ਼ੇਸ਼ ਇਜਲਾਸ ਦਾ ਆਗਾਜ਼ ਹੋ ਚੁੱਕਿਆ ਹੈ, ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਆਖਿਰ ਇਸ ਸਮੇਂ ਇੱਕ ਦਿਨ ਦੇ ਇਜਲਾਸ ਨੂੰ ਲੈ ਕੇ ਕਿਉਂ ਵਿਰੋਧੀ ਸਵਾਲ ਚੁੱਕ ਰਹੇ ਨੇ। ਮੁੱਖ ਮੰਤਰੀ ਇਸ ਦਾ ਜ਼ਿਕਰ ਕਰ ਚੁੱਕੇ ਨੇ ਕਿ ਵਕਤ ਤੋਂ ਮੌਨਸੂਨ ਇਜਲਾਸ ਸੱਦਿਆ ਜਾਵੇਗਾ। ਦਰਅਸਲ ਪੰਜਾਬ ਦੇ ਵਿੱਚ ਮੁੱਦੇ ਤਾਂ ਬਹੁਤ ਸਾਰੇ ਨੇ। ਇਨਫੈਕਟ 2022 ਦੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਸੈਸ਼ਨ ਦੇ ਦਿਨ ਹੋਣਗੇ, ਉਹ ਚਾਹੇ ਮੌਨਸੂਨ ਇਜਲਾਸ ਹੋਵੇ ਜਾਂ ਵਿੰਟਰ ਇਜਲਾਸ ਹੋਵੇ, ਤਾਂ ਉਸ ਨੂੰ ਲੈ ਕੇ ਵਿਰੋਧੀ ਤਾਂ ਸਰਕਾਰ ਨੂੰ ਘੇਰਨਗੇ। ਅਸੀਂ ਵੱਖ-ਵੱਖ ਮੌਕਿਆਂ ਦੇ ਉੱਤੇ ਦੇਖਿਆ, ਜਦੋਂ ਬਜਟ ਇਜਲਾਸ ਹੋਏ ਪਿਛਲੇ ਜੋ ਸਾਲ ਲੰਘੇ ਨੇ ਉਹਨਾਂ ਦੇ ਵਿੱਚ, ਤਾਂ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲਗਾਤਾਰ ਇਸ ਕੋਸ਼ਿਸ਼ ਦੇ ਵਿਚਾਲੇ ਸੈਸ਼ਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿ ਬਹੁਤ ਛੋਟੇ ਹੁੰਦੇ ਜਾ ਰਹੇ ਨੇ ਸੈਸ਼ਨ, ਇਹਨਾਂ ਦੀ ਮਿਆਦ ਵੱਧ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰਾਂ ਦਾ ਤਰਕ ਪਹਿਲਾਂ ਤੋਂ ਰਿਹਾ ਹੈ ਕਿ ਬਿਜ਼ਨਸ ਨਹੀਂ ਹੈ, ਜੇ ਬਿਜ਼ਨਸ ਹੋਵੇ ਜੇ ਬਿਜ਼ਨਸ ਹੋਵੇ ਤਾਂ ਫਿਰ ਉਸ ਦਾ ਇਜਲਾਸ ਦਾ ਸਮਾਂ ਵਧਾਇਆ ਜਾ ਸਕਦਾ ਹੈ। ਵਿਰੋਧੀ ਕਹਿ ਰਹੇ ਨੇ ਕਿ ਮੌਕਾ ਹੁੰਦਾ ਹੈ, ਕਿਉਂ ਨਹੀਂ ਹੁੰਦਾ? ਬਿਜ਼ਨਸ ਤਾਂ ਹੈ, ਲੋਕਾਂ ਦੇ ਮੁੱਦਿਆਂ ਉੱਤੇ ਗੱਲ ਹੋਣੀ ਚਾਹੀਦੀ ਹੈ। ਖੈਰ, ਸੈਸ਼ਨ ਦੀ ਮਿਆਦ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਨੇ। ਵਿਧਾਨ ਸਭਾ ਦੇ ਬਾਹਰ ਆ ਕੇ ਨਾਅਰੇਬਾਜ਼ੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। 11 ਵਜੇ ਇੱਕ ਵਾਰ ਫਿਰ ਤੋਂ ਕਾਰਵਾਈ ਸ਼ੁਰੂ ਹੋਣੀ ਹੈ। ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਹੈ। ਇਹ ਪੂਰਾ ਵਿਸ਼ੇਸ਼ ਜਲਸਾ ਹੈ। ਸਿੱਧਾ ਰੁਖ ਕਰਦੇ ਹਾਂ ਪੰਕਜ ਕਪਾਹੀ ਦਾ। ਇਸ ਸਮੇਂ ਪ੍ਰਦਰਸ਼ਨ ਹੁੰਦਾ ਹੋਇਆ ਵਿਧਾਨ ਸਭਾ ਦੇ ਬਾਹਰ ਨਜ਼ਰ ਆ ਰਿਹਾ ਹੈ। ਪੰਕਜ, ਓਵਰ ਟੂ ਯੂ।
ਵਾਪਸ ਜਾਣੇ ਅਸੀਂ ਪੰਕਜ ਦੇ ਕੋਲ। ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਕਰਮ ਮਜੀਠੀਆ ਦੀ ਅਗਵਾਈ ਦੇ ਵਿੱਚ ਹੱਥਾਂ 'ਚ ਤਖਤੀਆਂ ਫੜ ਕੇ ਅਕਾਲੀ ਦਲ ਦੇ ਵਿਧਾਇਕ ਪਹੁੰਚੇ ਤੇ ਵਾਅਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਤੇ ਦੂਜੇ ਪਾਸੇ ਵਿਧਾਨ ਸਭਾ ਇਜਲਾਸ ਦੀ ਮਿਆਦ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ। ਬਿਕਰਮ ਮਜੀਠੀਆ ਜ਼ਿਕਰ ਕਰ ਰਹੇ ਸੀ ਕਿ ਮਿਆਦ ਤਾਂ ਵਧਾਉਣੀ ਚਾਹੀਦੀ ਹੈ, ਆਖਿਰ 15 ਦਿਨ ਹੋਣੀ ਚਾਹੀਦੀ ਹੈ। ਕਿਉਂ ਨਹੀਂ ਲੋਕਾਂ ਦੇ ਮੁੱਦਿਆਂ ਉੱਤੇ ਸਰਕਾਰ ਗੱਲ ਕਰਦੀ, ਕਿਉਂ ਗੱਲ ਕਰਨ ਤੋਂ ਭੱਜ ਰਹੀ ਹੈ? ਸਭ ਇਲਜ਼ਾਮ ਲਗਾਏ ਗਏ ਤੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਸਮੇਂ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਕਜ ਦਾ ਇੱਕ ਵਾਰ ਫਿਰ ਅਸੀਂ ਰੁਕ ਕਰਦੇ ਹਾਂ ਵਿਧਾਨ ਸਭਾ ਤੋਂ। ਪੰਕਜ ਕਪਾਹੀ ਲਗਾਤਾਰ ਸਾਡੇ ਨਾਲ ਨੇ। ਪੰਕਜ, ਓਵਰ ਟੂ ਯੂ। ਬਿਲਕੁਲ ਗੌਰਵ, ਕਿਉਂਕਿ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਵਿਧਾਨ ਸਭਾ ਦਾ ਇਜਲਾਸ ਸਿਰਫ ਇੱਕ ਦਿਨ ਦਾ ਕਿਉਂ ਬੁਲਾਇਆ ਗਿਆ। ਅਗਰ ਗੁਰੂ ਸਾਹਿਬ ਨੂੰ ਸਮਰਪਿਤ ਕਰਨਾ ਹੈ ਤਾਂ ਅੱਜ ਦਾ ਦਿਨ ਸਮਰਪਿਤ ਕਰ ਦਿੰਦੇ, ਉਸ ਤੋਂ ਬਾਅਦ ਅੱਗੇ ਕੰਟੀਨਿਊ ਜਿਹੜਾ ਵਾ 10 ਦਿਨ ਦਾ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਚਾਹੀਦਾ ਸੀ। ਇਹ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਮੰਗ ਹੈ ਔਰ ਇਸੇ ਵਜ੍ਹਾ ਕਰਕੇ ਵਿਧਾਨ ਸਭਾ ਦੇ ਇਜਲਾਸ ਦੀ ਸ਼ੁਰੂਆਤ ਦੇ ਵਿੱਚ ਹੀ ਅਜੇ ਐਂਟਰ ਹੋਣਾ ਸੀ, ਉਸ ਤੋਂ ਪਹਿਲਾਂ ਅਕਾਲੀ ਦਲ ਤਖਤੀਆਂ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਾ ਹੋਇਆ ਨਜ਼ਰ ਆਇਆ। ਚਾਹੇ ਤਮਾਮ ਮਸਲਿਆਂ ਨੂੰ ਲੈ ਕੇ ਕਿ ਇਹ ਵਾਅਦੇ ਜਿਹੜੇ ਨੇ ਉਹ 5 ਸਾਲ ਪਹਿਲਾਂ ਕੀਤੇ ਗਏ ਸੀਗੇ ਲੇਕਿਨ ਉਹ ਵਾਅਦੇ ਅਧੂਰੇ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੱਡਾ ਇਲਜ਼ਾਮ ਲਗਾਇਆ। ਆਮ ਆਦਮੀ ਪਾਰਟੀ ਕਹਿ ਰਹੀ ਕਿ ਜੋ ਹਾਲਾਤ ਇਸ ਵੇਲੇ ਬਣ ਰਹੇ ਨੇ ਉਹਨਾਂ ਹਾਲਾਤਾਂ 'ਚ ਤਾਂ ਇੰਜ ਲੱਗ ਰਿਹਾ ਜਿਵੇਂ ਅਕਾਲੀ ਦਲ ਤੇ ਬੀਜੇਪੀ ਮਿਲ ਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦਾ ਹੈ। ਇਹੀ ਇਲਜ਼ਾਮ ਅਕਾਲੀ ਦਲ ਨੇ ਲਗਾਏ। ਅਕਾਲੀ ਦਲ ਕਹਿ ਰਹੇ ਕਿ ਕਾਂਗਰਸ ਤੇ ਬੀਜੇਪੀ ਮਿਲ ਕੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹ ਰਹੇ। ਇਸ ਤਰੀਕੇ ਦੇ ਪੰਜਾਬ 'ਚ ਜੋ ਹਾਲਾਤ ਬਣ ਰਹੇ ਹੈ, ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ ਔਰ ਇਸੇ ਵਜ੍ਹਾ ਕਰਕੇ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਅਰੇਬਾਜ਼ੀ ਵੀ ਦੇਖਣ ਨੂੰ ਮਿਲੀ ਔਰ ਤਖਤੀਆਂ ਵੀ ਦੇਖਣ ਨੂੰ ਮਿਲੀਆਂ ਔਰ ਇਹ ਤਸਵੀਰਾਂ ਦਿਖਾਉਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਹੁਣ ਇੱਕ ਵਾਰ ਫਿਰ ਥੋੜੀ ਦੇਰ ਬਾਅਦ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਏਗਾ ਔਰ ਨਾਰਾਜ਼ਗੀ ਜਿਹੜੀ ਹੈ, ਗੁੱਸਾ ਜਿਹੜਾ ਵਾ, ਰੋਸ ਜਿਹੜਾ ਵਾ ਉਹ ਅਕਾਲੀ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦੇ ਖਿਲਾਫ ਦੇਖਣ ਨੂੰ ਮਿਲ ਰਿਹਾ ਔਰ ਇਸ ਕਰਕੇ ਵੀ ਦੇਖਣ ਨੂੰ ਮਿਲ ਰਿਹਾ ਕਿ ਵਿਧਾਨ ਸਭਾ ਦਾ ਇਜਲਾਸ ਲੰਬਾ ਹੋਣਾ ਚਾਹੀਦਾ ਸੀ, ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਸੀ। ਹਾਲਾਂਕਿ ਮੁੱਖ ਮੰਤਰੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਮੁੱਖ ਮੰਤਰੀ ਦਾ ਇਹ ਕਹਿਣਾ ਹੈ ਕਿ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਬਾਅਦ ਵਿੱਚ ਬੁਲਾਇਆ ਜਾਏਗਾ, ਉਹ ਵੱਖਰੇ ਪੱਧਰ ਤੇ ਬੁਲਾਇਆ ਜਾਏਗਾ ਔਰ ਉਹ 7-8 ਦਿਨ ਦਾ ਹੋ ਸਕਦਾ ਵਾ। ਲੇਕਿਨ ਪਹਿਲੇ ਦਿਨ ਜਦੋਂ ਅੱਜ ਇੱਕੋ ਦਿਨ ਦਾ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਹੈ, ਉਸ ਦਿਨ ਅੱਜ ਵੀ ਗੁੱਸਾ ਜਿਹੜਾ ਵਾ ਉਹ ਸਰਕਾਰ ਦੇ ਖਿਲਾਫ, ਨਾਰਾਜ਼ਗੀ ਜਿਹੜੀ ਹੈ ਵਿਰੋਧੀ ਪਾਰਟੀਆਂ ਦੀ ਸ਼ੁਰੂਆਤ ਦੇ ਵਿੱਚ ਹੀ ਗੌਰਵ ਦੇਖਣ ਨੂੰ ਮਿਲੀ ਹੈ ਔਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕਈ ਸਾਰੇ ਇਲਜ਼ਾਮ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਮੜੇ ਨੇ। ਦੂਜੇ ਪਾਸੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਸਰਕਾਰ ਨੂੰ ਵੀ ਘੇਰਿਆ ਔਰ ਅਕਾਲੀ ਦਲ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਵਾ। ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਰਾਜਕੁਮਾਰ ਵੇਰਕਾ, ਉਹ ਸਰਕਾਰ ਨੂੰ ਕਿਤੇ ਨਾ ਕਿਤੇ ਇਸ ਵੇਲੇ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਇਜਲਾਸ ਵੱਖਰੇ ਤੌਰ ਤੇ ਮੌਨਸੂਨ ਦਾ ਬੁਲਾਇਆ ਜਾਏਗਾ। ਅੱਜ ਦਾ ਦਿਨ ਸਿਰਫ ਗੁਰੂ ਸਾਹਿਬ ਨੂੰ ਸਮਰਪਿਤ ਹੈ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ ਔਰ ਇਸੇ ਵਜ੍ਹਾ ਕਰਕੇ ਸਿਰਫ ਇੱਕ ਦਿਨ ਦਾ ਇਜਲਾਸ ਜਿਹੜਾ ਗੌਰਵ ਬੁਲਾਇਆ ਗਿਆ। ਠੀਕ ਹੈ ਪੰਕਜ, ਇੱਕ ਵਾਰ ਤਸਵੀਰਾਂ ਦਿਖਾ ਦਿਓ ਸਾਰੀਆਂ ਵਿਧਾਨ ਸਭਾ ਦੇ ਬਾਹਰ ਇਸ ਸਮੇਂ ਕੀ ਕੁਝ ਹਲਚਲ ਹੈ ਕਿ ਸਾਰੇ ਵਿਧਾਇਕ ਹੁਣ ਅੰਦਰ ਜਾ ਚੁੱਕੇ ਨੇ ਜਾਂ ਅਜੇ ਵੀ ਬਾਹਰ ਰੁਕੇ ਹੋਏ ਨੇ? ਕਿਉਂਕਿ 11 ਵਜੇ ਮੁੜ ਤੋਂ ਕਾਰਵਾਈ ਦਾ ਆਗਾਜ਼ ਹੋਣਾ ਹੈ। 11 ਵਜੇ ਤੱਕ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ। ਪੰਕਜ, ਬਿਲਕੁਲ ਗੌਰਵ, ਇਸ ਵੇਲੇ ਵਿਧਾਨ ਸਭਾ ਦੇ ਅੰਦਰ ਤਸਵੀਰਾਂ ਮੈਂ ਦਿਖਾਣਾ ਚਾਹੂੰਗਾ ਕਿਉਂਕਿ ਸ਼ੁਰੂਆਤ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣੀ ਹੁੰਦੀ ਹੈ। ਉਹ ਸ਼ਰਧਾਂਜਲੀ ਜਿਹੜੀ ਵਿਛੜੀ ਰੂਹਾਂ ਨੂੰ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਜਿਹੜਾ ਵਾ ਉਹ ਰਣਨੀਤੀ ਬਣਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ, ਅੱਗੇ ਕਿਸ ਤਰੀਕੇ ਨਾਲ ਰੁਖ ਜਿਹੜਾ ਵਾ ਉਹ ਰਹਿਣਾ ਚਾਹੀਦਾ ਵਾ ਔਰ ਰਣਨੀਤੀ ਜਿਹੜੀ ਹੈ ਉਹ ਕਰੀ ਜਾ ਰਹੀ ਹੈ। ਔਰ ਇਹ ਵਿਧਾਨ ਸਭਾ ਦੇ ਅੰਦਰ ਦੀਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਸਾਰੇ ਵਿਧਾਇਕ ਜਿਹੜੇ ਨੇ 117 ਦੇ 117 ਵਿਧਾਇਕ ਜਿਹੜੇ ਨੇ ਉਹ ਅੰਦਰ ਵਿਧਾਨ ਸਭਾ ਦੇ ਮੌਜੂਦ ਨੇ ਔਰ ਵੱਖ-ਵੱਖ ਥਾਵਾਂ ਤੇ ਜਿਹੜਾ ਵਾ ਉਹ ਅਕਾਲੀ ਦਲ ਆਪਣੀ ਰਣਨੀਤੀ ਘੜ ਰਿਹਾ ਕਿਉਂਕਿ 11 ਵਜੇ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣਾ। ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਕਿ ਅੱਜ ਅਸੀਂ ਸਦਨ ਦੇ ਅੰਦਰ ਜਿਹੜਾ ਵਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਪ੍ਰੋਟੈਸਟ ਨਹੀਂ ਕਰਾਂਗੇ। ਅਸੀਂ ਗੁਰੂ ਸਾਹਿਬ ਦੇ ਨੂੰ ਸਮਰਪਿਤ ਹੈ ਤਾਂ ਗੁਰੂ ਸਾਹਿਬ ਨੂੰ ਹੀ ਜਿਹੜਾ ਵਾ ਉਹ ਉਸੇ ਹਿਸਾਬ ਦੇ ਨਾਲ ਚੱਲਾਂਗੇ, ਇਹ ਆਮ ਆਦਮੀ ਪਾਰਟੀ ਦਾ ਕਹਿਣਾ ਵਾ। ਤਾਂ ਇਹ ਤਸਵੀਰਾਂ ਨੇ ਔਰ ਜਿਵੇਂ ਹੀ ਜਿਹੜੇ ਨੇ ਵਿਧਾਇਕ ਬਾਹਰ ਆਉਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਰੁਖ ਰਹਿੰਦਾ ਵਾ ਵਿਧਾਨ ਸਭਾ ਦੇ। ਇਹ ਮੇਨ ਗੇਟ ਹੈ, ਇੱਥੋਂ ਦੀ ਵਿਧਾਨ ਸਭਾ ਦੇ ਅੰਦਰ ਐਂਟਰੀ ਹੁੰਦੀ ਹੈ। ਵਿਧਾਇਕ ਤਮਾਮ ਅੰਦਰ ਨੇ, ਅਕਾਲੀ ਦਲ ਆਪਣੀ ਰਣਨੀਤੀ ਅੰਦਰ ਕੱਢ ਰਿਹਾ ਔਰ ਆਮ ਆਦਮੀ ਪਾਰਟੀ ਆਪਣੀ ਰਣਨੀਤੀ ਜਿਹੜੀ ਹੈ ਇਸ ਵੇਲੇ ਅੰਦਰ ਕਰ ਰਹੀ ਹੈ। ਗੌਰਵ ਜੀ ਬਿਲਕੁਲ, ਤਾਂ ਜਿਹੜੀਆਂ ਲਾਜ਼ਮੀ ਤੌਰ ਤੇ ਸਿਆਸੀ ਪਾਰਟੀਆਂ ਨੇ ਉਹ ਵੀ ਆਪਣੇ ਪੱਧਰ ਦੇ ਉੱਤੇ ਪੂਰੀ ਰਣਨੀਤੀ ਨੂੰ ਘੜਨ ਦੀ ਲੱਗੇ ਹੋਈਆਂ ਨੇ। ਤਾਂ ਤਸਵੀਰਾਂ ਅਸੀਂ ਤੁਹਾਨੂੰ ਵਿਧਾਨ ਸਭਾ ਦੀਆਂ ਦਿਖਾ ਰਹੇ ਹਾਂ ਇਸ ਸਮੇਂ ਜੋ ਪੰਕਜ ਕਪਾਹੀ ਸਾਡੇ ਤੱਕ ਤਸਵੀਰਾਂ ਪਹੁੰਚਾ ਰਹੇ ਨੇ। ਕਾਰਵਾਈ ਦਾ ਆਗਾਜ਼ 10 ਵਜੇ ਹੋਇਆ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ 1 ਘੰਟੇ ਦੇ ਲਈ, ਕਰੀਬ 1 ਘੰਟੇ ਦੇ ਲਈ ਪੂਰੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। 11 ਵਜੇ ਇੱਕ ਵਾਰ ਫਿਰ ਤੋਂ ਸਦਨ ਬੈਠੇਗਾ। ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵੱਡਾ ਜਿਹੜਾ ਬੋਰਡ ਆ ਉਹ ਵੀ ਤੁਹਾਨੂੰ ਬਾਹਰ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ, ਵਿਧਾਨ ਸਭਾ ਦੇ ਬਾਹਰ ਲੱਗਿਆ ਨਜ਼ਰ ਆ ਰਿਹਾ ਹੈ, ਜਿਸ ਦੇ ਵਿੱਚ
ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਸੈਸ਼ਨ ਉਸ ਦਾ ਜ਼ਿਕਰ ਕੀਤਾ ਗਿਆ ਹੈ। 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸੈਸ਼ਨ ਨੂੰ ਸੱਦਿਆ ਗਿਆ ਇੱਕ ਦਿਨ ਦੇ ਲਈ। ਵਿਰੋਧੀ ਕਹਿ ਰਹੇ ਨੇ ਕਿ ਇੱਕ ਦਿਨ ਦਾ ਸੈਸ਼ਨ ਕਿਉਂ, ਸੈਸ਼ਨ ਦੀ ਮਿਆਦ ਤਾਂ 15 ਦਿਨ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ, ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਗੱਲਬਾਤ ਹੋ ਸਕੇ। ਸਰਕਾਰ ਦਾ ਤਰਕ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਇੱਕ ਦਿਨ ਦਾ ਸੈਸ਼ਨ ਅਸੀਂ ਜੋ ਸੱਦਿਆ ਹੈ ਇਹ ਸਮਰਪਿਤ ਹੈ ਗੁਰੂ ਤੇਗ ਬਹਾਦਰ ਜੀ ਨੂੰ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੰਦੀ ਚਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਇਸ ਕਰਕੇ ਇਸ ਮੁੱਦੇ ਉੱਤੇ ਸਿਆਸਤ ਨਾ ਕਰੋ। ਖੈਰ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀਆਂ ਨਜ਼ਰ ਆਈਆਂ ਨੇ। ਵਿਧਾਨ ਸਭਾ ਪਹੁੰਚੀਆਂ, ਮੀਡੀਆ ਦਾ ਜਮਾਵੜਾ ਲੱਗਿਆ ਹੋਇਆ ਸੀ। ਵਿਰੋਧੀ ਜਾਣਦੇ ਨੇ ਇਸ ਗੱਲ ਨੂੰ ਬਕਾਇਦਾ, ਕਿਉਂਕਿ ਆਮ ਤੌਰ ਤੇ ਇਸ ਤਰੀਕੇ ਨਾਲ ਹੀ ਤਸਵੀਰਾਂ ਹੁੰਦੀਆਂ ਨੇ ਤੇ ਉੱਥੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਹੁੰਚ ਗਏ। ਸਰਕਾਰ ਨੂੰ ਘੇਰਿਆ ਗਿਆ ਤੇ ਇਲਜ਼ਾਮ ਲਗਾਏ ਗਏ ਕਿ ਵਾਅਦਿਆਂ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ ਸਰਕਾਰ, ਇਸ ਕਰਕੇ ਇਸ ਤਰੀਕੇ ਦੇ ਨਾਲ ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ ਹੈ। ਤਾਂ ਪੰਕਜ ਸਾਡੇ ਸਹਿਯੋਗੀ ਲਗਾਤਾਰ ਉੱਥੇ ਜੁੜੇ ਹੋਏ ਨੇ ਸਾਡੇ ਨਾਲ ਵਿਧਾਨ ਸਭਾ ਤੋਂ। ਵਿਧਾਨ ਸਭਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਸਕੱਤਰੇਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅੰਦਰ ਕਾਰਵਾਈ ਕੁਝ ਹੀ ਪਲਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਉਸ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਸ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਨੇ ਔਰ ਸੂਬੇ ਦੇ ਰਾਜਪਾਲ, ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਹਾਲ ਹੀ ਦੇ ਵਿੱਚ ਉਹਨਾਂ ਨੇ ਪੂਰਾ ਕਾਰਜਭਾਰ ਸੰਭਾਲਿਆ ਪੰਜਾਬ ਦੇ ਗਵਰਨਰ ਦਾ, ਰਾਜਪਾਲ ਦਾ, ਤਾਂ ਉਹ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਦੇਸ਼ ਦੇ ਸਾਬਕਾ ਚੀਫ ਜਸਟਿਸ ਆਫ ਇੰਡੀਆ ਸਾਬਕਾ, ਉਹ ਵੀ ਅੱਜ ਇੱਥੇ ਖਾਸ ਮਹਿਮਾਨ ਦੇ ਤੌਰ ਦੇ ਉੱਤੇ ਪਹੁੰਚ ਰਹੇ ਨੇ। ਤਾਂ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਗੁਰੂ ਸਾਹਿਬ ਦੇ ਦਿਖਾਏ ਰਾਹ ਦੇ ਉੱਤੇ ਚੱਲਣ ਦੇ ਲਈ ਹਰ ਕੋਈ ਪ੍ਰਣ ਕਰੇਗਾ, ਹਰ ਕੋਈ ਜ਼ਿਕਰ ਕਰਦਾ ਹੈ, ਗੁਰੂ ਸਾਹਿਬ ਦੇ ਫਲਸਫੇ ਨੂੰ ਯਾਦ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਮੁਬਾਰਕਬਾਦ ਵੀ ਲਾਜ਼ਮੀ ਤੌਰ ਤੇ ਦਿੱਤੀ ਜਾ ਰਹੀ ਹੈ। ਮੈਂ ਪੰਕਜ ਦਾ ਇੱਕ ਵਾਰ ਫਿਰ ਤੋਂ ਰੁਕ ਕਰਦਾ। ਪੰਕਜ, ਇੱਕ ਤਾਂ ਦੇਖੋ ਚੀਫ ਵਿਪ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਸੀ। ਬਿਕਰਮ ਮਜੀਠੀਆ ਵੀ ਸਵਾਲ ਚੁੱਕਦੇ ਨਜ਼ਰ ਆਏ। ਉਹਨਾਂ ਨੇ ਵੀ ਕਿਹਾ ਕਿ ਦੇਖੋ ਕਾਂਗਰਸ ਨੂੰ ਡਰ ਸੀ ਕਿ ਉਹਨਾਂ ਦੇ ਵਿਧਾਇਕ ਉਹਨਾਂ ਦੇ ਪੱਖ ਦੇ ਵਿੱਚ ਆ ਕੇ ਨਹੀਂ ਖੜਨਗੇ ਜਾਂ ਅੰਦਰ ਨਹੀਂ ਪਹੁੰਚਣਗੇ। ਚੀਫ ਵਿਪ ਨੇ ਵਿਪ ਜਾਰੀ ਕਰ ਦਿੱਤਾ। ਆਮ ਆਦਮੀ ਪਾਰਟੀ ਨੂੰ ਡਰ ਸੀ ਕਿ ਉਹਨਾਂ ਦੇ ਵਿਧਾਇਕ ਖੇਰੂ ਹੋਏ ਨੇ, ਬਿਕਰਮ ਮਜੀਠੀਆ ਦੇ ਇਲਜ਼ਾਮ ਸੀ, ਇਸ ਕਰਕੇ ਉਹਨਾਂ ਨੇ ਚੀਫ ਵਿਪ ਨੇ ਵਿਪ ਜਾਰੀ ਕਰ ਦਿੱਤਾ। ਮਤਲਬ ਸਮਝਾਓ ਕਿ ਜੇ ਵਿਧਾਇਕ ਨਾ ਪਹੁੰਚਦੇ ਤਾਂ ਫਿਰ ਕੀ ਹੋ ਜਾਂਦਾ, ਕਿਉਂਕਿ ਕੋਈ ਅੰਦਰ ਬਿਜ਼ਨਸ ਨਹੀਂ ਹੋਣਾ, ਜਿਹੜੇ ਫਲਸਫੇ ਨੂੰ ਯਾਦ ਕੀਤਾ ਜਾਣਾ ਹੈ, ਵਿਪ ਜਾਰੀ ਕਰਨ ਦਾ ਮਤਲਬ ਕੀ ਸੀ। ਪਰ ਇਸ ਸਭ ਦੇ ਵਿਚਾਲੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਅਕਾਲੀ ਦਲ ਨੇ ਕਿਉਂ ਨਹੀਂ ਕੀਤਾ, ਕਿ ਅਕਾਲੀ ਦਲ ਵਿਪ ਜਾਰੀ ਕਿਉਂ ਨਹੀਂ ਕਰਦਾ। ਇਹ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੋਏਗਾ ਕਿ ਉਹਨਾਂ ਦੇ ਵੱਲੋਂ ਅਜਿਹਾ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ। ਬਿਲਕੁਲ ਗੌਰਵ, ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਈਏ, ਵਿਪ ਜਾਰੀ ਕਰਨ ਦਾ ਮਤਲਬ ਹੁੰਦਾ ਹੈ ਕਿ ਸਾਰੇ ਹੀ ਵਿਧਾਇਕ ਉਸ ਪਾਰਟੀ ਦੇ ਪ੍ਰੈਜ਼ੈਂਟ ਰਹਿਣ, ਹਾਜ਼ਰ ਰਹਿਣ, ਵਿਧਾਨ ਸਭਾ ਦੇ ਅੰਦਰ ਹਾਜ਼ਰ ਰਹਿਣ। ਪਾਰਲੀਮੈਂਟ ਜਦੋਂ ਚੱਲਦਾ ਹੈ ਉੱਥੇ ਵੀ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਵੱਖ-ਵੱਖ ਪਾਰਟੀਆਂ ਵਿਪ ਜਾਰੀ ਕਰਦੀਆਂ ਨੇ। ਇਹ ਵਿਪ ਜਾਰੀ ਉਦੋਂ ਹੁੰਦਾ ਜਦੋਂ ਲੱਗਦਾ ਹੈ ਕਿ VOTING ਹੋ ਸਕਦੀ ਹੈ, ਜਦੋਂ ਲੱਗਦਾ ਹੈ ਕਿ ਇਹ ਬਿੱਲ ਲਿਆਇਆ ਜਾਣਾ ਵਾ ਔਰ ਇਹ ਨਾ ਹੋਵੇ ਕਿ ਸੱਤਾਧਾਰੀ ਕੋਲ ਨੰਬਰ ਘੱਟ ਹੋਣ। ਤਾਂ ਯਾਨੀ ਕਿ ਨੰਬਰ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਜਾਂ ਫਿਰ ਆਪਾਂ, ਕਿਉਂਕਿ ਵਿਧਾਨ ਸਭਾ ਚੱਲ ਰਿਹਾ, ਵਿਧਾਨ ਸਭਾ ਦੇ ਮੈਂਬਰ ਨੇ ਉਹ ਘੱਟ ਜਾਣ ਔਰ ਉਹ ਬਿੱਲ ਜਿਹੜਾ ਉਹ ਡਿੱਗ ਜਾਏ। ਲੇਕਿਨ ਅੱਜ ਦਾ ਇਜਲਾਸ ਜਿਹੜਾ ਵਾ ਉਹ ਸਿਰਫ ਇੱਕ ਦਿਨ ਦਾ ਵਾ। ਇੱਕ ਦਿਨ ਦੇ ਇਜਲਾਸ ਦੇ ਵਿੱਚ ਕੋਈ ਜਿਹੜਾ ਵਾ ਬਿਜ਼ਨਸ ਬਿੱਲ ਨਹੀਂ ਲੈ ਕੇ ਆਣਾ, ਕਿਸੇ ਤਰੀਕੇ ਦਾ ਬਿੱਲ ਨਹੀਂ ਲੈ ਕੇ ਆਣਾ। ਲੇਕਿਨ ਸਵਾਲ ਇਹੀ ਉੱਠ ਰਹੇ ਨੇ ਕਿ ਵਿਪ ਜਿਹੜਾ ਵਾ ਉਹ ਕਿਉਂ ਜਾਰੀ ਕਰਨਾ ਪਿਆ। ਉਹ ਇਹ ਮੰਨਿਆ ਜਾ ਰਿਹਾ, ਜਦੋਂ ਰਾਜਕੁਮਾਰ ਵੇਰਕਾ ਹੋਰਾਂ ਨੂੰ ਪੁੱਛਿਆ ਕਿ ਅਕਾਲੀ ਦਲ ਸਵਾਲ ਚੁੱਕ ਰਹੀ ਹੈ, ਆਮ ਆਦਮੀ ਪਾਰਟੀ ਸਵਾਲ ਚੁੱਕ ਰਹੀ ਹੈ ਕਿ ਤੁਹਾਡੇ ਕੋਲ ਫਲੋਰ ਤੇ ਨੰਬਰ ਨਹੀਂ ਹੈ, ਤੁਹਾਡੇ ਕੋਲ ਵਿਧਾਨ ਸਭਾ 'ਚ ਨੰਬਰ ਨਹੀਂ ਹੈ। ਯਾਨੀ ਕਿ ਨੰਬਰ ਨਹੀਂ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਬਗਾਵਤ ਦੇਖਣ ਨੂੰ ਮਿਲ ਰਹੀ ਹੈ, ਜਿਸ ਤਰੀਕੇ ਨਾਲ ਮੰਤਰੀ ਔਰ ਕੁਝ ਵਿਧਾਇਕ, ਇੱਕ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਦੇ ਘਰੇ ਵੀ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਇੰਨੇ ਵਿਧਾਇਕ, ਇੰਨੇ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਦਾ ਅਸਤੀਫਾ ਹੋ ਜਾਏ। ਤਾਂ ਇਹ ਡਰ ਜਿਹੜਾ ਵਾ ਉਹ ਸਤਾ ਰਿਹਾ। ਇਹ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਇਲਜ਼ਾਮ ਨੇ। ਦੂਜੇ ਪਾਸੇ ਕਾਂਗਰਸ ਦਾ ਇਹ ਕਹਿਣਾ ਹੈ ਕਿ ਫਲੋਰ ਵਾਲੀ ਦਾ ਕੋਈ ਗੱਲ ਹੀ ਨਹੀਂ, ਅਸੀਂ ਤਾਂ ਕੋਈ ਬਿੱਲ ਲੈ ਕੇ ਹੀ ਨਹੀਂ ਆ ਰਹੇ ਜਾਂ ਕੋਈ ਚੀਜ਼ ਹੀ ਨਹੀਂ ਹੈ, ਸਿਰਫ ਗੁਰੂ ਸਾਹਿਬ ਨੂੰ ਸਮਰਪਿਤ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਨੂੰ ਸਮਰਪਿਤ ਜਦੋਂ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ ਤਾਂ ਉਸ ਦਿਨ ਕਾਂਗਰਸ ਦੇ ਸਾਰੇ ਵਿਧਾਇਕ ਜਿਹੜੇ ਨੇ ਉਹ ਮੌਜੂਦ ਰਹਿਣ, ਉਹ ਹਾਜ਼ਰ ਰਹਿਣ। ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਕੁਲਤਾਰ ਸੰਧਵਾ ਹੋਰਾਂ ਨੇ ਵਿਪ ਜਾਰੀ ਕੀਤਾ। ਆਮ ਆਦਮੀ ਪਾਰਟੀ ਦਾ ਆਪਣਾ ਤਰਕ, ਆਮ ਆਦਮੀ ਪਾਰਟੀ ਕਹਿ ਰਹੀ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਰੇ ਸਾਡੇ ਵਿਧਾਇਕ ਜਿਹੜੇ ਨੇ ਉਹ ਹਾਜ਼ਰ ਰਹਿਣ। ਤਸਵੀਰਾਂ ਮੈਂ ਦਿਖਾ ਰਿਹਾ, ਇਹ ਜਿਹੜੀ ਵਿਧਾਨ ਸਭਾ ਦੀ ਮੇਨ ਬਿਲਡਿੰਗ ਹੈ ਔਰ ਇਸ ਦੇ ਅੰਦਰ ਵਿਧਾਨ ਸਭਾ ਦਾ ਇਜਲਾਸ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਇੱਕ ਹੋਰਡਿੰਗ ਵੀ ਲਗਾਇਆ ਗਿਆ, ਗੁਰੂ ਸਾਹਿਬ ਦੀ ਤਸਵੀਰ ਹੈ ਔਰ ਹੋਰਡਿੰਗ ਦੇ ਉੱਤੇ ਲਿਖਿਆ ਹੋਇਆ ਹਿੰਦੀ ਚਾਦਰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪਰਵ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ। ਇਹ ਹੋਰਡਿੰਗ ਜਿਹੜਾ ਵਾ ਗੁਰੂ ਸਾਹਿਬ ਨੂੰ ਸਮਰਪਿਤ ਕਰਦੇ ਹੋਏ ਬਿਲਡਿੰਗ ਦੇ ਬਾਹਰ ਲਗਾਇਆ ਗਿਆ ਵਾ ਔਰ ਅੰਦਰ ਜਾਣਕਾਰੀ ਮਿਲ ਰਹੀ ਹੈ ਕਿ 4 ਕੁਰਸੀਆਂ ਜਿਹੜੀਆਂ ਨੇ ਉਹ ਐਜ਼ ਏ ਚੀਫ ਗੈਸਟ ਲੱਗੀਆਂ ਨੇ, ਜਿਸ ਦੇ ਵਿੱਚ ਗਵਰਨਰ ਸਾਹਿਬ ਹੋਣਗੇ, ਜਿਸ ਦੇ ਵਿੱਚ ਮੁੱਖ ਮੰਤਰੀ ਬੈਠਣਗੇ ਔਰ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਦੇ ਉਹ ਉਸ ਚੇਅਰ ਤੇ ਬੈਠਣਗੇ। ਔਰ ਥੋੜੀ ਦੇਰ ਬਾਅਦ ਇੱਕ ਵਾਰ ਜਦੋਂ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਏਗਾ ਤਾਂ ਲਾਈਵ ਵੀ ਦੇਖਣ ਨੂੰ ਮਿਲੇਗਾ। ਗਵਰਨਰ ਸਾਹਿਬ ਦੇ ਪੇਜ ਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਪੇਜ ਦੇ ਉੱਤੇ ਲਾਈਵ ਜਿਹੜਾ ਅੰਦਰ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੋਏਗੀ ਉਹ ਦੇਖਣ ਨੂੰ ਮਿਲੇਗੀ। ਔਰ ਕਿਸ ਤਰੀਕੇ ਦੇ ਨਾਲ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਮੁੱਖ ਮੰਤਰੀ ਵੀ ਸਪੀਚ ਦੇਣਗੇ, ਸਪੀਕਰ ਸਾਹਿਬ ਵੀ ਸਪੀਚ ਦੇਣਗੇ, ਗਵਰਨਰ ਸਾਹਿਬ ਵੀ ਸਪੀਚ ਦੇਣਗੇ ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਨੂੰ ਸਮਰਪਿਤ ਕਿਉਂਕਿ ਹੈ ਉਹਨਾਂ ਦੇ ਬਾਰੇ ਕਿਸ ਤਰੀਕੇ ਦੇ ਨਾਲ ਹੈ, ਕਿਉਂਕਿ ਪੂਰਾ ਸਾਲ ਇਹ 400 ਸਾਲਾ ਮਨਾਇਆ ਜਾ ਰਿਹਾ। ਸਰਕਾਰ ਕੀ ਕੰਮ ਕਰ ਰਹੀ ਹੈ, ਸਰਕਾਰ ਨੇ ਕੀ ਕੁਝ ਕੀਤਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅੰਦਰ ਰੱਖੀਆਂ ਜਾਣਗੀਆਂ ਔਰ ਆਉਣ ਵਾਲੇ ਦਿਨਾਂ 'ਚ ਕੀ ਕੰਮ ਕੀਤੇ ਜਾਣਗੇ ਉਸ ਨੂੰ ਲੈ ਕੇ ਵੀ ਵੱਡੇ ਐਲਾਨ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ। ਲੇਕਿਨ ਵਿਰੋਧੀ ਧਿਰ ਅਕਾਲੀ ਦਲ ਤਾਂ ਤਖਤੀਆਂ ਲੈ ਕੇ ਅੰਦਰ ਚਲੇਗੀ। ਅਕਾਲੀ ਦਲ ਤਾਂ 5 ਸਾਲ ਸਰਕਾਰ ਦੇ ਜਿਸ ਤਰੀਕੇ ਦੇ ਨਾਲ ਰਹੇ ਨੇ ਉਸ ਨੂੰ ਸਵਾਲਾਂ ਦੇ ਖੜਾ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜਾ ਵਾ ਉਹ ਸਰਕਾਰ ਨੂੰ ਕਟਘਰੇ 'ਚ ਖੜਾ ਕੀਤਾ ਜਾ ਰਿਹਾ। ਨਾਲ ਹੀ ਨਾਲ ਅਕਾਲੀ ਦਲ ਤੇ ਵੀ ਇਲਜ਼ਾਮ ਲਗਾਏ ਜਾ ਰਹੇ। ਦੋ ਅਹਿਮ ਗੱਲਾਂ ਨੇ। ਅਕਾਲੀ ਦਲ ਕਹਿ ਰਿਹਾ ਹੈ ਕਿ ਕਾਂਗਰਸ ਤੇ ਸੈਂਟਰ ਗਵਰਨਮੈਂਟ ਮਿਲ ਕੇ ਪੰਜਾਬ 'ਚ ਹਾਲਾਤ ਅਜਿਹੇ ਬਣਾ ਰਹੀ ਹੈ ਕਿ ਰਾਸ਼ਟਰਪਤੀ ਸ਼ਾਸਨ ਜਿਹੜਾ ਪੰਜਾਬ ਦੇ ਵਿੱਚ ਲੱਗ ਜਾਏ। 2022 ਫਰਵਰੀ ਦੇ ਵਿੱਚ ਚੋਣਾਂ ਹੋਣੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ ਅਮਨ ਅਰੋੜਾ ਹੋਰੀ ਇਹ ਇਲਜ਼ਾਮ ਲਗਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਜਿਸ ਤਰੀਕੇ ਦੇ ਨਾਲ ਅਕਾਲੀ ਦਲ ਰੈਲੀਆਂ ਕਰ ਰਿਹਾ, ਰੈਲੀਆਂ ਕਰਕੇ ਉਮੀਦਵਾਰਾਂ ਦਾ ਐਲਾਨ ਕਰ ਰਿਹਾ, ਅੱਗੇ ਕਦੀ ਨਹੀਂ ਕੀਤਾ, ਤਾਂ ਅਕਾਲੀ ਦਲ ਬੀਜੇਪੀ ਦੇ ਨਾਲ ਮਿਲ ਕੇ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹ ਰਿਹਾ। ਇਲਜ਼ਾਮਬਾਜ਼ੀਆਂ ਲਗਾਤਾਰ ਇੱਕ ਦੂਸਰੇ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ ਔਰ ਇਸੇ ਵਜ੍ਹਾ ਕਰਕੇ ਜਿਹੜਾ ਵਾ ਸੱਤਾ ਦੇ ਵਿੱਚ ਕਾਂਗਰਸ ਹੈ, ਲੇਕਿਨ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਿਹਾ, ਆਮ ਆਦਮੀ ਪਾਰਟੀ ਅਕਾਲੀ ਦਲ ਤੇ ਇਲਜ਼ਾਮ ਲਗਾ ਰਿਹਾ ਔਰ ਅਕਾਲੀ ਦਲ ਸੱਤਾਧਾਰੀ ਪਾਰਟੀ ਦੇ ਉੱਤੇ ਵੀ ਇਲਜ਼ਾਮਬਾਜ਼ੀਆਂ ਅੱਜ ਦੇ ਦਿਨ ਵੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਥੋੜੀ ਦੇਰ ਬਾਅਦ ਸੈਸ਼ਨ ਦੀ ਸ਼ੁਰੂਆਤ ਇੱਕ ਵਾਰ ਫਿਰ ਤੋਂ 11 ਵਜੇ ਹੋਏਗੀ। ਉਹ ਵੀ ਤਸਵੀਰਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਉਹ ਅੰਦਰ ਚੱਲੇਗੀ। ਗੌਰਵ ਜੀ ਬਿਲਕੁਲ, ਤਾਂ ਪੰਕਜ ਕਪਾਹੀ ਪੂਰੀ ਤਫਸੀਲ ਦੇ ਨਾਲ ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਪੰਕਜ ਕਪਾਹੀ। ਨਪਿੰਦਰ ਬਰਾੜ ਲਗਾਤਾਰ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਉਸ ਦੀ ਹਰ ਇੱਕ ਅਪਡੇਟ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾਵਾਂਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਕੁਝ ਹੀ ਪਲਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਸੈਸ਼ਨ ਦਾ ਆਗਾਜ਼ ਹੈ ਹੋਣ ਜਾ ਰਿਹਾ। ਜਿਹੜੀ ਕਾਰਵਾਈ 11 ਵਜੇ ਤੱਕ ਦੇ ਲਈ ਮੁਲਤਵੀ ਹੋਈ ਸੀ, 11 ਵਜੇ ਇੱਕ ਵਾਰ ਫਿਰ ਤੋਂ ਆਗਾਜ਼ ਹੋਏਗਾ। ਜਿਹੜੇ ਵਿਧਾਇਕ ਬਾਹਰ ਵੀ ਨਜ਼ਰ ਆ ਰਹੇ ਸੀ, ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਪਹਿਲਾਂ ਆਮ ਆਦਮੀ ਪਾਰਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ, ਉਹ ਵੀ ਹੁਣ ਅੰਦਰ ਜਾ ਚੁੱਕੇ ਨੇ। ਜੋ ਜਾਣਕਾਰੀ ਇਸ ਸਮੇਂ ਸਾਡੇ ਕੋਲ ਅੰਦਰ, ਕਿਉਂਕਿ ਵਿਧਾਨ ਸਭਾ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਵੀ ਜਿਹੜੇ ਵਿਧਾਇਕ ਨੇ ਉਹ ਆਪਣੇ ਪੱਧਰ ਦੇ ਉੱਤੇ ਪਾਰਟੀ ਆਗੂ ਆਪਸ ਦੇ ਵਿੱਚ ਰਣਨੀਤੀ ਤਿਆਰ ਕਰਦੇ ਨੇ ਕਿ ਸਰਕਾਰ ਦੇ ਵੱਲੋਂ ਜੇ ਕਦਮ ਕੋਈ ਚੁੱਕਿਆ ਜਾਂਦਾ, ਕਿਉਂਕਿ ਇਹ ਵੀ ਵਿਰੋਧੀਆਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਜੇ ਅੱਜ ਕੋਈ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗੀ ਤਾਂ ਅਸੀਂ ਉਸ ਦਾ ਜ਼ਬਰਦਸਤ ਵਿਰੋਧ ਕਰਾਂਗੇ। ਤਾਂ ਇਸ ਤਰੀਕੇ ਦੀਆਂ ਵੀ ਜਾਣਕਾਰੀਆਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਦੇਖਣਾ ਹੋਵੇਗਾ ਕਿ ਸਰਕਾਰ ਕੋਈ ਲੈ ਕੇ ਆਉਂਦੀ ਹੈ ਬਿੱਲ ਜਾਂ ਨਹੀਂ। ਹਾਲਾਂਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਕਾਂਗਰਸ ਦੇ ਜਿਹੜੇ ਵਿਧਾਇਕ ਅੰਦਰ ਗਏ ਨੇ ਉਹ ਸਾਫ਼ ਕਰਕੇ ਗਏ ਨੇ ਕਿ ਅੰਦਰ ਸਿਰਫ ਅੱਜ ਗੁਰੂ ਸਾਹਿਬ ਦਾ ਜ਼ਿਕਰ ਹੋਏਗਾ, ਉਹਨਾਂ ਦੇ ਫਲਸਫੇ ਦਾ ਜ਼ਿਕਰ ਹੋਏਗਾ, ਉਹਨਾਂ ਵੱਲੋਂ ਦਿਖਾਏ ਗਏ ਰਾਹ ਦੇ ਉੱਤੇ ਚੱਲਣ ਦੀ ਪ੍ਰੇਰਨਾ ਲਵਾਂਗੇ ਅਸੀਂ ਸਾਰੇ ਤੇ ਸੰਕਲਪ ਹੋਏਗਾ ਤੇ ਇਸ ਵਿਚਾਲੇ ਇਹ ਪੂਰਾ ਦਿਨ ਸਮਰਪਿਤ ਹੋਏਗਾ ਗੁਰੂ ਸਾਹਿਬ ਨੂੰ। ਤਾਂ ਦੂਜੇ ਪਾਸੇ ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਲੋਕਾਂ ਦੇ ਸਵਾਲਾਂ ਤੋਂ, ਆਪਣੇ ਵਾਅਦਿਆਂ ਨੂੰ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ਤੋਂ, ਵਿਰੋਧੀ ਤਰ੍ਹਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ। ਇਸ ਕਰਕੇ ਇਸ ਸੈਸ਼ਨ ਦੀ ਮਿਆਦ ਸਿਰਫ 1 ਦਿਨ ਰੱਖੀ ਗਈ ਹੈ ਤੇ ਉਸ ਮਿਆਦ ਦੇ 1 ਦਿਨ ਦੇ ਵਿੱਚ ਵੀ ਜਿਹੜੇ 400ਵੇਂ ਪ੍ਰਕਾਸ਼ ਪੁਰਬ ਦਾ ਹੀ ਜ਼ਿਕਰ ਹੋ ਰਿਹਾ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਜਾਣਕਾਰੀ ਹੈ, ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਅੱਜ, ਤੇ ਉਹਨਾਂ ਲਈ ਵੀ ਖਾਸ ਇੱਕ ਥਾਂ ਨਿਰਧਾਰਿਤ ਕੀਤੀ ਗਈ ਹੈ। ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਉੱਥੇ ਅੱਜ ਪਹੁੰਚ ਰਹੇ ਨੇ। ਉਹ ਵੀ ਇੱਕ ਮਹਿਮਾਨ ਦੇ ਤੌਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਮੈਂਬਰ ਪਹੁੰਚਣਗੇ। ਜੋ ਜਾਣਕਾਰੀ ਸਾਡੇ ਕੋਲ ਹੈ ਇਸ ਸਮੇਂ, ਤੇ ਗਵਰਨਰ ਪੰਜਾਬ ਦੇ ਬਨਵਾਰੀ ਲਾਲ ਪੁਰੋਹਿਤ ਉਹ ਵੀ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਤੇ ਸਾਬਕਾ CJI ਯਾਨੀ ਚੀਫ ਜਸਟਿਸ ਆਫ ਇੰਡੀਆ ਉਹ ਵੀ ਉੱਥੇ ਅੱਜ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਪਹੁੰਚ ਰਹੇ ਨੇ, ਸ਼ਾਮਲ ਹੋ ਰਹੇ ਨੇ। ਤਾਂ ਥੋੜੀ ਦੇਰ ਦੇ ਵਿੱਚ ਆਗਾਜ਼ ਹੋਣ ਜਾ ਰਿਹਾ ਇੱਕ ਵਾਰ ਫਿਰ ਤੋਂ। ਕਰੀਬ 11 ਵਜੇ 5 ਤੋਂ 7 ਮਿੰਟ ਦਾ ਸਮਾਂ ਬਾਕੀ ਹੈ। ਜੋ ਪੰਕਜ ਜੋ ਜ਼ਿਕਰ ਕਰ ਰਹੇ ਸੀ ਕਿ ਅੰਦਰ ਦੀ ਕਾਰਵਾਈ ਲਾਈਵ ਵੀ ਵੇਖਣ ਨੂੰ ਮਿਲੇਗੀ ਸਾਨੂੰ। ਅਸੀਂ ਉਮੀਦ ਕਰਦੇ ਹਾਂ ਕਿ ਅੰਦਰ ਦੀ ਕਾਰਵਾਈ ਅੱਜ ਕੀ ਕੁਝ ਅੰਦਰ ਗੱਲਬਾਤ ਹੁੰਦੀ ਹੈ, ਕਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ, ਉਹ ਪੂਰੀ ਜਿਹੜੀ ਕਾਰਵਾਈ ਹੈ ਉਹ ਲਾਈਵ ਜ਼ਰੂਰ ਦਰਸ਼ਕਾਂ ਤੱਕ ਨਿਊਜ਼ 18 ਪੰਜਾਬ ਪਹੁੰਚਾ ਸਕੇ। ਪਰ ਕੁਝ ਸਮੇਂ ਦੇ ਵਿੱਚ ਹੋਣ ਜਾ ਰਿਹਾ ਆਗਾਜ਼। ਪਰ ਤੁਹਾਨੂੰ ਸੁਣਾਉਂਦੇ ਹਾਂ ਕਿ ਜਦੋਂ ਵਿਧਾਇਕ
ਸਰਕਾਰ ਦੇ ਹਾਕਮ ਧਿਰ ਦੇ ਵਿਧਾਇਕ ਜਿਹੜੇ ਕਾਂਗਰਸ ਦੇ ਵਿਧਾਇਕ ਉਹ ਅੰਦਰ ਗਏ, ਉਹਨਾਂ ਦਾ ਕੀ ਕੁਝ ਕਹਿਣਾ ਸੀ ਤੇ ਵਿਰੋਧੀ ਧਿਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਕੀ ਕੁਝ ਕਹਿਣਾ ਸੀ ਜਦੋਂ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਐਂਟਰੀ ਕੀਤੀ ਗਈ ਹੈ। ਜਿਹੜਾ ਅੱਜ ਦਾ ਇਜਲਾਸ ਆ, ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਇਹ ਇੱਕ ਬਹੁਤ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਿਹੜਾ 3-4 ਮਹੀਨੇ ਜਿਹੜੀ ਸਾਡੀ ਸਰਕਾਰ ਰਹੀ ਹੈ ਕਿਸਾਨ ਵੀ ਬਾਹਰ ਪ੍ਰਦਰਸ਼ਨ ਕਰ ਰਹੇ ਹੋ, ਕਹਿ ਰਹੇ ਕਿ ਮਾਲਿਕਾਨਾ ਹੱਕ ਦਿੱਤਾ ਜਾਵੇ, ਉਹ ਸੂਬਾ ਸਰਕਾਰ ਦੇ ਖਿਲਾਫ। ਦੇਖੋ ਪਿਛਲੇ ਦਿਨ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਕਿਸਾਨਾਂ ਦੀ, ਉਹਨਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਸਾਹਿਬ ਦੇ ਆਪ ਉਹਨਾਂ ਨੇ ਜੈਕਾਰੇ ਛੱਡ ਕੇ ਉੱਥੇ ਫਤਿਹ ਬੁਲਾਈ ਹੈ, ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੇ ਮਸਲਿਆਂ ਨੂੰ ਪਹਿਲਾਂ ਹੀ ਬੜੇ ਚਿੰਤਤ ਨੇ। ਜਦੋਂ ਪਾਣੀ ਦੀ ਗੱਲ ਆਈ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਟੈਂਡ ਲਿੱਤਾ ਸੀ। ਅੱਜ ਕਿਸਾਨ ਨੂੰ ਕਿਸੇ ਮੁਸ਼ਕਲ ਦਾ ਕੋਈ ਵੀ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਸਾਨ ਦੇ ਨਾਲ ਖੜੇ ਆ। ਅੱਜ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ, ਜਿਹੜਾ ਕੱਲ ਮੋਗੇ 'ਚ ਅਤਿਆਚਾਰ ਹੋਇਆ ਜਾਂ ਅੰਮ੍ਰਿਤਸਰ ਦੇ ਵਿੱਚ ਹੋਇਆ, ਉਹਦਾ ਕੈਪਟਨ ਸਾਹਿਬ ਤੋਂ ਅਸੀਂ ਅੱਜ ਜਵਾਬ ਮੰਗਾਂਗੇ। ਤੁਹਾਨੂੰ ਲੱਗਦਾ ਫਲੋਰ ਟੈਸਟ ਦੇਣ ਦੀ ਵੀ ਲੋੜ ਹੈ ਹੁਣ ਸੈਸ਼ਨ ਦੇ ਵਿੱਚ? ਬਿਲਕੁਲ, ਇਹਨਾਂ ਦੀ ਆਪਦੀ ਅੰਦਰਲੀ ਬਹੁਮਤ ਹੈ ਨਹੀਂ ਤੇ ਅੰਦਰ ਇਹਨਾਂ ਦੀ ਨਿੱਤ ਲੜਾਈ ਹੋ ਰਹੀ ਹੈ। ਸਰਕਾਰ ਨੂੰ ਜਿਹੜੇ ਸਰਕਾਰ ਦੇ ਵਿੱਚ ਬੈਠੇ ਉਹਨਾਂ ਨੂੰ ਆਪਦੀ ਸਰਕਾਰ ਤੇ ਭਰੋਸਾ ਨਹੀਂ ਹੈ। ਅਸੀਂ ਤਾਂ 4.5 ਸਾਲ ਤੋਂ ਕਹਿ ਰਹੇ ਹਾਂ ਵੀ ਇਹ ਸਰਕਾਰ ਸਿਰਫ ਲੁੱਟ ਕਰ ਰਹੀ ਹੈ, ਮਾਫੀਆ ਨੂੰ ਪਾਲ ਰਹੀ ਹੈ, ਬੇਅਦਬੀ ਕਾਂਡ ਵਾਲਿਆਂ ਨੂੰ, ਗੋਲੀ ਕਾਂਡ ਵਾਲਿਆਂ ਨੂੰ ਪ੍ਰੋਟੈਕਟ ਕਰ ਰਹੀ ਹੈ, ਬਾਦਲਾਂ ਨਾਲ ਰਲ ਕੇ ਚੱਲ ਰਹੀ ਹੈ। ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਸਿੱਧੂ ਅੱਜ ਇੱਕ ਦਿਨ ਦਾ ਹੈਗਾ। ਸਾਡੀ ਸਪੀਕਰ ਸਾਹਿਬ ਨਾਲ ਜਿੱਦਣ ਅਸੀਂ ਖਸਖਸ ਦੀ ਖੇਤੀ ਦੇ ਉੱਤੇ ਪ੍ਰਾਈਵੇਟ ਮੈਂਬਰ ਬਿੱਲ ਦੇਣ ਗਏ ਸੀ, ਉਹਨਾਂ ਨੇ ਇੰਸ਼ੋਰ ਕੀਤਾ ਕਿ ਇਸ ਮਹੀਨੇ 15 ਤਰੀਕ ਤੋਂ ਬਾਅਦ 7-8 ਦਿਨ ਦਾ ਹੋਰ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ, ਜਿਹਦੇ ਤੇ ਪੰਜਾਬ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਚੰਗੇ ਤਰੀਕੇ ਦੇ ਨਾਲ, ਕਿਉਂਕਿ ਇਹ ਜਿਹੜਾ 7-8 ਦਿਨ ਦਾ ਸੈਸ਼ਨ ਆ ਰਿਹਾ, ਇਹ ਆਖਰੀ ਸੈਸ਼ਨ ਆ ਇਹ ਟਰਮ ਦਾ। ਸੋ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਦੁਆਰਾ ਕੀਤੇ ਗਏ ਜਿਹੜੇ ਕੀਰਤੀਮਾਨ ਸਾਡੇ ਦੇਸ਼ ਦੇ ਅੰਦਰ ਆ ਕੌਮ ਵਾਸਤੇ, ਅਸੀਂ ਅੱਜ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਾਂ। ਫਲੋਰ ਟੈਸਟ ਦੀ ਵੀ ਗੱਲ ਕਰੋਗੇ ਕਿ ਮੁੱਖ ਮੰਤਰੀ ਫਲੋਰ ਟੈਸਟ ਦੇਣ, ਕਿਉਂਕਿ ਉਹਨਾਂ ਦੇ ਆਪਣੇ ਹੀ ਕਾਂਗਰਸ ਦੇ ਲੀਡਰ ਕਹਿੰਦੇ ਨਜ਼ਰ ਆ ਰਹੇ ਹਨ। ਨਹੀਂ ਦੇਖੋ, ਜਿਹੜਾ ਫਲੋਰ ਟੈਸਟ ਹੈਗਾ ਨਾ, ਹੁਣ ਵੇਸਟ ਆਫ એનર્ਜੀ ਹੈ ਜੀ। ਚੰਦ ਮਹੀਨੇ ਰਹਿ ਗਏ, ਚੰਦ ਮਹੀਨਿਆਂ ਤੱਕ ਦਾ ਇਲੈਕਸ਼ਨ ਕੋਡ ਆਇਆ ਖੜਾ। ਸੋ ਹੁਣ ਇਹ ਸੱਪ ਲੰਘ ਗਿਆ ਤੇ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਦੋਸਤੋ। ਯਾਰ ਦੇਖੋ, ਆ ਸਾਰੇ ਬਹਾਨੇ ਬੜੇ ਪੁਰਾਣੇ ਇਹਨਾਂ ਸਰਕਾਰ ਦੇ, ਕਿਉਂਕਿ ਚਲੋ ਅੱਜ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਆ ਸੈਸ਼ਨ ਆ, ਅਸੀਂ ਸਾਰੇ ਇਹਦਾ ਸਤਿਕਾਰ ਕਰਦੇ ਆ, ਇਹਨੂੰ ਜੀ ਆਇਆਂ ਆਖਦੇ ਆ। ਪਰ ਜਿਸ ਤਰ੍ਹਾਂ ਉਹਨਾਂ ਨੇ 4.5 ਸਾਲ ਪੌਣੇ 5 ਸਾਲ ਹੋ ਗਏ ਆ, ਜੋ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਨੇ ਤਲਵੰਡੀ ਸਾਬੋ ਵੱਲ ਸਹੁੰ ਖਾ ਕੇ, ਅਸੀਂ ਉਹ ਵਾਅਦੇ ਯਾਦ ਕਰਾ ਰਹੇ ਹਾਂ ਵੀ ਉਹ ਵੀ ਵਾਅਦੇ ਗੁਰੂ ਸਾਹਿਬ ਵੱਲੋਂ ਦੀ ਸਹੁੰ ਚੱਕੀ ਗਈ ਸੀ, ਉਹ ਪੂਰੇ ਕੀਤੇ ਜਾਣ। ਸਾਹਿਬ ਤਾਂ ਸੀਐਮ ਸਾਹਿਬ ਦੇ ਤਰਲੇ ਕਰ ਰਹੇ ਆ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਏ। ਤੁਸੀਂ ਦੇਖੋ ਵੀ ਉਦੋਂ ਆਪਣੇ ਮੰਤਰੀ ਪਦ ਲੈਣ ਵਾਸਤੇ ਦੂਸਰੇ ਪਾਸੇ ਆ। ਅੱਜ ਦੇ ਸੈਸ਼ਨ ਦਾ ਅਸੀਂ ਵੈਲਕਮ ਕਰਦੇ ਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਨਿਵਾਉਂਦੇ ਆ, ਉਹਨਾਂ ਵਾਸਤੇ ਅਸੀਂ ਅਟੈਂਡ ਕਰਨ ਆਏ ਆ। ਪਰ ਤੁਸੀਂ ਅੱਜ ਦੇਖੋ ਵੀ ਕਾਂਗਰਸ ਦੇ ਆਪ ਨੂੰ ਆਪਣੇ ਐਮਐਲਏਆਂ ਤੇ ਕੌਨਫੀਡੈਂਸ ਨਹੀਂ, ਉਹਨਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਉਹਨਾਂ ਨੂੰ ਆਪਣੇ ਐਮਐਲਏ ਨੂੰ ਵਿਧਾਨ ਸਭਾ 'ਚ ਲਿਆਉਣ ਵਾਸਤੇ ਵਿਪ ਜਾਰੀ ਕਰਨਾ ਪਿਆ। ਮਤਲਬ ਜ਼ਬਰਦਸਤੀ ਐਮਐਲਏ ਨੂੰ ਬੁਲਾ ਰਹੇ ਆ। ਅਸੀਂ ਤਾਂ ਸਿਰਫ ਬੇਨਤੀ ਕਰਦੇ ਆ ਵੀ ਅੱਜ ਦੇ ਸੈਸ਼ਨ ਦਾ ਸਵਾਗਤ ਆ। ਕੱਲ ਤੋਂ ਉਹ ਸੈਸ਼ਨ ਐਕਸਟੈਂਡ ਕਰਕੇ ਘਰ ਘਰ ਨੌਕਰੀ ਦੀ ਗੱਲ ਕਰਨ, 90,000 ਕਰੋੜ ਰੁਪਏ ਕਰਜ਼ਾ ਮਾਫੀ ਦੀ ਗੱਲ ਕਰਨ, ਆਟਾ ਦਾਲ ਨਾਲ ਘਿਓ ਚਾਹ ਚੀਨੀ ਦੀ ਗੱਲ ਜਿਹੜੀ